मेरे पंजाब 600 AM ते निघा हार्दिक स्वागत है। मैं तुहाडा मेजबान हरजीत सिंह गिल शो लैके तुहाडी सेवा दे विच हाज़र हाँ। 9:18 हो गए ते 19 मई का दिन है, वरा 2022 का वीरवार है। 6 जेठ नानखे संमत 554 निघा हार्दिक स्वागत है जी। ਚੱਲਾਂਗੇ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖ 'ਚੋਂ ਸਰ ਨਮਕਿਨ ਸਿੰਘ ਪੱਤੀ ਗੱਲਬਾਤ ਕਰਨਗੇ। ਉਸ ਤੋਂ ਬਾਅਦ ਅੱਜ ਖਾਸ ਗੱਲਬਾਤ ਤੁਹਾਡੀ ਜਾਣਕਾਰੀ ਦੇ ਲਈ ਕਿ ਸਵੈ ਰੱਖਿਆ ਦਾ ਕੈਨੇਡਾ ਦਾ ਨਵਾਂ ਸਵੈ ਰੱਖਿਆ ਸੰਬੰਧੀ ਕਾਨੂੰਨ ਕੀ ਹੈ। ਉੱਘੇ ਵਕੀਲ ਬ੍ਰਿਜ ਮੋਹਨ ਜੀ ਆਉਣਗੇ। 10:10 ਤੋਂ ਲੈ ਕੇ 11 ਵਜੇ ਤੱਕ ਗੱਲਬਾਤ ਉਹ ਕਰਨਗੇ ਕਿ ਸਵੈ ਰੱਖਿਆ ਕਿਵੇਂ ਹੋ ਸਕਦੀ ਹੈ, ਕਾਨੂੰਨ ਕੀ ਕਹਿੰਦਾ ਹੈ। जब कोई तुहाडे ते हमला करता है उहदे संबंधी कानून की कहता है। 604 204 0600 6042 0600 ऑन एयर नंबर है तो 604 729 1224 WhatsApp ते टैक्स्ट ਲਈ मेरा सैल नंबर है। ਝੰਗ ਦਿਆਂ ਰਾਹਾਂ ਜਿਹੀ ਤੇਰੀ ਹੈ ਤਸੀਰ ਜਮਾ ਚਾਕ ਤਾਂ ਨਹੀਂ ਜੋਗੀਆਂ ਦੇ ਦਰਦਾ ਰਾਵੀ ਦਿਆਂ ਪਾਣੀਆਂ 'ਚ ਪੈਰ ਜਦੋਂ ਰੱਖਦੀਆਂ ਤੱਕਾਂ ਪਰਛਾਵਾਂ ਤੇਰਾ ਤਰਦਾ ਝਨਾ ਦਿਆਂ ਨੀਰਾਂ ਜਿਹਾ ਮੱਥੇ ਤੇ ਜਲੌ ਹੈ ਤੇਰੇ ਕੇਸ ਤੇਰੇ ਲੰਮੜੇ ਵਿਆਸ ਤੋਂ ਸਾਡੀਆਂ ਤਾਂ ਅਕਲਾਂ ਦੀ ਹੱਦ ਬੜੀ ਛੋਟੀ ਚੰਨਾ ਤੂੰ ਤਾਂ ਪਰੇ ਸੋਚਦਾ ਆਕਾਸ਼ ਤੋਂ ਚਿੱਤ ਕਰੇ ਉੱਚੀ ਦੇਣੇ ਤਾਰਿਆਂ ਤੋਂ ਪੁੱਛ ਲਵਾਂ ਹਾਕ ਮਾਰ ਪਤਾ ਤੇਰੇ ਘਰ ਦਾ ਰਾਵੀ ਦਿਆਂ ਪਾਣੀਆਂ 'ਚ ਪੈਰ ਜਦੋਂ ਰੱਖਦੀਆਂ ਤੱਕਾ ਪਰਛਾਵਾਂ ਤੇਰਾ ਤਰਦਾ ਮੱਠਾ ਭੁੱਬਲ 'ਚ ਹੁੰਦਾ ਜਿਵੇਂ ਸੇਕ ਇੰਜ ਨੇਤਰਾਂ 'ਚ ਤੇਰੇ ਕੋਈ ਸਰੂਰ ਹੈ ਸਤਲੁਜ ਜਿਹੀ ਤੇਰੀ ਤੋਰ 'ਚ ਰਵਾਨੀ ਤੇਰੇ ਮੁੱਖ ਉੱਤੇ ਧੁੱਪ ਜਿਹਾ ਨੂਰ ਹੈ ਮਿੱਠੀ ਵਾਸ਼ਨਾ ਜੀ ਹਵਾ ਵਿੱਚ ਉੱਡੀ ਜਾਵੇ ਹੱਥ ਤੂੰ ਜਾਂ ਤਲੀਆਂ 'ਤੇ ਧਰਦਾ ਰਾਵੀ ਦਿਆਂ ਪਾਣੀਆਂ 'ਚ ਪੈਰ ਜਦੋਂ ਰੱਖਦੀਆਂ ਤੱਕਾਂ ਪਰਛਾਵਾਂ ਤੇਰਾ ਤਰਦਾ ਸਿੰਧ ਦਿਆਂ ਪਾਣੀਆਂ 'ਚ ਮਿਸ਼ਰੀ ਨੂੰ ਘੋਲ ਕੇ ਤੂੰ ਸੱਚੀ ਰੱਖਿਆ ਜਵਾਨ ਤੇ ਜੇਲਮ ਦਾ ਆਬ ਪੜੇ ਨਜ਼ਮਾ ਹਜ਼ੂਰ ਅਸੀਂ ਸੁਣਿਆ ਤੇਰੀ ਮੁਸਕਾਨ ਤੇ ਆਸ਼ਕ ਦੀ ਈਦ ਹੁੰਦੀ ਜਦੋਂ ਤੇਰੀ ਦੀਦ ਹੁੰਦੀ ਬੱਦਲ ਹੈ ਸੋਕਿਆਂ ਤੇ ਵਰਦਾ ਰਾਵੀ ਦਿਆਂ ਪਾਣੀਆਂ 'ਚ ਪੈਰ ਜਦੋਂ ਰੱਖਦੀਆਂ ਤੱਕਾਂ ਪਰਛਾਵਾਂ ਤੇਰਾ ਤਰਦਾ ਅਕੀਦਤ ਇਹਦੇ ਵਿੱਚ ਨਵਾਬ ਖਾਨ ਜੀ ਲਿਖਦੇ ਨੇ। ਸਰ ਨਮਕਿਨ ਸਿੰਘ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਮਿੱਤਰਾਂ ਨੂੰ ਕੈਦ ਬੋਲ ਗਈ ਬੋਤਾ ਜਾਊਗਾ ਕਚਹਿਰੀਓਂ ਖਾਲੀ। ਨਵਜੋਤ ਸਿੰਘ ਸਿੱਧੂ ਨੂੰ ਕੈਦ ਬੋਲ ਗਈ ਜੀ। ਜੀ ਗਿੱਲ ਸਾਹਿਬ, ਨਵਜੋਤ ਸਿੰਘ ਸਿੱਧੂ ਨੂੰ ਅੱਜ ਸੁਪਰੀਮ ਕੋਰਟ ਦੇ ਵਿੱਚੋਂ 1 ਸਾਲ ਦੀ ਕੈਦ ਦੀ ਸਜ਼ਾ ਜਿਹੜੀ ਹੈ ਉਹ ਸੁਣਾਈ ਗਈ ਹੈ। ਦਰਅਸਲ ਨਵਜੋਤ ਸਿੰਘ ਸਿੱਧੂ ਦੇ ਉੱਤੇ ਇਲਜ਼ਾਮ ਨੇ ਕਿ ਇਹ 3 ਦਹਾਕੇ ਪੁਰਾਣਾ ਮਸਲਾ ਹੈ। 27 ਦਸੰਬਰ 1988 ਦਾ ਪਟਿਆਲਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਉਦੋਂ ਰਹਿੰਦੇ ਹੁੰਦੇ ਸੀ ਔਰ ਪਟਿਆਲਾ ਦੇ ਵਿੱਚ ਕਾਰ ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ 65 ਸਾਲਾ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ। ਉਹਦੇ 6 ਵੱਜੀ ਸੀਗੀ ਔਰ ਹਸਪੀਟਲ ਦੇ ਵਿੱਚ ਜਾ ਕੇ ਮੌਤ ਹੋ ਗਈ ਸੀ। ਨਵਜੋਤ ਸਿੰਘ ਸਿੱਧੂ ਤੇ ਇਲਜ਼ਾਮ ਲੱਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ ਧੱਕਾ ਮਾਰਿਆਗਾ ਔਰ ਕੁੱਟਮਾਰ ਹੋਈ ਹੈ ਜਿਸ ਕਰਕੇ ਉਹਨਾਂ ਦੀ ਮੌਤ ਹੋਈ ਹੈ। ਉਸ ਤੋਂ ਬਾਅਦ ਗਿੱਲ ਸਾਹਿਬ ਇਹ ਮਸਲਾ ਅਦਾਲਤ ਦੇ ਵਿੱਚ ਗਿਆ। ਹੇਠਲੀ ਅਦਾਲਤ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਬਰੀ ਹੋ ਗਏ ਸੀ ਪਰ ਮਸਲਾ ਹਾਈ ਕੋਰਟ ਗਿਆ। ਹਾਈ ਕੋਰਟ ਨੇ 3 ਸਾਲ ਦੀ ਸਜ਼ਾ ਨਵਜੋਤ ਸਿੰਘ ਸਿੱਧੂ ਨੂੰ ਸੁਣਾਈ। ਉਸ ਤੋਂ ਬਾਅਦ ਮਸਲਾ ਸੁਪਰੀਮ ਕੋਰਟ ਪਹੁੰਚਿਆ ਸੀ ਔਰ ਜਦੋਂ ਸੁਪਰੀਮ ਕੋਰਟ ਗਿਆ ਸੀ ਤਾਂ ਨਵਜੋਤ ਸਿੰਘ ਸਿੱਧੂ ਦੇ ਕੇਸ ਦੀ ਪੈਰਵਾਈ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੇ ਬਹੁਤ ਵੱਡੇ ਲੀਡਰ ਰਹੇ ਨੇ ਉਹਨਾਂ ਨੇ ਕੀਤੀ। ਜਿਹੜੇ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਹੈ ਜਿਹੜੀ ਉਹ ਹਾਰੇ ਸੀ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਜਿਹੜਾ ਇਸ ਕੇਸ ਦੇ ਵਿੱਚ ਰਾਹਤ ਮਿਲੀ ਸੀ। ਸੁਪਰੀਮ ਕੋਰਟ ਨੇ ਮਹਿਜ਼ 1000 ਰੁਪਏ ਦਾ ਜੁਰਮਾਨਾ ਲਾ ਕੇ ਨਵਜੋਤ ਸਿੰਘ ਸਿੱਧੂ ਨੂੰ ਛੱਡ ਦਿੱਤਾ ਸੀ। ਤਾਂ ਬਾਅਦ ਦੇ ਵਿੱਚ ਮਸਲਾ ਪਿਛਲੇ ਸਮੇਂ ਦੇ ਵਿੱਚ ਫਿਰ ਸੁਪਰੀਮ ਕੋਰਟ ਗਿਆ ਔਰ ਸੁਪਰੀਮ ਕੋਰਟ ਨੇ ਸਾਲ 2018 ਦਾ ਜਿਹੜਾ ਫੈਸਲਾ ਸੀ ਉਹਦੇ ਤੇ ਪੁਨਰ ਵਿਚਾਰ ਅਰਜੀ ਜਿਹੜੀ ਦਾਇਰ ਕੀਤੀ ਹੋਈ ਸੀ ਉਹਨੂੰ ਐਕਸੈਪਟ ਕੀਤਾ ਔਰ ਸੁਪਰੀਮ ਕੋਰਟ ਨੇ 2018 ਦਾ ਆਪਣਾ ਹੀ ਫੈਸਲਾ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਉੱਤੇ ਲੱਗੇ ਗੈਰ ਇਰਾਦਤਨ ਕਤਲ ਦੇ ਇਲਜ਼ਾਮ ਨੂੰ ਖਾਰਜ ਕਰ ਦਿੱਤਾ ਸੀ। 3 ਸਾਲ ਦੀ ਸਜ਼ਾ ਨੂੰ ਬਦਲਦੇ ਹੋਏ 1000 ਜੁਰਮਾਨਾ ਲਾਇਆ ਸੀ, ਉਹ ਬਦਲ ਦਿੱਤਾ ਔਰ ਅਦਾਲਤ ਨੇ ਅੱਜ ਨਵਜੋਤ ਸਿੰਘ ਸਿੱਧੂ ਨੂੰ 1 ਸਾਲ ਦੀ ਸਜ਼ਾ ਗੀ ਜਿਹੜੀ ਉਹ ਸੁਣਾ ਦਿੱਤੀ ਆ ਔਰ ਨਵਜੋਤ ਸਿੰਘ ਸਿੱਧੂ ਨੂੰ ਗਿੱਲ ਸਾਹਿਬ ਸਰੈਂਡਰ ਕਰਨਾ ਪਊਗਾ
ਔਰ ਜਿਹੜਾ ਜੱਜਮੈਂਟ ਅਦਾਲਤ ਦੀ ਉਹ 'ਚ ਟਾਈਮ ਪੀਰੀਅਡ ਨਹੀਂ ਲਿਖਿਆ ਹੋਇਆ, ਟਾਈਮ ਬਾਉਂਡ ਨਹੀਂ ਕੀਤਾ ਹੋਇਆ। ਮੋਸਟਲੀ ਕੇਸਾਂ ਦੇ ਵਿੱਚ ਕੀ ਹੁੰਦਾ, ਅਦਾਲਤ ਇਹ ਕਹਿੰਦੇ ਆ ਕਿ 1 ਹਫ਼ਤੇ ਦੇ ਵਿੱਚ ਕਈ ਕੇਸਾਂ 'ਚ 10 ਦਿਨ, ਕਈ ਕੇਸਾਂ 'ਚ 5 ਦਿਨ, ਯਾਨੀ ਅਦਾਲਤ ਤੇ ਨਿਰਭਰ ਕਰਦਾ ਗਾ ਵੀ ਇੰਨੇ ਦਿਨ 'ਚ ਤੁਸੀਂ ਜਿਹੜਾ ਗਾ ਉਹ ਜੇਲ੍ਹ ਚਲੇ ਜਾਓ। ਲੇਕਿਨ ਇਸ ਕੇਸ ਦੇ ਵਿੱਚ ਕੁਝ ਨਹੀਂ ਲਿਖਿਆ, ਜਿਹਦੇ ਚੋਂ ਲੱਗਦਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਟਵੀਟ ਵੀ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਕਿ ਮੈਂ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਆ ਜਿਹੜਾ ਉਹ ਕਰੂੰਗਾ। ਤਾਂ ਨਵਜੋਤ ਸਿੰਘ ਸਿੱਧੂ ਕਦੇ ਵੀ ਜਿਹੜਾ ਉਹ ਜੇਲ੍ਹ ਜਾ ਸਕਦੇ ਨੇ, ਕਦੇ ਵੀ ਸਰੈਂਡਰ ਕਰ ਸਕਦੇ ਨੇ। ਔਰ ਇਹਦੇ 'ਚ ਹੁਣ ਨਵਜੋਤ ਸਿੰਘ ਸਿੱਧੂ ਕੋਲੇ ਗਿੱਲ ਸਾਹਿਬ 2-3 ਰਾਹ ਬਚਦੇ ਨੇ। ਪਹਿਲਾ ਰਾਹ ਇਹ ਕਿ ਉਹ ਜੇਲ੍ਹ ਜਾਣ ਔਰ ਜੇਲ੍ਹ ਜਾ ਕੇ ਆਪਣੀ ਸਜ਼ਾ ਜਿਹੜੀ ਉਹ ਜੇਲ੍ਹ ਦੇ ਵਿੱਚ ਭੁਗਤਣ। ਦੂਸਰਾ ਜਿਹੜਾ ਉਹਨਾਂ ਕੋਲੇ ਬਚਦਾ ਰਾਹ ਗਾ ਕਿ ਉਹ ਸਜ਼ਾ ਦੇ ਮੁੱਦੇ ਦੇ ਉੱਤੇ ਆਪਣੀ ਜਿਹੜੀ ਹੈਗੀ ਉਹ ਦੁਬਾਰੇ ਫੇਰ ਰਿਵਿਊ ਪਟੀਸ਼ਨ ਪਾਉਣ। ਇਹਦਾ ਉਹਨਾਂ ਕੋਲ ਇੱਕ ਜਿਹੜਾ ਨਵਜੋਤ ਸਿੰਘ ਸਿੱਧੂ ਕੋਲੇ ਆਧਾਰ ਜਿਹੜਾ ਉਹ ਬਚਦਾ ਗਾ, ਜਿਹੜਾ 5 ਜੱਜ ਸਾਹਿਬ ਫਿਰ ਫੈਸਲਾ ਗਾ ਜਿਹੜਾ ਉਹ ਕਰਨਗੇ। ਔਰ ਉਹ ਨਵਜੋਤ ਸਿੰਘ ਸਿੱਧੂ ਮੈਨੂੰ ਲੱਗਦਾ ਗਾ ਰਾਹਤ ਆ ਜਿਹੜੀ ਲੈਣ ਦੀ ਕੋਸ਼ਿਸ਼ ਕਰਨਗੇ, ਸੁਪਰੀਮ ਕੋਰਟ ਦਾ ਦਰ ਖੜਕਾਉਣਗੇ ਆਪਣੇ ਵਕੀਲਾਂ ਰਾਹੀਂ। ਪਰ ਉਦੋਂ ਪਹਿਲਾਂ ਹੋ ਸਕਦਾ ਗਾ ਕਿ ਨਵਜੋਤ ਸਿੰਘ ਸਿੱਧੂ ਆ ਜਿਹੜਾ ਉਹ ਜੇਲ੍ਹ ਚਲੇ ਜਾਣ, ਕਿਉਂਕਿ ਉਹਦੇ ਨਾਲ ਕੇਸ ਹੈਗਾ ਜਿਹੜਾ ਉਹ ਹੋਰ ਜ਼ਿਆਦਾ ਸਟਰੋਂਗ ਬਣਦਾ ਗਾ। ਜੀ ਗਿੱਲ ਸਾਹਿਬ। ਸੋ ਆਪਣੇ ਸੁਨੀਲ ਜਾਖੜ ਨਹੀਂ ਬੀਜੇਪੀ 'ਚ ਜਾ ਵੜੇ ਜੀ ਫਿਰ? ਜੀ ਸੁਨੀਲ ਜਾਖੜ ਬਹੁਤ ਵੱਡੇ ਕਾਂਗਰਸੀ ਲੀਡਰ, ਕਾਂਗਰਸ ਦੇ ਪ੍ਰਧਾਨ ਰਹੇ ਔਰ ਉਹ ਅੱਜ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਏ। 50 ਸਾਲ ਹੋ ਗਏ ਜੀ ਕਹਿੰਦੇ ਉਹਨਾਂ ਦੇ ਪਰਿਵਾਰ ਨੂੰ ਕਾਂਗਰਸ ਪਾਰਟੀ ਦੇ ਨਾਲ ਜੁੜਿਆ। ਸੁਨੀਲ ਜਾਖੜ ਨੇ ਖੁਦ 3 ਦਹਾਕੇ ਤੋਂ ਜ਼ਿਆਦਾ ਸਮਾਂ ਜਿਹੜਾ ਸਿਆਸਤ ਕੀਤੀ ਔਰ 3 ਦਹਾਕੇ ਕਾਂਗਰਸ ਦੇ ਜਿਹੜੇ ਲੀਡਰ ਉਹ ਬਣੇ ਰਹੇ। ਔਰ ਅੱਜ ਉਹਨਾਂ ਦਾ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਹੈਗਾ ਜਿਹੜਾ ਟੁੱਟ ਗਿਆ ਕਿਉਂਕਿ ਬੀਜੇਪੀ ਜੁਆਇਨ ਕਰ ਗਏ। ਦਰਅਸਲ ਹੋਇਆ ਇਹ ਸੀ ਕਿ ਪਿਛਲੇ ਦਿਨੀ ਸੁਨੀਲ ਜਾਖੜ ਕਾਂਗਰਸ ਦੇ ਪ੍ਰਧਾਨ ਸੀ, ਉਹਨਾਂ ਤੋਂ ਪਹਿਲਾਂ ਪ੍ਰਧਾਨਗੀ ਦਾ ਉਹਦਾ ਲੈ ਕੇ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਗਿਆ, ਉਹਨਾਂ ਨੇ ਐਕਸੈਪਟ ਕਰ ਲਿਆ। ਲੇਕਿਨ ਜਦੋਂ ਚੀਫ ਮਿਨਿਸਟਰ ਚਰਨਜੀਤ ਚੰਨੀ ਨੂੰ ਬਣਾਇਆ ਤਾਂ ਸੁਨੀਲ ਜਾਖੜ ਇਸ ਗੱਲ ਤੋਂ ਖਾਰ ਖਾ ਗਏ। ਉਹ ਅੰਬਿਕਾ ਸੋਨੀ ਦੇ ਤੇ ਬਹੁਤ ਔਖੇ ਸੀ ਕਿ ਅੰਬਿਕਾ ਸੋਨੀ ਨੇ ਮੈਨੂੰ ਚੀਫ ਮਿਨਿਸਟਰ ਨਹੀਂ ਬਣ ਦਿੱਤਾ। ਉਹ ਗੱਲ ਗਿੱਲ ਸਾਹਿਬ ਦਿਲ ਤੇ ਲਾ ਗਏ ਵੀ ਮੁੱਖ ਮੰਤਰੀ ਦੀ ਕੁਰਸੀ ਮਿਲਦੀ ਮੇਰੇ ਕੋਲੋਂ ਨਿਕਲ ਗਈ। ਔਰ ਉਸ ਤੋਂ ਬਾਅਦ ਉਹਨਾਂ ਦਾ ਗੁੱਸਾ ਲਗਾਤਾਰ ਕਾਂਗਰਸ ਹਾਈ ਕਮਾਂਡ ਪ੍ਰਤੀ ਵੱਧਦਾ ਗਿਆ ਤੇ ਅੱਜ ਉਹਨਾਂ ਨੇ ਜਿਹੜਾ ਭਾਰਤੀ ਜਨਤਾ ਪਾਰਟੀ ਉਹ ਜੁਆਇਨ ਕੀਤੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਵੀ ਵੈਸੇ ਉਹਨਾਂ ਦੇ ਬਹੁਤ ਨੇੜਲੇ ਸੰਬੰਧ ਨੇ ਜਿਹੜੇ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਇੱਕ ਅਲੱਗ ਪਾਰਟੀ ਬਣਾ ਕੇ ਬੀਜੇਪੀ ਨਾਲ ਅਲਾਇੰਸ ਕਰ ਗਏ ਸੀ ਤੇ ਅੱਜ ਸੁਨੀਲ ਕੁਮਾਰ ਜਾਖੜ ਨੇ ਜਿਹੜਾ ਉਹ ਬੀਜੇਪੀ ਜੁਆਇਨ ਕੀਤੀ ਆ। ਬੀਜੇਪੀ ਦੇ ਵਿੱਚ ਸੁਨੀਲ ਜਾਖੜ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋ ਸਕਦਾ ਉਹਨੂੰ ਪੰਜਾਬ ਦਾ ਪ੍ਰਧਾਨ ਬਣਾ ਸਕਦੇ ਨੇ ਬੀਜੇਪੀ ਦਾ, ਕਿਉਂਕਿ ਬੀਜੇਪੀ ਕੋਲ ਕੋਈ ਵੱਡਾ ਲੀਡਰ ਉਸ ਰੂਪ ਦਾ ਪੰਜਾਬ ਦੇ ਵਿੱਚ ਹੈ ਨਹੀਂਗਾ। ਜਾਂ ਕੋਈ ਰਾਜ ਸਭਾ ਮੈਂਬਰੀ ਹੋ ਸਕਦੀ ਆ, ਕੋਈ ਰਾਜਪਾਲ ਹੋ ਸਕਦਾ, ਇਸ ਤਰ੍ਹਾਂ ਦੀਆਂ ਗੱਲਾਂ ਹੋ ਸਕਦੀਆਂ। ਪਰ ਕਾਂਗਰਸ 'ਚ ਇੱਕ ਲਾਈਨ ਲੱਗ ਰਹੀ ਆ ਵੱਡੀ ਜਿਹੜੀ ਲਗਾਤਾਰ ਬੀਜੇਪੀ ਜੁਆਇਨ ਕਰਨ ਵਾਲੇ ਪਾਸੇ ਨੂੰ ਵੱਧ ਰਹੀ ਆ। ਕਾਂਗਰਸ ਆ ਜਿਹੜੀ ਉਹ ਆਪਣੀ ਪੀੜ੍ਹੀ ਹੇਠਾਂ ਸੋਟਾਂ ਨਹੀਂ ਫੇਰ ਰਹੀ, ਉਹਦੇ ਵੱਡੇ ਲੀਡਰ ਕਾਂਗਰਸ ਨੂੰ ਛੱਡ ਕੇ ਜਾ ਰਹੇ ਨੇ। ਬੀਤੀ ਕੱਲ੍ਹ ਹੀ ਕਾਂਗਰਸ ਦਾ ਗੁਜਰਾਤ ਦਾ ਜਿਹੜਾ ਕਾਰਜਕਾਰੀ ਪ੍ਰਧਾਨ ਹੈ ਪਟੇਲ, ਉਹ ਜਿਹੜਾ ਕਾਂਗਰਸ ਛੱਡ ਗਿਆ, ਹਾਰਦਿਕ ਪਟੇਲ, ਔਰ ਉਹ ਕਾਂਗਰਸ ਨੂੰ ਗੁਜਰਾਤ 'ਚ ਵੱਡਾ ਝਟਕਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੇ ਵਿੱਚ ਕਾਂਗਰਸ ਛੱਡ ਰਹੇ ਨੇ ਲੋਕ। ਜੀ ਭਗਵੰਤ ਮਾਨ ਹੋਣੀ ਅਮਿਤ ਸ਼ਾਹ ਨੂੰ ਮਿਲਿਆ ਜੀ? ਜੀ ਗਿੱਲ ਸਾਹਿਬ, ਅੱਜ ਭਗਵੰਤ ਮਾਨ ਹੋਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਆ। ਉਹਦੇ 'ਚ ਭਗਵੰਤ ਮਾਨ ਹੋਰਾਂ ਨੇ ਕਈ ਮਸਲੇ ਨੇ ਜਿਹੜੇ ਉਠਾਏ ਨੇ। ਇੱਕ ਤਾਂ ਕੱਲ੍ਹ ਜਿਹੜੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਈ ਸੀ, ਉਹ 'ਚ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਮੰਗਾਂ ਉਠਾਈਆਂ ਸੀ ਉਹਨਾਂ 'ਚ ਕੁਝ ਪੈਂਡਿੰਗ ਸੀ ਜਿਹੜੀਆਂ ਭਗਵੰਤ ਮਾਨ ਆਪਣੇ ਪੱਧਰ ਦੇ ਉੱਤੇ ਨਹੀਂ ਫੈਸਲਾ ਲੈ ਸਕਦੇ ਸੀ। ਉਹਦੇ ਸੰਬੰਧੀ ਭਗਵੰਤ ਮਾਨ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਹਾਗਾ ਕਿ ਬਾਸਮਤੀ ਦੇ ਉੱਤੇ MSP ਜਿਹੜੀ ਆ ਉਹ ਸਰਕਾਰ ਦੇਵੇ, ਪੰਜਾਬ ਦੇ ਪਾਣੀ ਨੂੰ ਮੁੱਖ ਰੱਖਦਿਆਂ ਹੋਇਆਂ ਉਹਦਾ ਹੱਲ ਕੱਢਣ ਦਾ ਮਸਲਾ ਗਾ ਜਿਹੜਾ ਭਗਵੰਤ ਮਾਨ ਹੋਰਾਂ ਨੇ ਉਠਾਇਆ ਗਾ। ਇਸ ਤੋਂ ਇਲਾਵਾ ਕਣਕ ਦਾ ਦਾਣਾ ਗਾ ਜਿਹੜਾ ਉਹ ਕੁਦਰਤੀ ਕਰੋਪੀ ਕਰਕੇ ਵੇਚਿਆ, ਉਹਦੇ ਤੇ 500 ਰੁਪਇਆ ਪ੍ਰਤੀ ਕੁਆਂਟਲ ਦਾ ਬੋਨਸ ਆ ਜਿਹੜਾ ਉਹ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਭਗਵੰਤ ਮਾਨ ਹੋਰਾਂ ਅੱਗੇ ਮੰਗ ਰੱਖੀ। ਭਗਵੰਤ ਮਾਨ ਹੋਰਾਂ ਨੇ ਅੱਜ ਉਹੀ ਮੰਗ ਆ ਜਿਹੜੀ ਅਮਿਤ ਸ਼ਾਹ ਹੋਰਾਂ ਦੇ ਅੱਗੇ ਰੱਖੀ ਕਿ ਘੱਟ ਝਾੜ ਨਿਕਲਣ ਦੇ ਬਾਵਜੂਦ ਕਣਕ ਦਾ 500 ਰੁਪਏ ਪ੍ਰਤੀ ਕੁਆਂਟਲ ਦਾ ਮੁਆਵਜ਼ਾ ਜਿਹੜਾ ਗਾ ਉਹ ਕਿਸਾਨਾਂ ਨੂੰ ਦਿੱਤਾ ਜਾਵੇ। ਇਸ ਤੋਂ ਇਲਾਵਾ ਭਗਵੰਤ ਮਾਨ ਹੋਰਾਂ ਨੇ BBMB ਦਾ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਉਹਦੇ 'ਚ ਪੰਜਾਬ ਦੀ ਨੁਮਾਇੰਦਗੀ ਖਤਮ ਕੀਤੀ ਗਈ ਹੈ, ਉਹਦਾ ਮਸਲਾ ਅਮਿਤ ਸ਼ਾਹ ਕੋਲ ਉਠਾਇਆ ਗਾ ਕਿ ਹਰ ਪੰਜਾਬੀ ਦੀ ਮਾਨਸਿਕਤਾ ਨੂੰ ਠੇਸ ਪਹੁੰਚੀ ਹੈ ਔਰ ਸੰਘੀ ਢਾਂਚੇ ਨੂੰ ਢਾਹ ਲੱਗੀ ਹੈ, ਇਸ ਕਰਕੇ ਵਾਪਸ ਲਾਓ। ਇਸ ਤੋਂ ਇਲਾਵਾ ਗਿੱਲ ਸਾਹਿਬ ਜਿਹੜਾ ਪੰਜਾਬ ਦੀ ਅਮਨ ਸ਼ਾਂਤੀ ਦੀ ਗੱਲ ਭਗਵੰਤ ਮਾਨ ਹੋਰਾਂ ਨੇ ਕੀਤੀ ਆ। 10 ਟੁਕੜੀਆਂ ਆਪਾਂ ਕੱਲ੍ਹ ਜ਼ਿਕਰ ਕੀਤਾ ਸੀ ਪੈਰਾਮਿਲਟਰੀ ਫੋਰਸ ਦੀਆਂ, ਪਹਿਲਾਂ ਮਨਜ਼ੂਰ ਹੋ ਗਈਆਂ। 10 ਅੱਜ ਭਗਵੰਤ ਮਾਨ ਹੋਰਾਂ ਨੇ ਹੋਰ ਮੰਗ ਲਈਆਂ ਵੀ ਪੰਜਾਬ ਦੇ ਵਿੱਚ 10 ਕੰਪਨੀਆਂ ਜਿਹੜੀਆਂ 10 ਟੁਕੜੀਆਂ ਪੈਰਾਮਿਲਟਰੀ ਫੋਰਸ ਦੀਆਂ ਹੋਰ ਭੇਜੋ।
ਉਹਦੇ ਤੇ ਉਹਨਾਂ ਨੇ ਉਹ ਤਾਂ ਭਾਲਦੇ ਹੀ ਨੇ, ਉਹਨਾਂ ਨੇ ਕਹਿਤਾ ਵੀ ਠੀਕ ਹੈ ਜੀ ਆ ਜਾਣਗੀਆਂ। ਤੋ 10 ਕੰਪਨੀਆਂ ਹੋਰ ਆ ਰਹੀਆਂ ਨੇ ਜੀ ਪੈਰਾਮਿਲਟਰੀ ਫੋਰਸ ਦੀਆਂ ਜੀ। ਸਥਾਨਕ ਖਬਰਾਂ ਸੁਣਾ ਕੇ ਜੀ ਦੁਬਾਰਾ ਅੱਗੇ ਚੱਲਦੇ ਹਾਂ। ਬੰਦੀ ਸਿੰਘਾਂ ਦੀ ਰਿਹਾਈ ਵਾਲੀ ਖਬਰ। ਸਰ ਨਵਕਿਰਨ ਸਿੰਘ ਜੀ, ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਕਮੇਟੀ ਗਠਨ ਹੋਈ ਹੈ ਜੀ, ਉਹਦੇ ਬਾਰੇ ਕੀ ਖਬਰ ਹੈ? ਜੀ ਗਿੱਲ ਸਾਹਿਬ, ਦੇਖੋ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੀ ਕਮੇਟੀ ਗਠਿਤ ਹੋਈ, ਆਪਾਂ ਜ਼ਿਕਰ ਕੀਤਾ ਸੀ, ਉਹ 9 ਮੈਂਬਰੀ ਕਮੇਟੀ ਗਠਿਤ ਹੋਈ ਸੀ ਜੀ ਪਹਿਲਾਂ। ਉਹਦੇ 'ਚ 2 ਮੈਂਬਰ ਨੇ ਜਿਹੜੇ ਹੋਰ ਗਠਿਤ ਕਰ ਲਏ ਗਏ ਸੀ, 2 ਮੈਂਬਰ ਹੋਰ ਸ਼ਾਮਲ ਕਰ ਲਏ ਗਏ ਸੀ। 11 ਮੈਂਬਰੀ ਜਿਹੜੀ ਕਮੇਟੀ ਆ ਉਹ ਬਣਾਈ ਗਈ। ਅੱਜ 11 ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਆ, ਔਰ ਜਿਹੜੀ ਇਹ ਮੀਟਿੰਗ ਹੋਈ ਆ ਗਿੱਲ ਸਾਹਿਬ, ਪਹਿਲੀ ਮੀਟਿੰਗ ਹੈਗੀ, ਔਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਮੀਟਿੰਗ ਹੋਈ ਆ। ਇਸ ਮੀਟਿੰਗ ਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਪਹੁੰਚੇ। ਨਿਹੰਗ ਸਿੰਘਾਂ ਦੇ ਵੱਲੋਂ ਤਰਨਾਂਦਰ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ ਪਹੁੰਚੇ। SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹੁੰਚੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਉਹਨਾਂ ਦੀ ਤਰਫੋਂ ਉਹਨਾਂ ਦੀ ਪਾਰਟੀ ਦੇ ਸੀਨੀਅਰ ਲੀਡਰ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਉਹ ਪਹੁੰਚੇ। ਉੱਘੇ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਪਹੁੰਚੇ। ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਹਰਮੀਤ ਸਿੰਘ ਕਾਲਕਾ, ਉਹ ਪਹੁੰਚੇ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਜਿਹੜੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਅਵਤਾਰ ਸਿੰਘ ਹੈਸਰ, ਤੇ ਤਖ਼ਤ ਸ੍ਰੀ ਹਜੂਰ ਸਾਹਿਬ ਨਦੇੜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਮਨਹਾਸ ਦੀ ਥਾਂ ਦੇ ਉੱਤੇ ਉਹਨਾਂ ਵੱਲੋਂ ਸਰਦਾਰ ਪਰਮਜੀਤ ਸਿੰਘ ਚਾਹਲ ਇਹ ਪਹੁੰਚੇ। ਔਰ ਇਹ ਇਕੱਤਰਤਾ ਦੇ ਵਿੱਚ ਗਿੱਲ ਸਾਹਿਬ ਕੁਝ ਫੈਸਲੇ ਲਏ ਗਏ। ਪਹਿਲਾ ਫੈਸਲਾ ਇਹ ਲਿਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਨੂੰ ਜਿਹੜੀ ਮੁਲਾਕਾਤ ਕੀਤੀ ਜਾਊਗੀ, 15 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਮਿਲਿਆ ਜਾਊ ਔਰ ਮਿਲ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੰਗ ਕੀਤੀ ਜਾਊਗੀ। ਇਹਦੇ ਨਾਲ ਹੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਲਈ ਦਿੱਲੀ ਸਰਕਾਰ ਨੂੰ ਮਿਲਿਆ ਜਾਊਗਾ, ਔਰ ਭਾਈ ਗੁਰਦੀਪ ਸਿੰਘ ਖਹਿੜਾ ਦੀ ਰਿਹਾਈ ਦੇ ਲਈ ਜਿਹੜਾ ਗਾ ਉਹ ਕਰਨਾਟਕਾ ਦੇ ਚੀਫ ਮਿਨਿਸਟਰ ਨੂੰ ਮਿਲਿਆ ਜਾਊਗਾ, ਕਿਉਂਕਿ ਉਹ ਕਰਨਾਟਕਾ ਸਰਕਾਰ ਦੇ ਅੰਡਰ ਆਉਂਦੇ ਨੇ। ਇਸ ਤੋਂ ਇਲਾਵਾ ਇਸ ਕਮੇਟੀ ਦੇ ਵੱਲੋਂ ਗਿੱਲ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੁਹਿੰਮ ਨੂੰ ਜਿਹੜਾ ਗਾ ਉਹ ਹੋਰ ਵੱਡੀ ਪੱਧਰ ਦੇ ਉੱਤੇ ਉਠਾਇਆ ਜਾਊਗਾ। ਔਰ ਉਧਰੋਂ ਰਾਜੀਵ ਗਾਂਧੀ ਹੱਤਿਆ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਪਿਰਾਰੀ ਵੱਲ ਦੀ ਰਿਹਾਈ ਤੋਂ ਬਾਅਦ ਇਹ ਮੰਗ ਹੈ ਜਿਹੜੀ ਹੋਰ ਵੀ ਵੱਧ ਮੰਗ ਕੀਤੀ ਜਾ ਰਹੀ ਹੈ ਕਿ ਜੇ ਰਾਜੀਵ ਗਾਂਧੀ ਹੱਤਿਆ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਸਜ਼ਾ ਪੂਰੀ ਕਰ ਚੁੱਕੇ ਕੈਦੀ ਰਿਹਾ ਕੀਤੇ ਜਾ ਸਕਦੇ ਨੇ, ਤਾਂ ਬੰਦੀ ਸਿੰਘ ਵੀ ਜਿਹੜੇ ਰਿਹਾ ਕਰਨੇ ਬਣਦੇ ਨੇ ਜੀ ਗਿੱਲ ਸਾਹਿਬ। ਅੱਛਾ, ਫਰੀਦਕੋਟ ਦੇ ਵਿੱਚ ਜਿਹੜੇ ਫਿਰ ਤਸਕਰ ਆਉਂਦੇ ਸੀ ਨਸ਼ੇ ਵਾਲੇ, ਉਹਦੇ ਖਿਲਾਫ ਇਸਤਰੀਆਂ ਨੇ ਡਾਂਗਾ ਚੱਕ ਲੀਆਂ ਜੀ। ਜੀ ਗਿੱਲ ਸਾਹਿਬ, ਦੇਖੋ ਇਹ ਬੜਾ ਵਧੀਆ ਗੱਲ ਹੋਈ ਹੈਗੀ, ਔਰ ਇਹ ਮਸਲਾ ਹੀ ਤਾਂ ਹੱਲ ਹੋਊਗਾ ਜੇ ਔਰਤਾਂ ਖੁਦ ਮੈਦਾਨ ਦੇ ਵਿੱਚ ਆਉਣਗੀਆਂ। ਦਰਅਸਲ ਫਰੀਦਕੋਟ ਦੀਆਂ ਕੁਝ ਗਰੀਬ ਬਸਤੀਆਂ ਨੇ, ਉੱਥੇ ਲਗਾਤਾਰ ਚਿੱਟਾ ਵਿਕ ਰਿਹਾ, ਲਗਾਤਾਰ ਨਸ਼ਾ ਪਹੁੰਚ ਰਿਹਾ, ਨੌਜਵਾਨ ਮੁੰਡੇ ਟੀਕੇ ਲਾ ਮਰ ਰਹੇ ਨੇ। ਔਰ ਹੁਣ ਉੱਥੋਂ ਦੀ ਕਲੋਨੀ ਦੀਆਂ ਔਰਤਾਂ ਨੇ ਜਿਹੜਾ ਕਮੇਟੀ ਬਣਾ ਲਈ, ਪਹਿਰੇ ਲਾ ਲਈ, ਜਿਵੇਂ ਪਿੰਡਾਂ 'ਚ ਪਹਿਰੇ ਲੱਗਦੇ ਹੁੰਦੇ, ਉਹ ਪਹਿਰੇ ਲਾ ਕੇ ਡਾਂਗਾਂ ਦੇ ਨਾਲ ਕਲੋਨੀ ਦੇ ਵਿੱਚ ਆਪ ਪਹਿਰਾ ਦੇਣ ਲੱਗ ਗਈਆਂ। ਦੂਜੀ ਗੱਲ ਇਹ ਗਿੱਲ ਸਾਹਿਬ ਉਹਨਾਂ ਨੇ ਵਧੀਆ ਇਹ ਕੀਤੀ ਕਿ ਔਰਤਾਂ ਨੇ ਸ਼ਰੇਆਮ ਲਿਸਟ ਬਣਾ ਲਈ ਵੀ ਕਿਹੜੇ ਪੁਲਿਸ ਵਾਲੇ ਆਉਂਦੇ ਨੇ ਸਾਡੇ ਇੱਥੇ ਕਲੋਨੀਆਂ 'ਚ, ਕਿਹੜੇ ਨਸ਼ਾ ਬਕਿਆਉਂਦੇ ਨੇ। ਉਹਨਾਂ ਨੇ ਉਹ ਲਿਸਟ ਆ ਜਿਹੜੀ ਕਾਪੀ ਆ ਉਹਦੀ, ਉਹ ਫਰੀਦਕੋਟ ਦੇ MLA ਨੇ ਗੁਰਦਿੱਤ ਸਿੰਘ ਸੇਖੋਂ ਨੂੰ ਦੇਤੀ ਵੀ ਆਹ ਚੱਕੋ ਸੇਖੋਂ ਸਾਹਿਬ, ਆਹ ਪੁਲਿਸ ਵਾਲੇ ਜਿਹੜੇ ਨਸ਼ਾ ਬਕਿਆਉਂਦੇ ਨੇ। ਔਰ ਗੁਰਦਿੱਤ ਸਿੰਘ ਸੇਖੋਂ ਨੇ ਉਸ ਤੋਂ ਬਾਅਦ ਸੀਨੀਅਰ ਪੁਲਿਸ ਅਫਸਰਾਂ ਨੂੰ ਕਿਹਾ, DGP ਪੰਜਾਬ ਦੇ ਨਾਲ ਉਹ ਕਹਿੰਦੇ ਮੁਲਾਕਾਤ ਕਰੂੰਗਾ ਮੈਂ, ਔਰ ਉਸ ਤੋਂ ਬਾਅਦ ਉਹ ਕਹਿੰਦੇ ਇਹ ਸਾਰੇ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਹੋਈ। ਦੂਜੀ ਕਾਪੀ ਹੈ ਜਿਹੜੀ ਉਹ SP ਨੂੰ ਦੇਤੀ, SP ਨੇ ਇਨਕੁਆਇਰੀ ਖੋਲਤੀ ਉਹਨਾਂ ਪੁਲਿਸ ਵਾਲਿਆਂ ਦੇ ਖਿਲਾਫ। ਸੋ ਅਸਲ ਦੇ ਵਿੱਚ ਮਸਲੇ ਦੀ ਜੜ ਕੀ ਆ? ਮਸਲੇ ਦੀ ਜੜ ਇਹ ਹੈ ਕਿ ਬਹੁਤ ਸਾਰੇ ਪੁਲਿਸ ਵਾਲੇ ਰਲੇ ਹੋਏ ਨੇ, ਜਿਹਦੇ ਕਰਕੇ ਨਸ਼ਾ ਵਿਕ ਰਿਹਾ। ਔਰਤਾਂ ਨੇ ਚੰਗਾ ਸਿੱਧਤ ਕੀਤਾ, ਜੇ ਔਰਤਾਂ ਖੁਦ ਮੈਦਾਨ 'ਚ ਆਉਣਗੀਆਂ, ਜੇ ਅਸੀਂ ਇਹ ਸੋਚੀ ਜਾਵਾਂਗੇ ਸਰਕਾਰਾਂ ਬੰਦ ਕਰਨੀਆਂ, ਫਿਰ ਅਸੀਂ ਹੱਥਾਂ ਤੇ ਹੱਥ ਧਰ ਕੇ ਬੈਠੇ ਰਹਾਂਗੇ ਜਾਂ ਪੁਲਿਸ ਕਣੀ ਝਾਕੀ ਜਾਵਾਂਗੇ। ਸੋ ਇਹ ਵਧੀਆ ਮਸਲਾ, ਔਰਤਾਂ ਖੁਦ ਮੈਦਾਨ ਦੇ ਵਿੱਚ ਨਿੱਤਰੀਆਂ ਨੇ ਜੀ ਗਿੱਲ ਸਾਹਿਬ। ਅੱਛਾ ਜੀ, ਕਿੱਥੇ ਡਿਸਪੈਂਸਰੀ ਦੀ ਜ਼ਮੀਨ ਛਡਾਉਣ ਲਈ ਸਰਪੰਚ ਤੇ MLA ਆਪ ਦਾ ਆਮਣੋ ਸਾਹਮਣੇ ਹੋਏ ਆ ਜੀ? ਸਰ ਇਹ ਮੋਗਾ ਜ਼ਿਲ੍ਹੇ ਦਾ ਮਸਲਾ ਹੈਗਾ। ਮੋਗਾ ਜ਼ਿਲ੍ਹੇ ਦੇ ਵਿੱਚ ਮੋਠਾਂ ਵਾਲੀ ਪਿੰਡ ਪੈਂਦਾ। ਮੋਠਾਂ ਵਾਲੀ ਪਿੰਡ ਦੇ ਸਰਪੰਚ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹਨੇ ਪਸ਼ੂ ਡਿਸਪੈਂਸਰੀ ਦੀ ਜਿਹੜੀ ਜ਼ਮੀਨ ਆ ਉਹ ਨੱਪੀ ਹੋਈ ਹੈ, ਔਰ ਉੱਥੇ ਤੂੜੀ ਪਾਈ ਹੋਈ ਹੈ। ਕਹਿੰਦੇ ਡਿਸਪੈਂਸਰੀ ਦੇ ਵਿੱਚ ਸਰਪੰਚ ਨੇ ਆਪਦੀ ਪਸ਼ੂਆਂ ਵਾਲੀ,
ਔਰ ਪਾਥੀਆਂ ਪੂਥੀਆਂ ਵੀ ਪੱਥ ਰਹੇ ਆ, ਔਰ ਉਹ ਸਰਪੰਚ ਸਾਹਿਬ ਕਬਜ਼ਾ ਨਹੀਂ ਛੱਡ ਰਹੇ ਸੀ। ਫਿਰ ਜਿਹੜੀ MLA ਹੈਗੀ ਅਮਨਦੀਪ ਕੌਰ ਅਰੋੜਾ, ਆਮ ਆਦਮੀ ਪਾਰਟੀ ਦੀ ਮੋਗੇ ਦੀ, ਉਹ ਖੁਦ ਜਾ ਪਹੁੰਚੇ ਉੱਥੇ, ਔਰ ਉਹਨਾਂ ਨੇ ਕਿਹਾ, ਵੀਡੀਓ ਬਣਾਉਣ ਲੱਗ ਗਏ ਉਹਨਾਂ ਦੇ ਨਾਲ ਦੇ, ਔਰ ਵੀਡੀਓ ਗੱਲ ਸਾਹਿਬ ਉਹ ਵਾਇਰਲ ਵੀ ਬਹੁਤ ਹੋ ਰਹੀ ਹੈ। ਉਹ 'ਚ ਸਰਪੰਚ ਸਾਹਿਬ ਨੂੰ MLA ਕਹਿ ਰਹੀ ਹੈ ਕਿ ਕਬਜ਼ਾ ਛੱਡ ਦਿਓ, ਕਹਿੰਦੇ ਪਹਿਲਾਂ ਤਾਂ ਵੀਡੀਓ ਬਣਾਉਣੀ ਬੰਦ ਕਰੋ, ਮੂਹਰੋਂ ਸਰਪੰਚ ਬੋਲ ਰਹੇ ਨੇ। ਫਿਰ ਉਹਨਾਂ ਨੇ ਸਰਪੰਚ ਨੇ ਜਿਹੜਾ MLA ਦੇ ਨਾਲ ਵੀ ਜਿਹੜਾ ਉਹ ਬਦਸਲੂਕੀ ਕੀਤੀ, ਜਿਸ ਤੋਂ ਬਾਅਦ ਮਸਲਾ ਭਖ ਗਿਆ। ਫਿਰ MLA ਦਾ ਸਰਪੰਚ ਦਾ ਮੁੰਡਾ ਵੀ ਹੈ ਜਿਹੜਾ ਉਹ MLA ਦੇ ਨਾਲ ਬਦਸਲੂਕੀ ਕਰਨ ਲੱਗਿਆ। ਉਸ ਤੋਂ ਬਾਅਦ ਮਸਲਾ ਇਹ ਹੈਗਾ ਕਿ ਹੁਣ ਸਰਪੰਚ ਦਾ ਮੁੰਡਾ ਤਾਂ ਜਿਹੜਾ ਫੜ ਕੇ ਥਾਣੇ ਬੰਦ ਕਰਤਾ, ਔਰ ਸਰਪੰਚ ਜਿਹੜਾ ਹੈਗਾ ਉਹ ਇਸ ਮਸਲੇ ਦੇ ਵਿੱਚ ਪਿੰਡ ਦੇ ਵਿੱਚੋਂ ਚਲਿਆ ਗਿਆ ਹੈਗਾ। BJP ਦੇ ਨਾਲ ਜੁੜਿਆ ਹੋਇਆ ਸਰਪੰਚ ਦੱਸਿਆ ਜਾ ਰਿਹਾ ਹੈਗਾ। ਸੋ ਇਹ ਵੀ ਬਹੁਤੇ ਪਿੰਡਾਂ ਦੇ ਵਿੱਚ ਗੱਲ ਸਾਹਿਬ ਮਸਲਾ ਹੈਗਾ ਜਿਹੜਾ ਉਹ ਭਖਿਆ ਹੋਇਆ ਹੈਗਾ। ਹੁਣ ਜਿਹੜੇ ਰੋਕੀ ਬੈਠੇ ਨੇ ਉਹ ਛੱਡ ਨਹੀਂ ਰਹੇ, ਔਰ ਦੂਸਰੇ ਪਾਸੇ ਜਿਹੜੀ ਮੁਹਿੰਮ ਚੱਲ ਰਹੀ ਹੈ ਉਹ ਮੁਹਿੰਮ ਦੇ ਵਿੱਚ ਛਡਾਉਣ ਦੀ ਜ਼ਮੀਨ ਕੋਸ਼ਿਸ਼ ਕੀਤੀ ਜਾ ਰਹੀ ਆ ਜੀ। ਆਖਰੀ ਇੱਕ ਖਬਰ ਜਿਹਦੇ ਤੇ ਬੜਾ ਸਰਕਾਰਾਂ ਵੱਲੋਂ ਨਾ ਜਿਹੜੀਆਂ ਰਿਆਇਤਾਂ ਦਿੱਤੀਆਂ ਜਾਂਦੀਆਂ, ਉਹ ਰਿਆਇਤਾਂ ਤੇ ਫਿਰ ਕੋਈ ਹੋਰ ਵੀ ਕਹਾਣੀ ਹੁੰਦੀ ਆ ਉਹਦੇ ਉੱਪਰ। ਸਰਕਾਰਾਂ ਤੋਂ ਉੱਪਰ ਫਿਰ ਅਦਾਲਤਾਂ ਵੀ ਨੇ। ਕੇਜਰੀਵਾਲ ਸਰਕਾਰ ਨੂੰ ਕਿਹੜੀ ਗੱਲ ਤੇ ਝਟਕਾ ਦਿੱਤਾ ਜੀ ਹਾਈ ਕੋਰਟ ਨੇ? ਸਾਹਿਬ ਹਾਈ ਕੋਰਟ ਨੇ ਜਿਹੜਾ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਝਟਕਾ ਦਿੱਤਾ, ਉਹ ਜਿਹੜੀ ਘਰ ਘਰ ਰਾਸ਼ਨ ਵੰਡਣ ਦੀ ਸਕੀਮ, ਹੋਮ ਡਿਲੀਵਰੀ, ਉਹਦੇ ਤੇ ਵੱਡਾ ਝਟਕਾ ਜਿਹੜਾ ਦਿੱਤਾ ਗਿਆ। ਕਿਉਂਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਸਕੀਮ ਲਿਆਂਦੀ ਸੀ ਕਿ ਅਸੀਂ ਰਾਸ਼ਨ ਘਰ ਘਰ ਵੰਡਾਂਗੇ, ਔਰ ਪੰਜਾਬ ਦੇ ਵਿੱਚ ਭਗਵੰਤ ਮਾਨ ਹੋਰਾਂ ਨੇ ਵੀ ਐਲਾਨ ਕਰਤਾ ਸੀ ਵੀ ਅਸੀਂ ਜਿਹੜੀ ਕਣਕ ਮਿਲਦੀ ਆ, ਕਣਕ ਦਾ ਆਟਾ ਬਣਾ ਕੇ ਘਰ ਘਰ ਪਹੁੰਚਾਵਾਂਗੇ, ਔਰ ਲੋਕਾਂ ਕੋਲੇ ਘਰ ਘਰ ਜਾਊਗਾ। ਇਹ ਮਸਲੇ ਨੂੰ ਹਾਈ ਕੋਰਟ ਦੇ ਵਿੱਚ ਲੈ ਗਏ। ਇੱਕ ਤਾਂ ਜਿਹੜੇ ਡੀਪੂ ਚਲਾ ਰਹੇ ਨੇ, ਡੀਪੂ ਸੰਚਾਲਕ, ਉਹ ਲੈ ਗਏ ਮਸਲੇ ਨੂੰ ਹਾਈ ਕੋਰਟ, ਔਰ ਹਾਈ ਕੋਰਟ ਨੇ ਇਸ ਮਸਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਝਟਕਾ ਦਿੱਤਾ ਗਾ, ਔਰ ਇਹ ਘਰ ਘਰ ਰਾਸ਼ਨ ਸਕੀਮ ਆ ਜਿਹੜੀ ਉਹ ਬੰਦ ਕਰ ਦਿੱਤੀ ਹੈ ਕਿ ਘਰ ਘਰ ਨਹੀਂ, ਪਹਿਲਾਂ ਵਾਂਗੂ ਡੀਪੂਆਂ ਦੇ ਉੱਤੇ ਚੱਲੂ। ਕੇਂਦਰ ਸਰਕਾਰ ਦੇ ਵੱਲੋਂ ਇਹ ਕਣਕ ਭੇਜੀ ਜਾਂਦੀ ਹੈ, ਹਾਈ ਕੋਰਟ ਦਾ ਕਹਿਣਾ ਗਾ, ਇਸ ਕਰਕੇ ਇਹ ਉਵੇਂ ਜਿਵੇਂ ਹੀ ਵੰਡੀ ਜਾਊ ਜਿਵੇਂ ਪਹਿਲਾਂ ਵੰਡੀ ਜਾਂਦੀ ਸੀ। ਸੋ ਇਹ ਪੰਜਾਬ ਸਰਕਾਰ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਕੀਮ ਨੂੰ ਲਾਗੂ ਕਰਨ ਜਾ ਰਹੀ ਸੀ, ਉਹਨੂੰ ਵੀ ਇੱਕ ਤਰੀਕੇ ਦੇ ਨਾਲ ਝਟਕਾ ਮੰਨਿਆ ਜਾ ਸਕਦਾ। ਤੇ ਅਰਵਿੰਦ ਕੇਜਰੀਵਾਲ ਹੋਰਾਂ ਦੀ ਸਰਕਾਰ ਨੂੰ ਤਾਂ ਘਰ ਘਰ ਰਾਸ਼ਨ ਸਕੀਮ ਦੇ ਉੱਤੇ ਹਾਈ ਕੋਰਟ ਨੇ ਜਿਹੜਾ ਪਾਬੰਦੀ ਲਾ ਦਿੱਤੀ ਆ, ਪਹਿਲਾਂ ਵਾਂਗ ਹੀ ਕਣਕ ਵੰਡੀ ਜਾਇਆ ਕਰੇਗੀ। ਜੀ ਗੱਲ ਸਾਹਿਬ, ਧੰਨਵਾਦ ਜੀ। ਕੱਲ ਸਵੇਰੇ ਫੇਰ 9:15 ਵਜੇ ਤੁਹਾਡੇ ਨਾਲ ਸਾਂਝ ਪਵੇਗੀ। ਆਪਣਾ ਖਿਆਲ ਰੱਖਿਓ। ਸ਼ੁਭ ਸ਼ਾਮ। ਸ਼ੁਕਰੀਆ ਗੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਸਾਰਿਆਂ ਦਾ ਧੰਨਵਾਦ ਜੀ। ਫੇਰ ਕਹਿੰਦੇ ਇਨਸਾਨ ਦੇ ਇਸ ਧਰਤ ਤੇ ਜ਼ਿਆਦਾ ਪਾਉਨੇ ਆ ਕੁਝ ਦੈਵੀ ਗੁਣ ਚਾਹੀਦੇ ਕਿ ਉਹ ਸੱਚ ਬੋਲੇ, ਹੱਕ ਸੱਚ ਤੇ ਗੱਲ ਕਰੇ। ਧੱਕਾ ਜੇ ਕੋਈ ਕਰਦਾ ਹੈ ਉਹ ਉਸਨੂੰ ਮੰਨਣਾ ਦਾ ਕੀ, ਤੇ ਹੋਰ ਕਿਸੇ ਨਾਲ ਵੀ ਕੋਈ ਇਨਸਾਨ ਧੱਕਾ ਨਾ ਕਰੇ, ਚਾਹੇ ਸਰਕਾਰਾਂ ਹੋਣ, ਬੰਦਾ ਹੋਵੇ, ਕੋਈ ਹੋਵੇ, ਇਮਾਨਦਾਰ ਹੋਵੇ, ਤੇ ਸਭ ਤੋਂ ਵੱਡੀ ਗੱਲ ਕਿਸੇ ਦਾ ਹੱਕ ਨਾ ਮਾਰਦਾ ਹੋਵੇ, ਧੋਖਾਧੜੀ ਨਾ ਕਰਦਾ ਹੋਵੇ। ਇਹ ਗੁਣ ਨਹੀਂ, ਇਹ ਇਨਸਾਨ ਦੇ ਵਿੱਚ ਹੀ ਹੋਣੇ ਚਾਹੀਦੇ ਆ। ਟੈਕਸੀ ਇੰਡਸਟਰੀ ਦੇ ਵਿੱਚ ਹਰ ਰੋਜ਼ ਇਹ ਗੱਲਾਂ ਹੁੰਦੀਆਂ ਨੇ। ਇਹਨੂੰ ਬਹੁਤ ਨੇੜਿਓਂ ਵੇਖਿਆ 4-5 ਵਰ੍ਹੇ ਕਿ ਅਕਸਰ ਸਾਡੇ ਜਿਹੜੇ ਪ੍ਰਾਹੁਣੇ ਹੁੰਦੇ, ਜਿਹੜੇ ਗੱਡੀ ਸਾਡੇ ਬਹਿੰਦੇ ਆ, ਉਹ ਸਮਾਨ ਛੱਡ ਜਾਂਦੇ ਆ, ਉਸ ਨੂੰ ਫਿਰ ਪਹੁੰਚਾਉਣਾ ਉਹ ਸਾਡੀ ਜ਼ਿੰਮੇਵਾਰੀ ਹੈ। ਡਿਸਪੈਚਰ ਨੂੰ ਦੱਸਦੇ ਤੇ ਫਿਰ ਉਸ ਨੂੰ ਪਹੁੰਚਦਾ ਕਰਦੇ। ਤਾਂ ਹੀ ਇਸ ਇੰਡਸਟਰੀ ਜਾਂ ਬਿਲੀਅਨ ਡਾਲਰ ਦੀ ਇੰਡਸਟਰੀ ਲੋਕਲ, ਘੱਟੋ ਘੱਟ $1 ਅਰਬ ਦੀ ਇੰਡਸਟਰੀ ਜਦ ਤਬਾਹੀ ਦੇ ਕਗਾਰ ਤੇ ਆਈ, ਬੜੀਆਂ ਮਿਹਨਤਾਂ ਕੀਤੀਆਂ, ਉਹ ਇਕੱਠੇ ਹੋ ਜਾਓ, ਇਕੱਠੇ ਹੋ ਜਾਓ, ਇੱਕ ਐਪ ਬਣਾ ਲਓ, ਨਹੀਂ ਮੰਨੀ। ਸਾਡੀ ਮਿਲੀਅਨ ਆਂਦੀ ਆ ਜੀ, ਸਾਡੀ ਮਿਲੀਅਨ ਦੀ ਹੈ। ਤੇ ਅੱਜ ਕੀ ਹਾਲ ਕੀਤਾ। ਤੇ ਜਿਹੜੀ ਦਹਾਕਿਆਂ ਦੀ ਸੇਵਾ ਕਰਦੀ ਇੰਡਸਟਰੀ ਸੀ, ਉਹਨੂੰ ਇੱਕ ਐਪ ਨੇ ਆ ਕੇ ਖੂੰਜੇ ਲਾ ਦਿੱਤਾ। ਜਿਹੜੇ ਦੂਰ ਕਿਤੇ ਬੈਠੇ ਨੇ
ਤੇ ਜਿਨ੍ਹਾਂ ਦੇ ਕੋਲ ਕੋਈ ਲਾਇਸੈਂਸ ਪਲੇਟ ਨਹੀਂ, ਪਰ ਦੁਨੀਆ ਦੀ ਸਭ ਤੋਂ ਵੱਡੀ ਇਹ ਕੰਪਨੀ ਬਣ ਗਈ ਉਬਰ। 8-8, 9-9 ਲੱਖ ਮਿਲੀਅਨ ਡਾਲਰ ਤੱਕ ਦੀ ਡਾਊਨਟਾਊਨ ਦੀ ਪਲੇਟ ਗੱਡੀਆਂ ਦੀ ਵਿਕੀ। ਜੇ 700-800 ਵੀ ਹੋਈ ਤਾਂ 700-800 ਮਿਲੀਅਨ ਹੋ ਗਿਆ। ਉਸ ਤੋਂ ਬਾਅਦ ਹੋਰ 12-15 ਹਜ਼ਾਰ ਗੱਡੀਆਂ 2-2 ਲੱਖ ਦੀਆਂ 3-3 ਲੱਖ ਦੀਆਂ ਉਹ ਸੀ। $1 ਬਿਲੀਅਨ, 1000 ਮਿਲੀਅਨ ਡਾਲਰ ਜ਼ੀਰੋ ਹੋ ਗਿਆ। ਪਰ ਫਿਰ ਵੀ ਇਸ ਇੰਡਸਟਰੀ 'ਚ ਕੰਮ ਕਰਦਿਆਂ ਨੇ ਆਪਣੀ ਇਮਾਨਦਾਰੀ ਦੀ ਸਾਖ ਨਹੀਂ ਛੱਡੀ। ਕੱਲ੍ਹ ਸਰਦਾਰ ਜਗਦੇਵ ਸਿੰਘ ਵਿਰਕ, ਜਿਹੜੇ ਪਹਿਲਾਂ ਟੈਕਸੀ ਚਲਾਉਂਦੇ ਸੀ ਹੁਣ ਉਬਰ ਚਲਾਉਂਦੇ ਆ, ਸਟੂਡੀਓ ਪਹੁੰਚੇ ਸ਼ੋਅ ਖਤਮ ਹੋਣ ਤੋਂ ਬਾਅਦ। ਨਾਲ ਸਰਦਾਰ ਅਟਵਾਲ ਸਨ, ਜਿਹੜੇ ਸਾਡੇ ਬੇਅਰ ਕ੍ਰੀਕ ਦੇ ਵਿੱਚ ਬਜ਼ੁਰਗ ਬਹਿੰਦੇ ਨੇ, ਉੱਥੇ ਵੀ ਇੱਕ ਜਥੇਬੰਦੀ ਬਣਿਆ, ਉਹਦੇ ਉਹ ਮੁੱਖ ਸੇਵਾਦਾਰ ਨੇ। ਇੱਕ ਬਾਲਟ, ਇੱਕ ਬਟੂਆ ਵੱਡਾ, ਜਿਹੜਾ ਛੋਟਾ ਵੀ ਨਹੀਂ ਸੀ, ਉਹਨਾਂ ਨੇ ਲਿਆ ਕੇ ਫੜਾਇਆ। ਕਹਿੰਦੇ ਜੀ ਆਪ ਭੁੱਲ ਗਿਆ ਕੋਈ। ਉਹ ਐਕਚੁਅਲੀ ਇਰਾਨੀਅਨ ਬੰਦੇ ਦਾ ਸੀ ਅਤੇ ਪਰਸ਼ੀਅਨ ਨੂੰ ਬੋਲਦੇ, ਅਤੇ ਮੈਨੂੰ ਵਿਰਕ ਸਾਹਿਬ ਹੋਣੀ ਆ ਕਹਿੰਦੇ ਤੁਸੀਂ ਇਹ ਭਾਸ਼ਾ ਬੋਲਦੇ ਹੋ, ਸੁਨੇਹਾ ਦੇ ਦਿਓ। ਇਹ ਵਿਜ਼ਿਟ 'ਤੇ ਆਇਆ ਬੰਦਾ, ਵਿੱਚੇ ਈਰਾਨ ਦਾ ਪਾਸਪੋਰਟ, ਵਿੱਚੇ ਹੀ ਰਕਮ ਅਮਰੀਕਨ ਡਾਲਰ 3000, 300-400 ਕੈਨੇਡੀਅਨ ਡਾਲਰ, ਵਿੱਚੇ ਉਹਦਾ ਕ੍ਰੈਡਿਟ ਕਾਰਡ, ਸਾਰਾ ਕੁਝ ਬਣਿਆ ਬਣਾਇਆ। ਉਹ ਕਹਿੰਦੇ ਜੀ ਇਹਨੂੰ ਸਾਂਭੋ ਅਤੇ ਬਈ ਇਹਨੂੰ ਪਹੁੰਚਦਾ ਕਰਨਾ ਹੁਣ ਤੁਹਾਡੀ ਜ਼ਿੰਮੇਵਾਰੀ ਹੈ। ਕੁਦਰਤੀ ਉਸ ਦੀ ਈਮੇਲ ਲੱਭ ਗਈ, ਈਮੇਲ ਕੀਤੀ ਰੋਮਨ ਨੇ, ਅਤੇ ਉਹ ਕੱਲ੍ਹ ਆ ਕੇ ਪ੍ਰਵੀਨੀ ਜੀ, ਵਾਹਦ ਪ੍ਰਵੀਨੀ ਆਪਣਾ ਲੈ ਕੇ ਗਏ। ਅਤੇ ਉਹ ਕਿੰਨੇ ਕੁ ਗਦਗਦ ਹੋਏ, ਕਿੰਨੇ ਕੁ ਖੁਸ਼ ਹੋਏ, ਕਿਵੇਂ ਉਹਨਾਂ ਨੇ ਕੌਮ ਨੂੰ, ਭਾਈਚਾਰੇ ਨੂੰ ਦੇ ਮਨ 'ਚ ਮਾਣ ਉਹਨਾਂ ਦੇ ਪ੍ਰਤੀ ਹੋਇਆ। ਜਦ ਹੁਣ ਈਰਾਨ 'ਚ ਵਿਚਰਦੇ ਕਿਸੇ ਪੰਜਾਬੀ ਨੂੰ, ਕਿਸੇ ਸਿੱਖ ਨੂੰ ਵੇਖਣਗੇ, ਕਿਸੇ ਦਸਤਾਰ ਵਾਲੇ ਨੂੰ ਵੇਖਣਗੇ, ਕਿਹੋ ਜਿਹਾ ਉਹਨਾਂ ਦੇ ਮਨ 'ਚ ਮਾਣ ਹੋਊ। ਕੋਈ ਸਾਡਾ ਬੰਦਾ ਉੱਥੇ ਫਸ ਜਾਏ ਤਾਂ ਉਹ ਕੀ ਕਰਨਗੇ? ਇਹੀ ਗਿਵ ਐਂਡ ਟੇਕ ਹੈ। ਸੋ ਇਸ 'ਤੇ ਹੀ ਪਹਿਰਾ ਦੇਣ ਦੀ ਲੋੜ ਹੈ। ਬਹੁਤ ਵਾਰ ਅਸੀਂ ਆਕਰਸ਼ਿਤ ਹੋ ਜਾਂਦੇ ਹਾਂ ਬਾਹਰ ਕਮਾਈ ਵਾਲਿਆਂ ਨੂੰ ਦੇਖ ਕੇ। ਦੇਖੋ ਆ 15 ਸਾਲ ਪਹਿਲਾਂ ਕੀ ਕਰਦਾ ਸੀ, ਅੱਜ ਇਹਦੇ ਕੋਲ 500 ਮਿਲੀਅਨ ਹੈ, ਇਹ 'ਚ 400। ਉਹ ਗਿਣਤੀ ਹੈ। ਤੁਹਾਡੇ ਅਤੇ ਉਹਦੇ ਵਾਲਟ ਦੇ ਵਿੱਚ, ਬਟੂਏ ਦੇ ਵਿੱਚ ਬਾਹਲਾ ਫਰਕ ਨਹੀਂ। ਤਾਂ ਉਹਦੇ ਕੋਲ 500 ਹੋ ਸਕਦਾ, ਤੁਹਾਡੇ ਕੋਲ 200 ਹੋ ਸਕਦਾ, ਇੰਨਾ ਕੁ ਫਰਕ ਹੈ ਬਸ। ਤੁਸੀਂ 500-200 ਦੇ ਵਿੱਚੋਂ 100 ਸਕਦਾ 100 ਹੱਥ ਨੇ ਖਰਚ ਦੋ ਉਹਨਾਂ 'ਤੇ, ਉਹਦੇ 500 'ਚੋਂ ਤੇ 5 ਨਹੀਂ ਖਰਚ ਹੋਣੇ, ਕਿਉਂਕਿ ਉਹਦੇ ਜੁੜਨ ਦਾ ਕਾਰਨ ਹੀ ਇਹ ਹੈ। ਜਦ ਤੁਸੀਂ ਹੱਕਾਂ 'ਤੇ ਡਾਕੇ ਮਾਰਦੇ ਹੋ ਫਿਰ ਤੁਸੀਂ ਖਰਚ ਨਹੀਂ ਸਕਦੇ। ਹਾਂ, ਦਿਖਾ ਸਕਦੇ ਹੋ ਕੁਛ ਨਹੀਂ, ਵੀ ਆਹ ਗੱਡੀ ਆ ਮੇਰਾ, ਘਰ ਆ ਮੇਰਾ। ਅਤੇ ਇਹ ਦੁਨੀਆ ਖੜ੍ਹਦੀ ਆ ਜਵਾਨਾਂ 'ਤੇ, ਇਹ ਦੁਨੀਆ ਖੜ੍ਹਦੀ ਆ ਹੱਥ ਮਿਲਾਇਆਂ 'ਤੇ। ਜਿਹੜੇ ਬੰਦੇ ਦੀ ਜ਼ਬਾਨ ਹੈ ਨਹੀਂ, ਜਿਹੜੇ ਬੰਦੇ ਦਾ ਹੱਥ ਮਿਲਾਇਆ ਹੈ ਨਹੀਂ, ਕੰਮ ਕੱਢ ਲਾਣਾ ਜਿਹੜਾ ਤੁਰਿਆ ਫਿਰਦਾ, ਉਹ ਠੀਕ ਹੈ ਪੈਸੇ ਵਾਲੇ ਪਾਸੇ, ਉਹਨਾਂ ਨੂੰ ਲੱਗਦਾ ਹੋਊ ਕਮਾ ਲਏ ਉਹਨਾਂ ਨੇ, ਪਰ ਉਹਨਾਂ ਦੇ ਪੱਲੇ ਕੱਖ ਨਹੀਂ। ਜਾਂ ਸ਼ੀਸ਼ੇ ਦੇ ਮੂਹਰੇ ਖੜ੍ਹਦੇ, ਉਹਨਾਂ ਨੂੰ ਪਤਾ ਹੈ ਬਈ ਮੈਂ ਆਹ ਕੀਤਾ ਹੋਇਆ। ਉਹ ਧੰਨਵਾਦ ਵਿਰਕ ਸਾਹਿਬ ਦਾ, ਜਿਨ੍ਹਾਂ ਨੇ ਮਾਣ ਦਿੱਤਾ। ਅਤੇ ਇੱਕ ਹੋਰ ਬਹੁਤ ਵੱਡੀ ਜ਼ਿੰਮੇਵਾਰੀ ਤੁਸੀਂ ਸਾਨੂੰ ਦਿੱਤੀ ਹੋਈ ਸੀ ਸਾਲ ਡੇਢ ਦੀ, ਉਹ ਵੀ ਤੁਹਾਡੀ ਜ਼ਿੰਮੇਵਾਰੀ ਅਸੀਂ ਨਿਭਾ ਦਿੱਤੀ ਆ। ਆਉਣ ਵਾਲੇ ਦਿਨਾਂ 'ਚ ਸਾਰੀ ਜਾਣਕਾਰੀ ਉਹਦੇ ਬਾਰੇ ਦੇ ਦਾਂਗੇ, ਅਤੇ ਥੋੜ੍ਹੇ ਜਿਹੇ ਦਿਨ ਹੋਰ ਵੇਟ ਕਰਿਓ। ਅਤੇ ਨਾਲੇ ਦੱਸਾਂਗੇ ਸਾਰੀਆਂ ਮੁਸ਼ਕਿਲਾਂ ਜਿਹਦੇ ਵਿੱਚ ਦੀ ਅਸੀਂ ਪਿਛਲੇ 1.5 ਸਾਲ ਲੰਘੇ ਹਾਂ। ਤੁਹਾਨੂੰ ਨਹੀਂ ਜਿਹੜੀ ਚੀਜ਼ ਦਾ ਪਤਾ, ਸਾਡਾ ਫਰਜ਼ ਹੈ ਤੁਹਾਨੂੰ ਦੱਸਣਾ। 21 ਫਰਵਰੀ ਮਾਰਚ ਤੋਂ ਲੈ ਕੇ ਆਹ ਸਾਲ ਜਿਹੜਾ ਲੰਘਿਆ, ਇਹਦੇ 'ਚ ਕੀ ਕੀ ਹੋਇਆ, ਕਿਵੇਂ ਕਿਵੇਂ ਹੋਇਆ, ਆਉਣ ਵਾਲੇ ਦਿਨਾਂ 'ਚ ਤੁਹਾਨੂੰ ਦੱਸਾਂਗੇ ਸਾਰਾ ਕੁਛ। ਅਤੇ ਤੁਹਾਡੀ ਜ਼ਿੰਮੇਵਾਰੀ ਜਿਹੜੀ ਤੁਸੀਂ ਸਾਨੂੰ ਦਿੱਤੀ ਸੀ, ਉਹ ਅਸੀਂ ਨਿਭਾ ਦਿੱਤੀ ਹੈ। ਮਨ ਬਾਗੋ ਬਾਗ ਹੈ। ਹੁਣ ਦੂਸਰੀ ਗੱਲ ਸਰੀ ਦੀ ਮੈਂ ਕਰਾਂ। ਸਰੀ ਦੇ ਵਿੱਚ ਇੰਡਸਟਰੀਅਲ ਲੈਂਡ ਦਾ ਬਹੁਤ ਕਾਲ ਪਿਆ ਹੋਇਆ, ਜਿਹਦੇ 'ਤੇ ਵੇਅਰ ਹਾਊਸ ਬਣਦੇ ਨੇ। ਉਹਦੇ ਵਿੱਚ ਹੀ ਇੱਕ ਟਰੱਕਰਸ ਦੀ ਪਾਰਕਿੰਗ ਦਾ ਬਹੁਤ ਵੱਡਾ ਇਸ਼ੂ ਆ, ਜਿਹੜਾ ਬਹੁਤ ਸਾਲਾਂ ਤੋਂ ਅਸੀਂ ਸੁਣ ਰਹੇ ਹਾਂ। ਟਰੱਕਰ ਦੀ ਪਾਰਕਿੰਗ ਟਰੱਕ ਵਾਲਿਆਂ ਦੀ ਹੈ ਨਹੀਂ, ਟਰੱਕ ਵਾਲਿਆਂ ਦੀ ਪਾਰਕਿੰਗ ਹੈ ਨਹੀਂ। ਅਤੇ ਬਹੁਤ ਮਿਹਨਤ ਕੀਤੀ ਸਿਟੀ ਹਾਲ ਨੇ, ਮੇਅਰ ਮੁਕੱਲਮ ਹੋਣਾ ਨੇ, ਸਾਰੀ ਟੀਮ ਨੇ, ਪਰ ਉਹ ਜ਼ਮੀਨ ਦਾ ਬੜਾ ਔਖਾ ਹੈ। ਜ਼ਮੀਨ ਮਹਿੰਗੀ ਬਹੁਤ ਹੋ ਗਈ। ਇੰਡਸਟਰੀਅਲ ਲੈਂਡ 4-5 ਮਿਲੀਅਨ ਡਾਲਰ ਦੀ ਹੈ, ਏਕੜ ਘੱਟੋ ਘੱਟ। ਅੱਛਾ, ਹੋਰ ਡਿਵੈਲਪਮੈਂਟ ਦੇ ਥੱਲੇ ਇੱਕ ਇੱਥੇ ਦਸਤੂਰ ਹੈ, ਜਿਹੜਾ ਮੈਟਰੋ ਵੈਨਕੂਵਰ ਹੈ। ਮੈਟਰੋ ਵੈਨਕੂਵਰ ਦੇ ਵਿੱਚ 21 ਦੇ ਕਰੀਬ
ਉਹ 'ਚ ਮਿਊਨਿਸਪੈਲਿਟੀਆਂ ਨੇ। ਸਰੀ ਵੀ ਉਹਦੇ 'ਚੋਂ ਆ। ਲਾਇਨਸ ਵੇ ਤੋਂ ਸ਼ੁਰੂ ਹੁੰਦੀ ਆ, ਬੋਨ ਆਈਲੈਂਡ ਤੋਂ, ਅਤੇ ਮੇਪਲ ਰਿਜ ਤੇ ਬਰਾਬਰ ਲੈਂਗਲੀ ਟਾਊਨਸ਼ਿਪ ਦੇ ਵਿੱਚ ਤੱਕ ਜਾਂਦੀ ਹੈ। ਐਬਸਫੋਰਡ ਐਲਡਰ ਗਰੋਵ ਇਹਦੇ 'ਚ ਹੈ ਨਹੀਂ, ਤਾਂ ਹੀ ਉੱਥੇ ਸਸਤਾ ਗੈਸ ਟੈਕਸ ਘੱਟ ਆ ਉੱਥੇ। ਮੈਟਰੋ ਵੈਨਕੂਵਰ ਕੀ ਹੈ, ਇਹਦੇ ਵਿੱਚ ਸਾਰੇ ਮਿਊਨਿਸਪੈਲਿਟੀਜ਼ ਦੇ ਸਾਡੀਆਂ ਦੇ ਕੌਂਸਲਰ ਇਹਦੇ ਵਿੱਚ ਮੈਂਬਰ ਬਣਦੇ ਨੇ, ਅਤੇ ਫਿਰ ਇਹਦਾ ਇੱਕ ਚੇਅਰ ਹੁੰਦਾ, ਵੋਟਾਂ ਪੈਂਦੀਆਂ ਨੇ। ਇਹਨੇ ਪਾਣੀ, ਸੀਵਰੇਜ, ਡਰੇਨੇਜ ਅਤੇ ਵੇਸਟ ਮੈਨੇਜਮੈਂਟ ਇਹਦੀ ਜ਼ਿੰਮੇਵਾਰੀ ਹੈ। ਵੱਡੀ ਡਿਵੈਲਪਮੈਂਟ ਕੋਈ ਵੀ ਹੋਣੀ ਆ ਜਾਂ ਕੋਈ ਜ਼ੋਨ ਚੇਂਜ ਹੋਣਾ, ਉਹ ਇਹਦੇ 'ਤੇ ਮੈਟਰੋ ਵੈਨਕੂਵਰ 'ਚ ਜਾਂਦਾ। ਬੇਸਿਕਲੀ ਸ਼ਹਿਰ ਵੱਲੋਂ ਪਾਸ ਕੀਤਾ ਹੋਇਆ ਉਹ ਇਹ ਮੈਟਰੋ ਵੈਨਕੂਵਰ 'ਚ ਫੇਲ ਹੋ ਜਾਂਦਾ ਬਹੁਤ। ਇਹ ਦਸਤੂਰ ਤਾਂ ਨਹੀਂ ਮੈਨੂੰ ਸਮਝ ਆਇਆ ਕਿਉਂ ਹੈ। ਵੈਸੇ ਤਾਂ ਸ਼ਹਿਰ ਦਾ ਹੀ ਇਹਦੇ 'ਤੇ ਜਿਹੜਾ ਅਧਿਕਾਰ ਚਾਹੀਦਾ। ਹਰ ਇੱਕ ਸ਼ਹਿਰ ਦੀ ਆਪਣੀ ਜਿਹੜੀ ਜ਼ਰੂਰਤ ਹੈ, ਇਹਨਾਂ ਦਾ ਜਿਹੜਾ ਹੱਕ ਇਹਨਾਂ ਨੂੰ ਦਿੱਤਾ ਹੋਇਆ, ਉਹ ਦੂਜੇ ਸ਼ਹਿਰ 'ਚ ਇੱਕ ਹੁਣ ਵੈਨਕੂਵਰ, ਵੈਸਟ ਵੈਨਕੂਵਰ 'ਚ ਬੈਠਾ ਕੌਂਸਲਰ, ਉਹਨੂੰ ਕੀ ਪਤਾ ਸਰੀ 'ਚ ਕੀ ਮਤਲਬ ਹੈ। ਇਸ ਤਰ੍ਹਾਂ ਸਰੀ ਵਾਲੇ ਨੂੰ ਵੈਸਟ ਵੈਨਕੂਵਰ ਦੀ ਜ਼ਰੂਰਤ ਨਾਲ ਨਹੀਂ ਪਤਾ। ਹੁਣ ਕੀ ਹੋ ਰਿਹਾ, ਇੰਡਸਟਰੀਅਲ ਲੈਂਡ ਇੱਕ ਏਰੀਆ ਜਿਵੇਂ ਕੈਂਪਬਲ ਹਾਈਟ ਦਾ ਬਿਜ਼ਨਸ ਪਾਰਕ ਬਣਿਆ ਸਾਡਾ 16 ਤੋਂ 192 ਦੇ ਆਲੇ ਦੁਆਲੇ, 16 ਸਟਰੀਟ ਐਵਨਿਊ ਤੇ 192 ਤੇ 100 ਨਾਰਥ ਵਾਲੇ ਪਾਸੇ ਨੂੰ। ਹੁਣ 16 ਤੋਂ ਸਾਊਥ ਵਾਲਾ ਪਾਸਾ ਸੀ ਜਿਹੜਾ, ਉਹ ਵੀ ਪਿਛਲੇ ਸਮੇਂ ਮੈਟਰੋ ਵੈਨਕੂਵਰ ਨੇ, ਪਹਿਲਾਂ ਉੱਥੇ ਕ੍ਰੀਕਸ ਵਗੈਰਾ ਦਾ ਰੌਲਾ ਸੀ, ਕਈ ਵਾਰ ਪਾਸ ਹੋ ਜਾਂਦਾ। ਜਦ ਸਿਟੀ ਵੱਡੇ ਲੈਂਡ ਨੂੰ ਲੈਂਦੀ ਹੈ NCP ਦੇ ਵਿੱਚ, ਅਫੀਸ਼ੀਅਲ ਕਮਿਊਨਿਟੀ ਪਲਾਨ 'ਚ ਅਤੇ ਨੇਬਰਹੁੱਡ ਕਨਸੈਪਟ ਪਲਾਨ ਦੇ ਵਿੱਚ, ਫਿਰ ਉਹ ਜਦੋਂ ਜ਼ੋਨਿੰਗ ਚੇਂਜ ਹੋਣੀ ਹੈ, ਮਤਲਬ ਅਰਬਨ ਰਿਜ਼ਰਵ A1 ਜ਼ੋਨਿੰਗ, ਜਿਨ੍ਹਾਂ ਨੂੰ ਅੱਧੇ ਜਿਹੜੇ ਡਿਵੈਲਪਰ ਤੁਰੇ ਫਿਰਦੇ, ਜਿਨ੍ਹਾਂ ਨੂੰ ਨਵੇਂ ਨੂੰ ਕਹਿੰਦੇ ਤਾਂ ਐਗਰੀਕਲਚਰ ਲੈਂਡ ਹੈ। ਐਗਰੀਕਲਚਰ ਲੈਂਡ ਨਹੀਂ, A1 ਅਰਬਨ ਰਿਜ਼ਰਵ ਆ, ਐਗਰੀਕਲਚਰ ਤੋਂ ਬਾਹਰ ਹੈ, ਹਲੇ ਵੇਟਿੰਗ ਹੋਲਡਿੰਗ ਏਰੀਆ। ਜਿਵੇਂ ਕੈਂਪਬਲ ਹਾਈਟ ਦਾ ਇਹ ਏਰੀਆ ਸੀ, ਜਿੱਥੇ ਹੋਲਡਿੰਗ ਲੈਂਡ ਲੋਕਾਂ ਨੇ ਤੋਂ ਉਦੋਂ $3-3 ਲੱਖ ਦੀ, 4-4 ਲੱਖ ਦੀ ਲਈ, ਹੁਣ ਉਹ 3 ਮਿਲੀਅਨ, 35 ਲੱਖ, 38 ਲੱਖ ਤੱਕ ਵੀ ਵਿਕ ਰਹੀ ਹੈ, ਕਿਉਂਕਿ ਲੈਂਡ ਨਹੀਂ ਹੈ, ਇੰਡਸਟਰੀਅਲ ਲੈਂਡ ਨਹੀਂ ਹੈ। ਉਹਨੂੰ ਅੱਗੇ ਪਿੱਛੇ ਹੁੰਦੇ ਰਹੇ, ਪਾਸ ਹੁੰਦੇ ਰਹੇ, ਇਵੈਂਚੁਅਲੀ ਉਹ ਪਾਸ ਹੋ ਗਿਆ। ਇਸੇ ਤਰ੍ਹਾਂ ਹੀ ਹੁਣ ਇੱਕ ਏਰੀਆ ਹੋਰ ਸਿਟੀ ਆਫ ਸਰੀ ਕੱਢਣਾ ਚਾਹੁੰਦੀ ਹੈ, ਉਹਨੂੰ ਹੇਜ਼ਲਮੇਰ ਦਾ ਏਰੀਆ ਕਹਿੰਦੇ ਨੇ। ਹੇਜ਼ਲਮੇਰ ਕੀ ਹੈ, 0 ਐਵਨਿਊ ਤੋਂ ਲੈ ਕੇ 8 ਐਵਨਿਊ ਦਾ ਏਰੀਆ, ਅਤੇ 176 ਤੋਂ ਲੈ ਕੇ 196 ਤੱਕ, ਜਿੱਥੇ ਸਾਡਾ ਬਾਰਡਰ ਹੈ ਸਿਟੀ ਲੈਂਗਲੀ ਦੇ ਨਾਲ, ਉਸ ਏਰੀਏ 'ਚ ਉਸ ਇੰਡਸਟਰੀਅਲ ਲੈਂਡ ਦੇ ਤੌਰ 'ਤੇ, ਕਿਉਂਕਿ 0 ਐਵਨਿਊ ਆ, ਬਾਰਡਰ ਆ, ਟਰੱਕਰਜ਼ ਨੇੜੇ ਨੇ, ਉੱਥੇ ਕੁਛ ਨਾ ਕੁਛ ਵੇਅਰ ਹਾਊਸ ਜੇ ਵੋ। ਪਰ 2050 ਦੀ ਜਿਹੜੀ ਨਵੀਂ ਬਾਉਂਡਰੀ ਖਿੱਚੀ ਹੈ ਮੈਟਰੋ ਵੈਨਕੂਵਰ ਨੇ, ਉਹਦੇ ਵਿੱਚ ਉਸ ਨੂੰ, ਉਸ ਏਰੀਏ ਨੂੰ ਵਿੱਚ ਨਹੀਂ ਪਾਇਆ। ਹਾਲਾਂਕਿ ਹੁਣ ਜਦ ਜਿਹੜੀਆਂ ਯੂਟਿਲਿਟੀਜ਼ ਦੀਆਂ ਪਾਈਪਸ ਵਗੈਰਾ ਕੈਂਪਬਲ ਹਾਈਟ ਲਈ ਪੈਣੀਆਂ ਨੇ, ਉਹਦੇ ਨਾਲ ਹੀ ਇਸ ਦੀਆਂ ਪੈ ਸਕਦੀਆਂ ਨੇ, ਅਤੇ ਸ਼ਹਿਰ ਦੇ ਵਿੱਚ ਬਹੁਤ ਕਾਲ ਹੈ ਇੰਡਸਟਰੀਅਲ ਲੈਂਡ ਦਾ। ਸ਼ਹਿਰ ਵਾਲਿਆਂ ਨੇ ਇਸ 'ਤੇ, ਸਿਟੀ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅਤੇ ਇਸ ਦੇ ਵਿੱਚ ਕੀ ਹੁੰਦਾ ਫਿਰ ਮੈਟਰੋ ਵੈਨਕੂਵਰ 'ਚ, ਇੱਕ ਦੂਜੇ ਦੀ ਸੁਲ੍ਹਾ ਦੇ ਨਾਲ, ਤੂੰ ਮੈਨੂੰ ਇੱਥੇ ਮਦਦ ਕਰ, ਮੈਂ ਤੈਨੂੰ ਇੱਥੇ ਮਦਦ ਕਰਾਂ। ਸਿਟੀ ਆਫ ਸਰੀ ਦੇ ਕੌਂਸਲਰਾਂ ਨੇ ਮੈਟਰੋ ਵੈਨਕੂਵਰ ਦੀ ਹੋਰ ਪ੍ਰਪੋਜ਼ਲ 'ਤੇ ਅਗੇਂਸਟ ਵੋਟ ਪਾ ਦੇਣੀ ਆ। ਉਹਨੇ ਕਿਹਾ ਨਾ, ਸਾਡਾ ਆਹ ਪਾਸ ਕਰੋ। ਬੇਸਿਕਲੀ ਜਾਂ ਸ਼ਹਿਰ ਜਿਹੜੀ ਚੀਜ਼ ਨੂੰ ਚਾਹੁੰਦਾ OCP ਨੂੰ, ਉਹ ਫਿਰ ਮੈਟਰੋ ਵੈਨਕੂਵਰ 'ਚ ਹੋ ਜਾਂਦੇ ਆ। ਥੋੜ੍ਹੀ ਬਹੁਤੀ ਢੁੱਚਰ ਉਹਦੇ 'ਚ ਪਾਉਂਦੇ ਆ। ਹੁਣ ਇਸ ਏਰੀਏ ਦੇ ਵਿੱਚ ਓਬਲੀਗੇਸ਼ਨ ਕੋਈ ਨਹੀਂ। 0 ਐਵਨਿਊ ਉੱਧਰੋਂ ਬਾਰਡਰ ਹੈ, 8 ਐਵਨਿਊ ਹੈ, ਅਤੇ ਲੈਂਡ ਵੀ ਇਹਦੇ ਵਿੱਚ ਸਾਰੇ ਦੇ ਵਿੱਚ ਹੋਏਗੀ 300-400 ਕਿੱਲਾ ਵੱਧ ਤੋਂ ਵੱਧ, ਅਤੇ ਬਾਰਡਰ ਦੇ ਨੇੜੇ ਕਰਕੇ ਵੇਅਰ ਹਾਊਸਿੰਗ ਦੀ ਅਤੇ ਟਰੱਕਰਜ਼ ਨੂੰ ਦੂਰ ਸ਼ਹਿਰ 'ਚ ਆਉਣ ਦਾ ਬਹੁਤ ਫਰਕ ਪੈ ਸਕਦਾ, ਜਿਵੇਂ 16 ਅਤੇ 192 'ਚ। ਪਰ ਮੈਟਰੋ ਵੈਨਕੂਵਰ ਨੇ ਅਗਲੀ ਬਾਉਂਡਰੀ ਜਿਹੜੀ ਬਣਾਈ ਆ ਉਹਦੇ ਵਿੱਚ ਨਹੀਂ ਪਾਇਆ, ਪਰ ਸ਼ਹਿਰ ਉਸ ਨੂੰ ਸਪੈਸ਼ਲ ਜਿਹੜਾ ਸਬਜੈਕਟ ਏਰੀਆ ਦੇ ਵਿੱਚ, ਸਪੈਸ਼ਲ ਜਿਹੜੀ ਐਵੈਲੂਏਸ਼ਨ ਦੇ ਏਰੀਏ ਦੇ ਵਿੱਚ, ਉਸ ਨੂੰ ਸਪੈਸ਼ਲ ਸਟੱਡੀ ਏਰੀਆ 'ਚ ਪਾ ਲੈਂਦਾ। ਸੋ ਇਸ ਏਰੀਏ ਤੋਂ ਹੁਣ ਕੈਂਪਬਲ ਹਾਈਟ ਬਿਜ਼ਨਸ ਪਾਰਕ ਤੋਂ ਬਾਅਦ ਇਸ ਨੂੰ ਡਿਵੈਲਪ ਕਰਨ ਲਈ ਸ਼ਹਿਰ ਸੋਚ ਰਿਹਾ। 0 ਐਵਨਿਊ ਤੋਂ 8 ਐਵਨਿਊ, 176 ਤੋਂ 196 ਤੱਕ ਬੇਸਿਕਲੀ ਚਾਹੀਦਾ ਵੀ ਹੈ, ਕਿਉਂਕਿ 0 ਐਵਨਿਊ ਜਿਹੜਾ ਬਾਰਡਰ ਟੱਪ ਦੇ ਟਰੱਕਰਜ਼ ਉੱਥੇ ਜਾ ਸਕਦੇ ਨੇ। ਪਰ ਜੀ ਮੈਟਰੋ ਵੈਨਕੂਵਰ ਇਸ ਦੇ ਹਲੇ ਇਸ ਨੂੰ ਕੰਸੀਡਰ ਨਹੀਂ ਕਰ ਰਿਹਾ। ਸਿਟੀ ਇਸ ਨੂੰ ਕੰਸੀਡਰ ਕਰ ਰਹੀ ਹੈ, ਉਹਨਾਂ ਨੇ ਇਸ 'ਤੇ ਕੰਮ ਕਰਨਾ ਵੀ ਸ਼ੁਰੂ ਕਰਿਆ। ਸਿਟੀ ਸਟਾਫ ਵੀ ਇਸ ਨੂੰ ਪਸੰਦ ਕਰਦੀ ਹੈ। ਸੋ ਮੈਟਰੋ ਵੈਨਕੂਵਰ 'ਚ ਸਾਰੇ ਪ੍ਰੋਜੈਕਟ ਜਾਂਦੇ ਨੇ ਜਿਨ੍ਹਾਂ ਦੀ ਜ਼ੋਨ ਚੇਂਜ ਕਰਦੇ ਨੇ, ਜਿਹੜਾ ਵੱਡਾ ਪ੍ਰੋਜੈਕਟ ਹੋਵੇ।
ਉਹਨੂੰ ਜਾਣਾ ਹੀ ਪੈਣਾ। 128 ਤੇ ਕੋਈ ਇੰਡਸਟਰੀਅਲ ਲੈਂਡ ਨੂੰ ਜਾਂ ਸਕਾਟ ਰੋਡ ਤੇ ਇੰਡਸਟਰੀਅਲ ਲੈਂਡ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ ਰੈਜ਼ੀਡੈਂਸ਼ੀਅਲ, ਜਾਂ ਰੈਜ਼ੀਡੈਂਸ਼ੀਅਲ ਨੂੰ ਇੰਡਸਟਰੀਅਲ 'ਚ, ਇੱਕ ਵਾਰ ਸ਼ਹਿਰ ਦੇ ਵਿੱਚੋਂ ਪਾਸ ਹੋਵੇ, ਸ਼ਹਿਰ 'ਚ ਪਾਸ ਹੋਣ ਤੋਂ ਬਾਅਦ ਫਿਰ ਉਹ ਅੱਗੇ ਜਾਂਦਾ ਮੈਟਰੋ ਵੈਨਕੂਵਰ 'ਚ, ਜੇ ਉਹਦੀ ਜ਼ੋਨਿੰਗ ਚੇਂਜ ਕਰਨੀ ਹੈ, ਕਿਉਂਕਿ ਉਹਦੇ ਲਈ ਜਿਹੜੀਆਂ ਯੂਟਿਲਿਟੀਜ਼ ਦੇਣੀਆਂ ਪੈਣੀਆਂ। ਸੋ ਹੁਣ ਹੇਜ਼ਲਮੇਅਰ ਦੇ ਵਿੱਚ ਬੜੀ ਗਤੀਵਿਧੀ ਵਧੀ ਹੋਈ ਹੈ ਅਤੇ ਲੋਕ ਉੱਥੇ ਪ੍ਰੋਪਰਟੀਜ਼ ਨੂੰ ਦੇ ਪਿੱਛੇ ਪਏ ਨੇ ਕਿ ਇਹ ਹੁਣ ਨੈਕਸਟ ਏਰੀਆ। ਲੱਖਣ ਲਾ ਲੈਂਦੇ ਨੇ ਪੈਸੇ ਵਾਲੇ ਵੀ ਹੁਣ ਇੱਥੋਂ ਕਿੱਧਰ ਨੂੰ ਜਾਊਗਾ, ਲੋਕ ਕਹਿੰਦੇ ਇੱਥੇ ਜਾਊ, ਪਾਈਪ ਪਏ ਹੋਏ ਨੇ, ਉਹਨਾਂ ਦੀ ਕਪੈਸਿਟੀ ਵਧਾ ਕੇ ਇਸ 'ਤੇ ਕੰਮ ਹੋਏਗਾ। ਔਰ ਸ਼ਹਿਰ ਦੀ ਚਰੋਕਣੀ ਮੰਗ ਵੀ ਹੈ ਬਹੁਤ ਕਿ ਇੰਡਸਟਰੀਅਲ ਲੈਂਡ ਹੈ ਨਹੀਂ ਸਿਟੀ ਆਫ ਸਰੀ 'ਚ। ਅਲਬਰਟਾ ਦੇ ਵਿੱਚ ਜੇਸਨ ਕੈਨੀ ਦੀ ਲੀਡਰਸ਼ਿਪ ਜਿਹੜੀ ਉਹ ਚੈਲੰਜ ਹੋ ਗਈ ਹੈ। ਉਹਨੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਤੋਂ ਅਸਤੀਫਾ ਦੇ ਦਿੱਤਾ ਹੈ। ਅੱਗੇ ਹੁਣ ਪ੍ਰੀਮੀਅਰਸ਼ਿਪ ਹੈ, ਪ੍ਰੀਮੀਅਰਸ਼ਿਪ ਕਿੱਧਰ ਨੂੰ ਜਾਂਦੀ ਹੈ ਸਮਾਂ ਦੱਸੇਗਾ। ਅੱਗੇ ਵਕੀਲ ਬ੍ਰਿਜ ਮੋਹਨ ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਦੱਸਾਂ ਕਿ ਕੋਸਟਲ ਪੈਸੀਫਿਕ ਐਕਸਪ੍ਰੈਸ CPX ਟਰੱਕਿੰਗ ਗੱਲ ਬਹੁਤ ਅੱਜ ਖਾਸ ਚੱਲਣੀ ਹੈ ਸਵੈ ਰੱਖਿਆ ਦੇ ਕਾਨੂੰਨ ਦੇ ਬਾਰੇ, ਅਤੇ ਸੁਣਿਓ ਇਸ ਨੂੰ। ਬਹੁਤ ਚੀਜ਼ਾਂ ਨੇ ਜਿਹੜੇ ਸਾਡੇ ਦਿਮਾਗ ਦੇ ਵਿੱਚ ਚੱਲਦੀਆਂ, ਮਿੱਥ ਬਹੁਤ ਨੇ, ਪਰ ਕਾਨੂੰਨ ਕੀ ਕਹਿੰਦਾ। ਹੁਣ ਮੇਰੇ ਨਾਲ ਉੱਗੇ ਵਕੀਲ ਬ੍ਰਿਜ ਮੋਹਨ ਨੇ ਜਿਹੜੇ ਸਵੈ ਰੱਖਿਆ ਦਾ ਜਿਹੜਾ ਕੈਨੇਡਾ ਦਾ ਨਵਾਂ ਸਵੈ ਰੱਖਿਆ ਕਾਨੂੰਨ ਹੈ ਅਤੇ ਉਸ ਦੀ ਜਾਣਕਾਰੀ ਦੇਣਗੇ। ਵਕੀਲ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ ਬਾਈ ਜੀ, ਸਤਿ ਸ਼੍ਰੀ ਅਕਾਲ। ਅੱਛਾ ਜੀ, ਜਿੱਥੇ ਅਸੀਂ ਬਹੁਤਾਤ 'ਚ ਰਹਿੰਦੇ ਹਾਂ ਉੱਥੇ ਸਾਨੂੰ ਇਹ ਆ ਵੀ ਅਸੀਂ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਹਾਂ। ਹਾਲਾਂਕਿ ਕੈਨੇਡਾ ਇਸ ਤਰ੍ਹਾਂ ਹੈ ਨਹੀਂ, ਗੁਲਦਸਤਾ ਹੈ, ਜਿੱਥੇ ਵੀ ਤੁਸੀਂ ਮਰਜ਼ੀ ਰਹੋ, ਘੱਟ ਗਿਣਤੀ 'ਚ ਹੋਵੋ ਵੱਧ 'ਚ ਹੋਵੋ, ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਪਰ ਸਾਡਾ ਸ਼ੌਕ ਆਲੇ ਦੁਆਲੇ ਇਕੱਠ 'ਚ ਰਹਿਣਾ ਅਤੇ ਕਦੇ ਕਦੇ ਉਹ ਸਾਨੂੰ ਗੈਟੋ ਵੀ ਬਣਿਆ ਲੱਗਦਾ। ਇਸ ਤਰ੍ਹਾਂ ਦਾ ਮਾੜੀ ਘਟਨਾ ਫੇਰ ਵੀ ਹੋ ਜਾਂਦੀ ਹੈ। ਸੂਰਜਦੀਪ ਸਿੰਘ ਦਾ ਗੁਰਦੁਆਰਾ ਸਾਹਿਬ ਤੋਂ ਘਰ ਜਾਂਦਾ ਬਰੈਂਪਟਨ ਦੇ ਵਿੱਚ ਦਿਨ ਦਿਹਾੜੇ ਵਹਿਸ਼ੀਆਨਾ ਤਰੀਕੇ ਦੇ ਨਾਲ ਕਤਲ ਹੋਇਆ ਜੀ। ਸੋ ਇਹ ਜਿਹੜਾ ਇਸ ਸਮੇਂ ਜਦ ਇਹੋ ਜਿਹਾ ਕੁਛ ਹੁੰਦਾ ਹੈ, ਮੰਨ ਲਓ ਤੁਹਾਡੀ ਗੱਡੀ ਦੇ ਵਿੱਚ ਤੁਹਾਡੇ ਕੋਲ ਕੁਝ ਵੀ ਰੱਖਿਆ ਹੋਇਆ, ਤੁਸੀਂ ਖੇਲਦੇ ਹੋ, ਤੁਸੀਂ ਗੋਲਫ ਖੇਲਦੇ ਹੋ, ਗੋਲਫ ਸਟਿੱਕ ਹੈ, ਦੂਜੀ ਹਾਕੀ ਖੇਲਦੇ ਹੋ, ਹਾਕੀ ਸਟਿੱਕ ਆ, ਬੇਸਬਾਲ ਬੈਟ ਹੈ, ਕੁਛ ਵੀ ਹੈ, ਹੰਟਿੰਗ 'ਤੇ ਜਾਂਦੇ ਹੋ, ਸਪਰੇਅ ਪਈ ਆ ਗੱਡੀ 'ਚ ਕਿਤੇ ਕੁਦਰਤੀ, ਜਾਂ ਹੰਟਿੰਗ ਤੋਂ ਮੁੜਦੇ ਆਉਂਦੇ ਇਹੋ ਜਿਹੀ ਚੀਜ਼ ਹੋ ਗਈ ਗੱਡੀ ਦੇ ਵਿੱਚ ਗਨ ਵੀ ਪਈ ਹੈ। ਪਰ ਇਹਦੇ ਦੇ ਵਿੱਚ ਫਿਰ ਸਵੈ ਰੱਖਿਆ ਦਾ ਕਾਨੂੰਨ ਕੀ ਕਹਿੰਦਾ ਜੀ? ਕੀ ਕਰ ਸਕਦੇ ਜਦ ਆਪ ਮੈਂ ਮਰਨ ਲੱਗਿਆ, ਮੈਂ ਆਪਣੇ ਆਪ ਨੂੰ ਬਚਾਉਣ ਲਈ ਮੂਹਰਲਾ ਬੰਦਾ ਜਿਹੜਾ ਮੇਰੇ 'ਤੇ ਹਮਲਾ ਕਰਦਾ ਹੈ ਉਹਨੂੰ ਮਾਰ ਸਕਦਾ? ਹਰੀ ਜੀ, ਜਦੋਂ ਕੋਈ ਵੀ ਵਿਅਕਤੀ ਆਪਣੀ ਪਤਨੀ ਦੀ ਜਾਨ ਬਚਾਉਣ ਦੇ ਇਰਾਦੇ ਨਾਲ ਕਿਸੇ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੰਦਾ ਤਾਂ ਉਹ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਹੀਂ ਲੈ ਰਿਹਾ ਹੁੰਦਾ। ਉਸ ਵੱਲੋਂ ਕੀਤੇ ਗਏ ਸਮਾਰੂ ਹਮਲੇ ਲਈ ਉਹ ਕਾਨੂੰਨ ਦੁਆਰਾ ਸੁਰੱਖਿਅਤ ਹੋ ਸਕਦਾ ਜੀ। ਜਦੋਂ ਇੱਕ ਜਵਾਨ ਲੜਕੀ ਆਪਣੀ ਇੱਜ਼ਤ ਦੀ ਰੱਖਿਆ ਲਈ ਕਿਸੇ ਬਲਾਤਕਾਰੀ ਇਰਾਦੇ ਵਾਲੇ ਵਿਅਕਤੀ ਦੇ ਢਿੱਡ 'ਚ ਚਾਕੂ ਮਾਰ ਦਿੰਦੀ ਹੈ ਤਾਂ ਉਸ ਵੇਲੇ ਉਹ ਆਪਣੇ ਹੱਥਾਂ 'ਚ ਕਾਨੂੰਨ ਨਹੀਂ ਲੈ ਰਹੀ ਹੁੰਦੀ, ਸਗੋਂ ਉਹ ਕਾਨੂੰਨੀ ਤੌਰ 'ਤੇ ਉਹ ਵੀ ਸੁਰੱਖਿਅਤ ਹੋ ਸਕਦੀ ਹੈ। ਫੌਜਦਾਰੀ ਕਾਨੂੰਨ ਦੀ ਧਾਰਾ ਜਿਹੜੀ ਆਪਣੀ ਕ੍ਰਿਮੀਨਲ ਕੋਡ ਸੈਕਸ਼ਨ 34 ਅਨੁਸਾਰ ਕਿਸੇ ਵਿਅਕਤੀ ਨੂੰ ਆਪਣੇ ਬਚਾਅ ਲਈ, ਕਿਸੇ ਹੋਰ ਦੇ ਬਚਾਅ ਲਈ ਜਾਂ ਆਪਣੀ ਜਾਇਦਾਦ ਦੀ ਰੱਖਿਆ ਕਰਨ ਲਈ ਵਾਜਬ ਰੀਜ਼ਨੇਬਲ ਸ਼ਕਤੀ, ਰੀਜ਼ਨੇਬਲ ਫੋਰਸ ਦੀ ਵਰਤੋਂ ਕਰਨ ਦੀ ਪੂਰੀ ਆਗਿਆ ਜੀ। ਕਿਸੇ ਹੋਣ ਵਾਲੇ ਕਤਲ ਦੇ ਬਚਾਅ ਲਈ ਵੀ ਕਾਨੂੰਨ ਅਧੀਨ ਇਸ ਨੂੰ ਵਰਤਿਆ ਜਾ ਸਕਦਾ। ਸੋ ਜੇ ਤੁਸੀਂ ਆਪਣੇ ਬਚਾਅ ਲਈ, ਆਪਣੇ ਕਿਸੇ ਸਕੇ ਸੰਬੰਧੀ, ਬੱਚੇ, ਪਰਿਵਾਰ ਜਾਂ ਆਪਣੀ ਜਾਇਦਾਦ ਨੂੰ ਬਚਾਉਣ ਲਈ ਅਗਰ ਤੁਹਾਨੂੰ ਵਾਜਬ ਸ਼ਕਤੀ ਦੀ ਵਰਤੋਂ ਕਰਨੀ ਪੈਂਦੀ ਹੈ ਤਾਂ ਉਹ ਜਿਹੜਾ ਸਵੈ ਰੱਖਿਆ ਦਾ ਕਾਨੂੰਨ ਹੈ ਉਹਦੇ ਅਧੀਨ ਆਉਂਦਾ, ਜਿਹਨੂੰ ਸੈਲਫ ਡਿਫੈਂਸ ਆਖਿਆ ਜਾਂਦਾ ਜੀ। ਬਲਾਤਕਾਰ ਵਾਲਾ ਜਿਹੜਾ ਇਹ ਬਹੁਤ ਵੱਡਾ ਇਸ਼ੂ ਹੈ ਜਿਸ 'ਤੇ ਮੈਂ ਅਕਸਰ ਗੱਲ ਕਰਦਾ। ਬੱਚੀਆਂ ਧੀਆਣੀਆਂ ਸਾਡੀਆਂ 20 ਵਰ੍ਹੇ ਦੀਆਂ ਆਈਆਂ ਪੰਜਾਬ ਤੋਂ, ਰਾਤਾਂ ਨੂੰ ਸਫ਼ਰ ਕਰਦੀਆਂ ਨੇ, ਕੋਈ ਜਿਹੜਾ ਮਗਜ਼ ਕੋਈ ਬੈਠ ਕੇ ਹਟਦਾ ਨਹੀਂ, ਕੋਈ ਕੋਲ ਬੈਠ ਕੇ ਗਲਤ ਹਰਕਤਾਂ ਕਰਦਾ ਤਾਂ ਜਾਂ ਟੱਚ ਕਰਦਾ ਜਾਂ ਕੋਈ ਇਹੋ ਜਿਹੀ ਜਗ੍ਹਾ 'ਤੇ ਉਹਨਾਂ ਨਾਲ ਕੋਈ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਇਸ ਸਮੇਂ ਉਹ ਕੀ ਕਰ ਸਕਦੀਆਂ ਜੀ? ਉਸ ਲੜਕੀ ਨੂੰ ਜਾਂ ਸਵੈ ਰੱਖਿਆ ਕਾਨੂੰਨ ਦੀ ਵਰਤੋਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਜਦ ਇਹ ਕੋਰਟ ਕਚਹਿਰੀ 'ਚ ਕੇਸ ਜਾਂਦੇ ਆ, ਜੱਜ ਨੂੰ 3 ਚੀਜ਼ਾਂ ਦਾ ਯਕੀਨ ਦਿਵਾਉਣਾ ਜ਼ਰੂਰੀ ਹੁੰਦਾ ਜੀ। ਪਹਿਲੇ ਨੰਬਰ 'ਤੇ ਵਿਸ਼ਵਾਸ, ਭਾਵ ਅਰਥ ਕਿ ਵੀ ਉਸ ਨੂੰ ਵਿਸ਼ਵਾਸ ਸੀ ਕਿ ਉਸ ਦੇ ਖਿਲਾਫ
ਤਾਕਤ ਦੀ ਵਰਤੋਂ ਕੀਤੀ ਜਾ ਰਹੀ ਹੈ ਹੂੰ ਜਾਂ ਉਸ ਦੇ ਖਿਲਾਫ ਤਾਕਤ ਦੀ ਵਰਤੋਂ ਕੀਤੀ ਜਾਣ ਦੀ ਸੰਭਾਵਨਾ ਦੀ ਉਸ ਦੇ ਮਨ 'ਚ ਧਮਕੀ ਹੈ। ਹੂੰ ਨੰਬਰ 2 ਮਕਸਦ ਆ ਜਾਂਦਾ ਜੀ ਕਿ ਵੀ ਉਸ ਵੱਲੋਂ ਜਿਹੜੇ ਜਵਾਬੀ ਲੜਾਈ ਲੜਨ ਲਈ ਕੀਤੀ ਗਈ ਸੀ, ਸਪੋਜ਼ ਕਰੋ ਜੇ ਉਹ ਲੜਕੀ ਆਪਣੇ ਬਲਾਤਕਾਰੀ ਦੇ ਚਾਕੂ ਮਾਰ ਦਿੰਦੀ ਹੈ ਤਾਂ ਉਹ ਚਾਕੂਬਾਜੀ ਸਿਰਫ ਆਪਣੇ ਆਪ ਨੂੰ ਬਚਾਉਣ ਲਈ ਹੀ ਕੀਤੀ ਗਈ ਸੀ, ਨਾ ਕਿ ਕਿਸੇ ਹੋਰ ਮਕਸਦ ਨਾਲ। ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ। ਲੈਟਸ ਸੇ ਜੇ ਉਹ ਮੁੰਡਾ ਜਿਹੜਾ ਬਲਾਤਕਾਰੀ ਇਰਾਦਾ ਰੱਖਣ ਵਾਲਾ ਜ਼ਬਰਦਸਤੀ ਉਸਦੀ ਇੱਜ਼ਤ ਲੁੱਟ ਕੇ ਬਾਹਰ ਜਾਣ ਦੀ ਕੋਸ਼ਿਸ਼ ਕਰਦਾ ਹੈ, ਉਹ ਤੋਂ ਦੂਰ ਜਾ ਰਿਹਾ ਪਰ ਉਹ ਲੜਕੀ ਉਸਦਾ ਪਿੱਛਾ ਕਰਦੀ ਹੈ ਤੇ ਉਸਨੂੰ ਚਾਕੂ ਮਾਰ ਦਿੰਦੀ ਹੈ, ਤਾਂ ਫਿਰ ਉਹ ਲੇਟਰ ਔਨ ਡਾਊਨ ਦਾ ਰੋਡ ਸਵੈ ਰੱਖਿਆ ਦੀ ਆਪਣੀ ਜਿਹੜੀ ਡਿਫੈਂਸ ਕੋਰਟ ਵਿੱਚ ਨਹੀਂ ਰੇਜ਼ ਕਰ ਸਕਦੀ। ਅੰਤ ਵਿੱਚ ਉਸ ਦੁਆਰਾ ਵਰਤੀ ਗਈ ਜਿਹੜੀ ਤਾਕਤ ਦੀ ਮਾਤਰਾ ਹੈ ਹਾਲਾਤ ਮੁਤਾਬਿਕ ਵਾਜਬ ਹੋਣੀ ਚਾਹੀਦੀ ਹੈ। ਜੇ ਕੋਈ ਛੋਟੇ ਕੱਦ ਦੀ ਔਰਤ ਆਪਣੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰ ਰਹੇ ਕਿਸੇ ਵੱਡੇ ਆਕਾਰ ਵਾਲੇ ਆਦਮੀ ਨੂੰ ਚਾਕੂ ਮਾਰ ਦਿੰਦੀ ਹੈ ਤਾਂ ਅਦਾਲਤ ਉਸ ਔਰਤ ਵੱਲੋਂ ਵਰਤੀ ਗਈ ਤਾਕਤ ਨੂੰ ਆਮ ਤੌਰ ਤੇ ਵਾਜਬ ਹੀ ਮੰਨੇਗੀ ਜੀ। ਕਾਰ 'ਚ ਜਾ ਰਹੇ ਹੋ ਤੁਸੀਂ, ਕਾਰ ਦੇ ਵਿੱਚ ਤੁਹਾਡੇ ਕੋਲ ਗਨ ਹੈ, ਉਹ ਗਨ ਲੀਗਲ ਇਲੀਗਲ ਦੀ ਗੱਲ ਬਾਅਦ 'ਚ ਹੈ। ਲੀਗਲ ਇਲੀਗਲ ਮਤਲਬ ਇਹ ਨਹੀਂ ਵੀ ਇਲੀਗਲ ਵੈਪਨ ਹੈ, ਜੇ ਉਹ ਇਹ ਆ ਵੀ ਤੁਸੀਂ ਉਹਨੂੰ ਕੈਰੀ ਕਿੱਥੇ ਕਰ ਸਕਦੇ ਹੋ, ਕੀ ਉਹ ਰਿਸਟ੍ਰਿਕਟਡ ਆ ਜਾਂ ਨਾਨ ਰਿਸਟ੍ਰਿਕਟਡ ਆ। ਨਾਨ ਰਿਸਟ੍ਰਿਕਟਡ ਗਨ ਪਿੱਛੇ ਪਈ ਹੈ ਤਾਂ ਉਸ ਦੀਆਂ ਧਾਰਾਵਾਂ ਹੋਰ ਨੇ। ਰਿਸਟ੍ਰਿਕਟਡ ਹੈਂਡਗਨ ਤੇ ਦੀ ਗੱਲ ਹੋਰ ਆ, ਉਹਨੂੰ ਇੱਕ ਤੋਂ ਦੂਜੀ ਜਗ੍ਹਾ ਤੱਕ ਟਾਰਗੇਟ ਸ਼ੂਟਿੰਗ ਤੱਕ ਲਿਜਾ ਸਕਦੇ ਹੋ ਸਿੱਧੇ ਰੂਟ ਤੇ। ਪਰ ਬੰਦਾ ਕੋਈ ਗੱਡੀ ਸੈਟ ਆਫ ਲਾਈਟਸ ਤੇ ਖੜੀ ਆ, ਇੱਕ ਭੱਜ ਕੇ ਆ ਕੇ ਗੱਡੀ 'ਚ ਵੜਨ ਦੀ ਕੋਸ਼ਿਸ਼ ਕਰਦਾ ਤੇ ਕੋਲ ਪਿਆ ਕਿਸੇ ਦੇ ਕੋਲ ਅਸਲਾ, ਉਸਨੇ ਉਹਨੂੰ ਗੋਲੀ ਮਾਰ ਦਿੱਤੀ। ਇਹ ਇੱਕ ਘਟਨਾ ਹੋਈ, ਇਹਦੇ ਬਾਰੇ ਦੱਸੋ ਜੀ। ਹਾਂਜੀ, ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਆਪਣਾ ਜਿਹੜਾ ਕ੍ਰਿਮੀਨਲ ਕੋਡ ਹੈ ਉਹਨੇ ਜਾਣ ਬੁੱਝ ਕੇ ਆਪਣੀ ਪਾਰਲੀਮੈਂਟ ਨੇ ਜਿਹੜੀ ਹਥਿਆਰ ਦੀ ਡੈਫੀਨੇਸ਼ਨ, ਵੈਪਨ ਦੀ ਡੈਫੀਨੇਸ਼ਨ ਦੱਸੀ ਨਹੀਂ ਜੀ। ਉਹਨਾਂ ਨੇ ਕ੍ਰਿਮੀਨਲ ਕੋਡ 'ਚ ਲਿਖਿਆ ਨੇ ਵੀ ਹਥਿਆਰ ਕੀ ਚੀਜ਼ ਹੋਣੀ ਚਾਹੀਦੀ ਹੈ। ਜੇ ਜਿਵੇਂ ਤੁਹਾਡੇ ਹੱਥ 'ਚ ਇਸ ਵੇਲੇ ਪੈਨ ਫੜਿਆ ਹੋਇਆ, ਜੇ ਸਪੋਜ਼ ਕਰੋ ਤੁਹਾਡੇ ਤੇ ਕੋਈ ਅਟੈਕ ਕਰਦਾ, ਜੇ ਤੁਸੀਂ ਪੈਨ ਨਾਲ ਉਹਦੀ ਅੱਖ ਕੱਢ ਦਿੰਦੇ ਹੋ ਤਾਂ ਇਹ ਵੀ ਹਥਿਆਰ ਦਾ ਰੂਪ ਅਖਤਿਆਰ ਕਰ ਸਕਦਾ। ਸੋ ਇਹ ਡਿਪੈਂਡ ਕਰਦਾ ਕਿ ਵੀ ਤੁਸੀਂ ਆਪਣੀ ਕਾਰ ਵਿੱਚ ਅਗਰ ਅਮਨ ਸ਼ਾਂਤੀ ਨਾਲ ਬੈਠੇ ਹੋ ਜਾਂ ਸਫ਼ਰ ਕਰ ਰਹੇ ਹੋ, ਜੇ ਤੁਹਾਡੇ ਤੇ ਕੋਈ ਵਾਰ ਕਰਦਾ ਤੇ ਤੁਹਾਨੂੰ ਆਪਣੀ ਜਾਨ ਦਾ ਜਾਂ ਜੇ ਤੁਹਾਡੀ ਫੈਮਿਲੀ ਕਾਰ 'ਚ ਬੈਠੀ ਹੈ ਜਾਂ ਤੁਹਾਨੂੰ ਆਪਣੀ ਕਾਰ ਦੀ ਪ੍ਰੋਟੈਕਸ਼ਨ ਲਈ ਅਗਰ ਤੁਸੀਂ ਜਵਾਬੀ ਹਮਲਾ ਦਿੰਦੇ ਹੋ ਤਾਂ ਉਹ ਮੋਸਟ ਆਫ ਦਾ ਟਾਈਮ ਜਿਹੜਾ ਹੈਗਾ ਸੈਲਫ ਡਿਫੈਂਸ 'ਚ ਮੰਨਿਆ ਜਾਊਗਾ ਜੀ। ਮੈਂ ਕੱਲ੍ਹ ਹੀ ਸਾਡਾ ਹਜੇ ਕੋਰਟ 'ਚ ਜਿੱਤ ਹੋਈ ਹੈ ਜੀ। ਇੱਕ ਬੰਦਾ ਜੀ ਆਪਣੇ ਘਰੇ ਸੁੱਤਾ ਪਿਆ ਤੇ ਉਹਦਾ ਜਿਹੜਾ ਕਿਰਾਏਦਾਰ ਸੀਗਾ ਅੱਧੀ ਰਾਤ ਨੂੰ ਆਇਆ ਤਾਂ ਉਸਨੇ ਆ ਕੇ ਜੀ ਉਹਦਾ ਡੋਰ ਭੰਨਣਾ ਸ਼ੁਰੂ ਕਰਤਾ ਤੇ ਬਾਹਰੋਂ ਕੱਢ ਕੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ, ਮੇਰੇ ਕੋਲ ਚਾਬੀ ਹੈ ਨਹੀਂ ਥਲੜੀ, ਮੈਨੂੰ ਡੋਰ ਖੋਲੋ, ਮੇਰੇ ਤੋਂ ਮੈਂ ਅੰਦਰ ਵੜਨਾ। ਤਾਂ ਸਾਡਾ ਬੰਦਾ ਜੀ ਉਹਨੇ ਸ਼ਰਾਬ ਪੀਤੀ ਹੋਈ ਸੀਗੀ ਤੇ ਸ਼ਰਾਬ ਪੀਤੀ 'ਚੋਂ ਉੱਠਿਆ ਤੇ ਉਹਨੂੰ ਸਮਝ ਆ ਬਈ ਮੈਂ ਕਰਾਂ ਕੀ, ਡਰ ਗਿਆ। ਉਹ ਅੰਦਰ ਕਿਚਨ 'ਚ ਗਿਆ, ਉਹਨੇ ਨਾਈਫ ਚੱਕਿਆ, ਨਾਈਫ ਚੱਕ ਕੇ ਜਦ ਉਹਨੇ ਡੋਰ ਖੋਲ੍ਹਿਆ ਤਾਂ ਉਹਨਾਂ ਦੀ ਆਪਸ ਵਿੱਚ ਝੜਪ ਹੋ ਗਈ ਤਾਂ ਉਹ ਚਾਕੂ ਉਹਦੀ ਉਹਦੇ ਚਾਕੂ ਮਾਰ ਦਿੱਤਾ। ਤਾਂ ਇਹ ਪੱਕੀ ਸੈਲਫ ਡਿਫੈਂਸ ਹੈ। ਬੰਦਾ ਆਪਣੇ ਘਰੇ ਸੁੱਤਾ ਪਿਆ, ਤੁਸੀਂ ਅੱਧੀ ਰਾਤ ਨੂੰ ਆ ਕੇ ਜਾਂ ਤੁਸੀਂ ਉਹਨੂੰ ਤੰਗ ਕਰਦੇ ਹੋ ਤੇ ਜੇ ਬੰਦੇ ਦੇ ਮਨ ਵਿੱਚ ਡਰ ਪੈਦਾ ਹੋ ਗਿਆ ਕਿ ਵੀ ਮੇਰੇ ਕੋਲ ਕਿ ਇਹ ਬੰਦਾ ਮੇਰੇ ਤੇ ਹਮਲਾ ਕਰ ਸਕਦਾ ਜਾਂ ਮੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦਾ ਜਾਂ ਮੇਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾ ਸਕਦਾ, ਤਾਂ ਉਸ ਸਿਚੁਏਸ਼ਨ ਵਿੱਚ ਜੇ ਤੁਸੀਂ ਵਾਜਬ ਤਾਕਤ ਦੀ ਵਰਤੋਂ ਕਰਦੇ ਹੋ ਤਾਂ ਉਹ ਸਵੈ ਰੱਖਿਆ ਮੋਸਟ ਆਫ ਦਾ ਟਾਈਮ ਮੰਨੀ ਜਾ ਸਕਦੀ ਹੈ ਜੀ। ਅੱਛਾ, ਮੈਨੂੰ ਇੱਕ ਦੱਸਿਓ ਜੀ, ਆਹ ਕੇਸ ਜਿਹੜਾ ਪੀਟਰ ਖਿਲ ਵਾਲਾ ਹੈ ਜੀ, ਇਹ ਕੇਸ ਕੀ ਹੈ ਜੀ? ਜੀ ਇਹ 4 ਫਰਵਰੀ 2016 ਨੂੰ ਟੋਰਾਂਟੋ ਦੇ ਨੇੜੇ ਮਿਸਿਸਾਗਾ ਵਿੱਚ ਪੀਟਰ ਖਿਲ ਦਾ ਨਾਂ ਦਾ ਇਨਸਾਨ ਆਪਣੀ ਪਤਨੀ ਨਾਲ ਆਪਣੇ ਘਰੇ ਸੌਂ ਰਿਹਾ ਸੀਗਾ ਜੀ। ਉਸਦੀ ਪਤਨੀ ਨੇ ਬਾਹਰ ਆ ਰਹੀਆਂ ਆਵਾਜ਼ਾਂ ਸੁਣਨ ਕਾਰਨ ਪੀਟਰ ਨੂੰ ਜਗਾਇਆ ਕਿਉਂਕਿ ਹਨੇਰੇ ਵਿੱਚ ਉਸਨੇ ਕਿਸੇ ਨੂੰ ਆਪਣੀ ਕਾਰ ਵਿੱਚ ਵੜਦੇ ਹੋਏ ਵੇਖਿਆ ਜੀ। ਪੀਟਰ ਖਿਲ ਨੇ ਇੱਕ ਦੁਨਾਲੀ ਲਈ, ਦੁਨਾਲੀ ਨੂੰ ਲੋਡ ਕੀਤਾ ਅਤੇ ਚੁੱਪਚਾਪ ਆਪਣੇ ਟਰੱਕ ਕੋਲ ਗਿਆ ਅਤੇ ਉਹ ਸ਼ੱਕੀ ਵਿਅਕਤੀ ਨੂੰ ਆਪਣੇ ਹੱਥ ਉੱਪਰ ਕਰਨ ਲਈ ਉਸਨੇ ਆਖਿਆ ਜੀ। ਉਹ ਜਿਹੜਾ ਸ਼ੱਕੀ ਵਿਅਕਤੀ ਸੀ ਆਪਣੀ ਕਮਰ ਦੇ ਨੇੜੇ ਉਸਨੇ ਹੱਥ ਰੱਖ ਕੇ ਦੂਜੇ ਪਾਸੇ ਮੁੜਿਆ ਤੇ ਪੀਟਰ ਖਿਲ ਕੋਲ ਬੰਦੂਕ ਸੀ, ਇਸ ਲਈ ਉਸਨੇ 2 ਵਾਰ ਗੋਲੀ ਚਲਾਈ ਅਤੇ ਉਸ ਵਿਅਕਤੀ ਨੂੰ ਹਲਾਕ ਕਰ ਦਿੱਤਾ ਜੀ। ਸੋ ਆ ਦੁਰਘਟਨਾ ਵਾਪਰੀ ਸੀ ਮਿਸਿਸਾਗਾ ਵਿੱਚ। ਅੱਛਾ ਜੀ, ਹੁਣ ਪੀਟਰ ਖਿਲ ਦੇ ਫਿਰ ਦੋਸ਼ ਲੱਗਿਆ ਨਹੀਂ ਜੀ ਕਤਲ ਦਾ?
ਪੀਟਰ ਖਿਲ ਨੂੰ 12 ਆਮ ਲੋਕਾਂ ਦੀ ਜਿਊਰੀ ਦੁਆਰਾ ਦੋਸ਼ ਮੁਕਤ ਕੀਤਾ ਗਿਆ। ਜਿਊਰੀ ਆਮ ਤੌਰ ਤੇ ਭਾਈਚਾਰੇ ਦੀ ਆਵਾਜ਼ ਹੁੰਦੀ ਹੈ ਅਤੇ ਉਹ ਕਿਵੇਂ ਗਲਤ ਹੋ ਸਕਦੀ ਹੈ। ਜਿਊਰੀ ਦਾ ਮੰਨਣਾ ਸੀ ਕਿ ਜਿਸ ਸਮੇਂ ਸ਼ੱਕੀ ਹਮਲਾਵਰ ਪਿੱਛੇ ਮੁੜ ਰਿਹਾ ਸੀ ਉਸ ਸਮੇਂ ਪੀਟਰ ਡਰ ਗਿਆ ਕਿ ਉਸ ਕੋਲ ਅਸਲਾ ਹੋ ਸਕਦਾ ਜੀ। ਉਹਨਾਂ ਦਾ ਮੰਨਣਾ ਸੀ ਕਿ ਹਾਲਾਤ ਅਨੁਸਾਰ ਪੀਟਰ ਵੱਲੋਂ ਉਸ ਨੂੰ ਗੋਲੀ ਮਾਰਨਾ ਸਹੀ ਫੈਸਲਾ ਸੀਗਾ, ਭਾਵੇਂ ਹਰਜੀਤ ਜੀ ਕਿਸੇ ਨੂੰ ਥੱਪੜ ਮਾਰਨ ਦੀ ਗੱਲਬਾਤ ਹੋਵੇ ਜਾਂ ਕਿਸੇ ਦੇ ਕਤਲ ਦੀ। ਕਾਨੂੰਨ ਉਹਨਾਂ ਦੀ ਰੱਖਿਆ ਕਰਦਾ ਜੋ ਸਿਰਫ ਆਪਣੇ ਆਪ ਨੂੰ ਬਚਾ ਰਹੇ ਹੁੰਦੇ ਆ ਜੀ। ਸੋ ਇਹ ਬੜੀ ਫਾਈਨ ਲਾਈਨ ਆ ਵਕੀਲ ਸਾਹਿਬ ਇਹਦੇ ਵਿੱਚ। ਤੇ ਇਹ ਕੇਸ ਫਿਰ ਅਦਾਲਤ ਸੁਪਰੀਮ ਕੋਰਟ 'ਚ ਵੀ ਗਿਆ ਜੀ? ਹਾਂਜੀ, ਇਹ ਜਿਊਰੀ ਦੇ ਫੈਸਲੇ ਤੋਂ ਸਰਕਾਰੀ ਵਕੀਲ ਬਹੁਤ ਹੀ ਨਾਖੁਸ਼ ਸੀਗੇ। ਉਹਨਾਂ ਨੇ ਕੇਸ ਦੇ ਫੈਸਲੇ ਵਿਰੁੱਧ ਅਪੀਲ ਕੀਤੀ ਅਤੇ ਉੱਚ ਅਦਾਲਤ ਨੇ ਕਿਹਾ ਕਿ ਪੀਟਰ ਖਿਲ ਨੇ ਗਲਤ ਕੰਮ ਕੀਤਾ ਅਤੇ ਜਿਊਰੀ ਨੂੰ ਦੱਸਿਆ ਜਾਣਾ ਚਾਹੀਦਾ ਸੀ ਕਿ ਉਹਨਾਂ ਨੂੰ ਇਹ ਸੋਚਣ ਦੀ ਜ਼ਰੂਰਤ ਹੈ ਕਿ ਜੋ ਕੁਝ ਵੀ ਵਾਪਰਿਆ ਉਸ ਵਿੱਚ ਪੀਟਰ ਦੀ ਕੀ ਭੂਮਿਕਾ ਸੀਗੀ ਜੀ। ਜਦੋਂ ਵੀ ਸਵੈ ਰੱਖਿਆ ਦੀ ਦਲੀਲ ਦਿੱਤੀ ਜਾਂਦੀ ਹੈ ਤਾਂ ਅਦਾਲਤ ਇਹ ਘੋਖੇਗੀ ਕਿ ਘਟਨਾ ਵਿੱਚ ਦੋਸ਼ੀ ਠਹਿਰਾਏ ਗਏ ਵਿਅਕਤੀ ਦੀ ਕੀ ਭੂਮਿਕਾ ਸੀਗੀ। ਉਦਾਹਰਨ ਲਈ, ਜੇ ਪੀਟਰ ਅੰਦਰ ਰਹਿੰਦਾ ਅਤੇ ਪੁਲਿਸ ਨੂੰ ਜੇ ਕਾਲ ਕਰ ਦਿੰਦਾ ਤਾਂ ਸ਼ਾਇਦ ਕਿਸੇ ਨੂੰ ਮਰਨ ਮਰਾਉਣ ਦੀ ਨੌਬਤ ਹੀ ਨਹੀਂ ਆਉਣੀ ਸੀ ਜੀ। ਪਰ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਇਹ ਵਿਅਕਤੀ ਪੀਟਰ ਦੀ ਜਾਇਦਾਦ ਤੇ ਧੱਕੇ ਨਾਲ ਦਾਖਲ ਹੋਣ ਕਰਕੇ ਇਸ ਜ਼ੁਲਮ ਦਾ ਸ਼ਿਕਾਰ ਹੋਇਆ। ਪੀਟਰ ਦੀ ਆਪਣੀ ਭੂਮਿਕਾ ਕੀ ਮਾਇਨੇ ਰੱਖਦੀ ਹੈ? ਕੈਨੇਡਾ ਦੀ ਸਰਵਉੱਚ ਅਦਾਲਤ ਨੇ ਕਿਹਾ ਕਿ ਇਸ ਕੇਸ ਦੀ ਸੁਣਵਾਈ ਦੁਬਾਰਾ ਕਰਨ ਦੀ ਲੋੜ ਹੈ ਅਤੇ ਇਹ ਕੇਸ ਮੁੜ ਤੋਂ ਸੁਣਵਾਈ ਲਈ ਵਾਪਸ ਭੇਜਿਆ ਗਿਆ। ਪਰ ਜਿੰਨੇ ਆਪਣੇ ਵੈਸਟਰਨ ਪ੍ਰੋਵਿੰਸਿਸ ਆ ਉੱਥੇ ਸਾਰੇ ਲੋਕਾਂ ਦੀ ਇਹ ਸੋਚ ਹੈ ਵੀ ਜੇ ਤੁਹਾਡੀ ਪ੍ਰਾਪਰਟੀ 'ਚ ਕੋਈ ਧੱਕੇ ਨਾਲ ਵੜਦਾ, ਤੁਹਾਡਾ ਕੋਈ ਕਸੂਰ ਨਹੀਂ, ਤਾਂ ਤੁਸੀਂ ਪ੍ਰੋਵਾਈਡਡ ਕਿ ਵੀ ਤੁਸੀਂ ਜਿਹੜੀ ਸ਼ਕਤੀ ਦੀ ਵਰਤੋਂ ਕਰਦੇ ਹੋ ਉਹ ਰੀਜ਼ਨੇਬਲ ਹੈ। ਜੇ ਬੰਦਾ ਆਪ ਹੀ ਮੁੜ ਕੇ ਬਾਹਰ ਨੂੰ ਵਾਪਸ ਜਾਣਾ ਸ਼ੁਰੂ ਕਰਤਾ, ਜੇ ਫਿਰ ਤੁਸੀਂ ਉਹਦੇ ਉੱਪਰ ਵਾਰ ਕਰੋ ਤਾਂ ਉਹ ਜਾਇਜ਼ ਨਹੀਂ ਹੋਊਗਾ ਜੀ। ਸਰਵਉੱਚ ਅਦਾਲਤ ਸਵੈ ਰੱਖਿਆ ਦੇ ਲਈ ਬੰਦੂਕ ਦੀ ਵਰਤੋਂ ਨੂੰ ਕੀ ਕਹਿੰਦਾ ਜੀ ਆਪਣਾ? ਪੀਟਰ ਖਿਲ ਦੇ ਕੇਸ ਤੋਂ ਪਹਿਲਾਂ ਵੀ ਕ੍ਰਿਮੀਨਲ ਕੋਡ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ, ਕਿ ਸਵੈ ਰੱਖਿਆ ਵਿੱਚ ਕਿਹੜੇ ਹਥਿਆਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਾਂ ਨਹੀਂ ਕੀਤੀ ਜਾ ਸਕਦੀ, ਉਹਦਾ ਉਹਨਾਂ ਨੇ ਵਰਣਨ ਨਹੀਂ ਕੀਤਾ। ਕੈਨੇਡਾ ਵਿੱਚ ਬਹੁਤ ਸਾਰੇ ਲੋਕਾਂ ਨੇ ਸੈਲਫ ਡਿਫੈਂਸ ਲਈ ਬੰਦੂਕ ਦੀ ਵਰਤੋਂ ਕੀਤੀ ਹੈ ਅਤੇ ਉਹਨਾਂ ਨੂੰ ਕਤਲ ਦਾ ਦੋਸ਼ੀ ਨਹੀਂ ਪਾਇਆ ਗਿਆ ਜੀ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਅਜੀਤ ਜੀ ਵੀ ਤੁਸੀਂ ਹਥਿਆਰ ਦੀ ਵਰਤੋਂ ਕਰਦੇ ਹੋ ਜਾਂ ਨਹੀਂ। ਜੋ ਮਹੱਤਵਪੂਰਨ ਮੁੱਦਾ ਉਹ ਹੈ ਸਵੈ ਰੱਖਿਆ ਦਾ ਕਾਨੂੰਨ। 3 ਚੀਜ਼ਾਂ ਜੀ। ਤੁਹਾਡੇ ਕੋਲ ਜੋ ਵਿਸ਼ਵਾਸ ਸੀ, ਤੁਹਾਡਾ ਵਿਸ਼ਵਾਸ ਕੀ ਸੀਗਾ? ਕੀ ਤੁਹਾਡੇ ਮਨ ਵਿੱਚ ਡਰ ਪੈਦਾ ਹੋ ਗਿਆ ਸੀ? ਕੀ ਤੁਸੀਂ ਧਮਕੀ ਮਹਿਸੂਸ ਕੀਤੀ ਸੀ? ਨੰਬਰ 2, ਤੁਹਾਡੀਆਂ ਕਾਰਵਾਈਆਂ ਦਾ ਕਾਰਨ, ਜੋ ਤੁਸੀਂ ਕਦਮ ਲਏ ਉਹਦੇ ਰੀਜ਼ਨ ਕੀ ਸੀਗਾ? ਅਤੇ ਆਖਰ ਵਿੱਚ ਤੁਹਾਡੇ ਵਿਵਾਦ ਦਾ ਮਕਸਦ। ਜੇ ਤੁਸੀਂ ਗੋਲੀ ਚਲਾਈ ਤਾਂ ਚਲਾਈ ਕਿਉਂ? ਤੁਹਾਡੇ ਕੋਲ ਕੋਈ ਹੋਰ ਚੋਇਸ ਸੀਗੀ ਜਾਂ ਨਹੀਂ ਸੀਗੀ ਜੀ? ਕਾਨੂੰਨ ਤੋਂ ਬਿਨਾਂ ਅਕਸਰ ਜਿਹੜੇ ਮੈਂ ਤੁਹਾਡੇ ਕੇਸ ਨਾ ਜੀ ਪਿਛਲੇ 2 ਦਹਾਕਿਆਂ 'ਚ ਬ੍ਰਿਜਮੋਹਨ ਜੀ ਜਿੱਤੇ ਤੁਸੀਂ ਇੱਕ ਚੀਜ਼ ਇਹ ਖੜੀ ਕੀਤੀ ਵੀ ਕਾਨੂੰਨ ਆ ਕਹਿੰਦਾ, ਪਰ ਹਾਲਾਤ ਉੱਥੇ ਇਹ ਸੀ। ਹੁਣ ਬੰਦਾ ਘਰੇ ਸੁੱਤਾ ਪਿਆ, ਉਹਦੇ ਕੋਲ ਵੈਪਨ ਨੇ, ਉਹ ਟਾਰਗੇਟ ਸ਼ੂਟਿੰਗ ਲਈ ਜਾਂਦਾ, ਹੰਟਿੰਗ ਲਈ ਜਾਂਦਾ, ਉਹਦੇ ਕੋਲ ਹੈਂਡ ਗਨ ਹੈ, ਉਹਦੇ ਕੋਲ ਦੂਜੀਆਂ ਗਨਸ ਨੇ, ਤੇ ਬੰਦਾ ਕੋਈ ਕੰਧ ਟੱਪ ਕੇ ਘਰ 'ਚ ਬਣਨ ਦੀ ਕੋਸ਼ਿਸ਼ ਕਰਦਾ, ਜਵਾਕ ਨਾਲ ਪਿਆ ਤੇ ਘਰ ਦਾ ਡੌਗ ਟੌਂਕਰਦਾ ਵੀ ਬੰਦਾ ਅੰਦਰ ਆ ਵੜੇ। ਹੁਣ ਉਹ ਉੱਪਰ ਪਿਆ ਤੇ ਉਹਨੂੰ ਕਹਿੰਦਾ ਵੀ ਜਾ ਮੁੜ ਜਾ, ਤੇ ਉਹ ਕਹਿੰਦਾ ਨਾ ਮੁੜਨ ਵਾਲਿਆਂ 'ਚੋਂ ਅਸੀਂ ਹੈ ਨਹੀਂ, ਤੇ ਉੱਪਰੋਂ ਉਹਦੇ ਉਹ ਗੋਲੀ ਮਾਰਦਾ। ਫਿਰ ਹੁਣ ਇਹ ਕਿਹੜੇ ਖਾਤੇ 'ਚ ਜਾਊਗਾ ਜੀ? ਹਰੀਸ਼ ਜੀ, ਇਹ ਯਾਦ ਰੱਖਣਾ ਬਹੁਤ ਹੀ ਮਹੱਤਵਪੂਰਨ ਹੈ ਕਿ ਸਿਰਫ ਇਸ ਕਰਕੇ ਵੀ ਕੋਈ ਅੱਧੀ ਰਾਤ ਨੂੰ ਤੁਹਾਡੇ ਘਰ ਵਿੱਚ ਦਾਖਲ ਹੋ ਜਾਂਦਾ ਹੈ, ਕਾਨੂੰਨ ਤੁਹਾਨੂੰ ਤਦ ਤੱਕ ਗੋਲੀ ਚਲਾਉਣ ਦੇ ਅਧਿਕਾਰ ਨਹੀਂ ਦਿੰਦਾ ਜਦ ਤੱਕ ਤੁਹਾਡੇ ਦਿਲੋਂ ਦਿਮਾਗ ਧਮਕੀ ਤੁਹਾਨੂੰ ਮਹਿਸੂਸ ਨਹੀਂ ਹੁੰਦੀ। ਅਤੇ ਕੇਵਲ ਤਾਂ ਹੀ ਤੁਹਾਡੇ ਵੱਲੋਂ ਵਰਤਿਆ ਗਿਆ ਤਾਕਤ ਜਾਂ ਫੋਰਸ ਬਿਲਕੁਲ ਵਾਜਬ ਹੋਵੇਗੀ ਜਦੋਂ ਤੁਸੀਂ ਆਪਣੇ ਤੇ ਆਪਣੇ ਪਰਿਵਾਰ ਨੂੰ ਖਤਰੇ 'ਚ ਮਹਿਸੂਸ ਕਰਦੇ ਹੋ ਜੀ। ਹੋ ਸਕਦਾ ਵੀ ਕੋਈ ਅਦਾਲਤ ਇਹ ਉਮੀਦ ਕਰੇ ਕਿ ਪਹਿਲਾਂ ਉਸ ਨੂੰ ਚਲੇ ਜਾਣ ਲਈ ਕਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ, ਹੋ ਸਕਦਾ ਚਾਹੇ ਨਾ ਵੀ ਕਵੇ, ਇਹ ਤਾਂ ਹਾਲਾਤ ਤੇ ਨਿਰਭਰ ਕਰਦਾ। ਪਰ ਹਰ ਕੋਈ ਸੋਚ ਸਕਦਾ ਕਿ ਕੋਈ ਕਿੰਨਾ ਡਰਿਆ ਹੋਇਆ ਹੋਵੇਗਾ ਜੇ ਕੋਈ ਵਿਅਕਤੀ ਉਸ ਸਮੇਂ ਤੁਹਾਡੇ ਘਰ ਅੰਦਰ ਜਿੰਦਰਾ ਤੋੜ ਕੇ ਜਾਂ ਕਿਸੇ ਹੋਰ ਤਾਕਤਪੂਰਵਕ ਤਰੀਕੇ ਨਾਲ ਦਾਖਲ ਹੋ ਜਾਂਦਾ ਅਤੇ ਤੁਸੀਂ ਆਪਣੇ ਪਰਿਵਾਰ ਨਾਲ ਘਰ ਵਿੱਚ ਮੌਜੂਦ ਹੋ, ਸੁੱਤੇ ਪਏ ਹੋ। ਪਰ ਕਿਸੇ ਦੀ ਮੌਜੂਦਗੀ ਤੁਹਾਡੀ ਗੈਰਾਜ ਜਾਂ ਤੁਹਾਡੇ ਬੈਡਰੂਮ 'ਚ ਹੋਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜੀ। ਅਤੇ ਅਦਾਲਤ ਨੂੰ ਸਾਰੇ ਹਾਲਾਤ ਨੂੰ ਦੇਖਣਾ ਪਊਗਾ ਜੀ। ਮੈਂ ਤੁਹਾਨੂੰ ਉਦਾਹਰਨ ਦਿੰਦਾ, ਲੈਟਸ ਸੇ ਕੋਈ ਹੋਮਲੈਸ ਬੰਦਾ, ਬਾਹਰ -10 ਡਿਗਰੀ ਹੈ
ਜਾਂ -5 ਡਿਗਰੀ ਹੈ, ਸਨੋ ਪਈ ਹੋਈ ਹੈ, ਜੇ ਉਹ ਸਪੋਜ਼ ਕਰੋ ਤੁਹਾਡੇ ਗੈਰਾਜ ਦਾ ਜਿੰਦਰਾ ਤੋੜ ਕੇ ਆ ਕੇ ਕੋਨੇ 'ਚ ਆਪਣਾ ਬੈੱਡ ਬਣਾ ਲੈਂਦਾ ਤੇ ਉੱਥੇ ਰਾਤ ਕੱਟਣ ਦੀ ਕੋਸ਼ਿਸ਼ ਕਰਦਾ ਹੈ, ਤੇ ਤੁਸੀਂ ਆ ਕੇ ਪਿਸਤੌਲ ਕੱਢ ਕੇ ਜਾਂ ਬੰਦੂਕ ਕੱਢ ਕੇ ਉਹਨੂੰ ਗੋਲੀ ਮਾਰ ਕੇ ਮਾਰ ਦਿੰਦੇ ਹੋ, ਤਾਂ ਉਹ ਸੈਲਫ ਡਿਫੈਂਸ ਨਹੀਂ ਮੰਨੀ ਜਾਊਗੀ। ਪਰ ਜੇ ਉਹੀ ਬੰਦਾ ਤੁਹਾਡੇ ਘਰ ਗਰਾਜ ਦਾ ਡੋਰ ਤੋੜ ਕੇ ਤੁਹਾਡੇ ਬੈਡਰੂਮ 'ਚ ਆ ਕੇ ਤੁਹਾਡੀ ਛਾਤੀ ਉੱਪਰ ਆ ਕੇ ਖੜ ਜਾਂਦਾ, ਉਸ ਵੇਲੇ ਤੁਸੀਂ ਉਹਨੂੰ ਗੋਲੀ ਮਾਰ ਦਿੰਦੇ ਹੋ, ਤਾਂ ਉਹ ਡਿਫਰੈਂਟ ਚੀਜ਼ ਹੈ। ਸੋ ਇਟ ਡਿਪੈਂਡਸ ਕਿ ਵੀ ਹਾਲਾਤ ਕਿਸ ਤਰ੍ਹਾਂ ਦੇ, ਸਰਕਮਸਟੈਂਸਿਸ ਕਿਸ ਤਰ੍ਹਾਂ ਦੇ ਜੀ। ਇਸੇ ਤਰ੍ਹਾਂ ਹੀ ਇਸਤਰੀਆਂ ਦਾ ਕਈ ਵਾਰ ਕੋਈ ਪਿੱਛਾ ਸ਼ੁਰੂ ਕਰ ਲੈਂਦਾ, ਉਹ ਪਿੱਛਾ ਕਰੀ ਜਾਂਦਾ ਪਰ ਉਹ ਟੱਚ ਨਹੀਂ ਕਰਦਾ, ਪਿੱਛੇ ਜਾ ਰਿਹਾ, ਸ਼ਹਿਰ ਦੀ ਸੜਕ ਹੈ, ਸਰਕਾਰ ਦੀ ਸੜਕ ਹੈ, ਤੇ ਉਹਦੇ ਤੇ ਉਹ ਪਿੱਛੇ ਜਿੱਧਰ ਨੂੰ ਉਹ ਕੁੜੀ ਜਾਂਦੀ ਉਹ ਜਾਈ ਜਾਂਦਾ। ਹੁਣ ਉਸ ਸਮੇਂ ਕੁੜੀ ਕੀ ਕਰ ਸਕਦੀ ਹੈ ਜੀ? ਹਾਂ, ਸਾਡੀਆਂ ਵੀ ਬੇਟੀਆਂ ਹਨ ਜੀ, ਇਸ ਲਈ ਇਹ ਕਹਿੰਦੇ ਹੋਏ ਦੁੱਖ ਹੁੰਦਾ ਕਿ ਜਦੋਂ ਤੱਕ ਕਿਸੇ ਨੂੰ ਅਚਾਨਕ ਖਤਰਾ ਨਹੀਂ ਦਿਸਦਾ, ਉਹ ਇਸਤਰੀ, ਉਹ ਲੜਕੀ ਕਿਸੇ ਵੀ ਤਾਕਤ ਦੀ ਵਰਤੋਂ ਨਹੀਂ ਜੀ ਕਰ ਸਕਦੀ। ਕਾਰਨ ਸਰਲ ਹੈ ਕਿ ਉਹ ਆਦਮੀ ਉਸਦਾ ਪਿੱਛਾ ਕਰ ਰਿਹਾ ਸੀ, ਅਤੇ ਜਦੋਂ ਉਹ ਰੁਕਦੀ ਸੀ ਉਹ ਵੀ ਰੁਕ ਜਾਂਦਾ ਸੀ, ਜਦੋਂ ਉਹ ਤੁਰਦੀ ਸੀ ਤਾਂ ਉਹ ਵੀ ਅਜਿਹਾ ਕਰਦਾ ਸੀ ਜੀ। ਉਸ ਆਦਮੀ ਤੇ ਅਪਰਾਧਿਕ ਪਰੇਸ਼ਾਨੀ, ਕ੍ਰਿਮੀਨਲ ਹਰਾਸਮੈਂਟ ਦੇ ਤਾਂ ਚਾਰਜਿਸ ਲਾਇਆ ਜਾ ਸਕਦਾ, ਪਰ ਇਸ ਨਾਲ ਲੜਕੀ ਨੂੰ ਮੌਕੇ ਤੇ ਮਦਦ ਨਹੀਂ ਮਿਲਦੀ ਜੀ। ਉਹ ਵੀ ਜਦੋਂ ਇਕੱਲੀ ਹੈ, ਪਿੱਛਾ ਕੀਤੀ ਜਾ ਰਹੀ ਕਿਸੇ ਵੀ ਲੜਕੀ ਨੂੰ ਕਿਸੇ ਸਟੋਰ, ਸਕੂਲ ਜਾਂ ਹੋਰ ਜਨਤਕ ਥਾਂ ਤੇ ਚਲੇ ਜਾਣਾ ਚਾਹੀਦਾ ਹੈ। ਜੇ ਤੁਸੀਂ ਧਮਕਾਏ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਕਦੇ ਵੀ ਪੁਲਿਸ ਨੂੰ ਕਾਲ ਕਰਨ ਬਾਰੇ ਗਰੇਜ਼ ਨਹੀਂ ਕਰਨਾ ਚਾਹੀਦਾ। ਕੈਨੇਡਾ ਵਿੱਚ ਅਸੀਂ ਸਾਰੇ ਸੁਤੰਤਰ ਹਾਂ ਅਤੇ ਇਸ ਦੇਸ਼ 'ਚ ਬਿਨਾਂ ਸਤਾਏ ਜਾਣ ਦੇ ਆਪਣੀ ਜ਼ਿੰਦਗੀ ਜਿਉਣ ਦੇ ਯੋਗ ਹੋਣਾ ਵੀ ਸ਼ਾਮਲ ਹੈ। ਅੱਜ ਹਰਜੀਤ ਜੀ, ਸਵੇਰ ਤੋਂ ਖਬਰਾਂ ਚੱਲ ਰਹੀਆਂ ਕਿ ਵੀ ਜਿਹੜੇ ਲੋਕ ਪਾਰਕਿੰਗ ਲਾਟ 'ਚ ਆਪਣੀ ਕਾਰ ਵੱਲ ਜਾ ਰਹੇ ਆ ਗਰੋਸਰੀ ਕਰਕੇ, ਜਾਂ ਉਹਨਾਂ ਦੀਆਂ ਚਾਕੂ ਦਿਖਾ ਕੇ ਉਹਨਾਂ ਤੋਂ ਕਾਰ ਦੀਆਂ ਚਾਬੀਆਂ ਖੋਹ ਲਈਆਂ ਜਾਂਦੀਆਂ, ਲੇਡੀਜ਼ ਤੋਂ ਉਹਨਾਂ ਦੇ ਪਰਸ ਖੋਹ ਲਏ ਜਾਂਦੇ ਆ। ਬੜੇ ਅਫਸੋਸ ਵਾਲੀਆਂ ਗੱਲਾਂ, ਪਰ ਜਦ ਹਾਲਾਤ ਖਰਾਬ ਹੋ ਜਾਂਦੇ ਆ, ਜਦ ਇਨਫਲੇਸ਼ਨ ਵੱਧ ਜਾਂਦੀ ਹੈ, ਲੋਕਾਂ ਕੋਲ ਪੈਸੇ ਨਹੀਂ ਹੁੰਦੇ, ਤਾਂ ਇਹੋ ਜਿਹੀਆਂ ਗੱਲਾਂ ਬਾਤਾਂ ਬਹੁਤ ਉੱਭਰ ਕੇ ਅੱਗੇ ਆਉਂਦੀਆਂ ਜੀ। ਲਓ ਜੀ, ਨਿਊਜ਼ ਅੱਜ ਛੱਡ ਦਿੱਤੀ ਕਿਉਂਕਿ ਗੱਲ ਬੜੀ ਰੌਚਕ ਚੱਲ ਰਹੀ ਹੈ। ਬ੍ਰਿਜਮੋਹਨ ਉਹਨਾਂ ਨਾਲ ਸਵੈ ਰੱਖਿਆ ਦਾ ਮਤਲਬ ਕੀ ਹੈ, ਇਸ ਤੇ ਗੱਲਬਾਤ ਕਰ ਰਹੀ ਹੈ। ਅੱਛਾ ਵਕੀਲ ਸਾਹਿਬ, ਜਦ ਧੀਆਂ ਸਾਡੀਆਂ ਬਾਹਰ ਜਾਂਦੀਆਂ, ਜਿਵੇਂ ਤੁਸੀਂ ਕਿਹਾ ਆਪਾਂ ਧੀਆਂ ਵਾਲੇ ਹਾਂ, ਜੇ ਉਹਨੂੰ ਕਹਿੰਦਾ ਵੀ ਪੁੱਤ ਖਿਆਲ ਰੱਖੀ, ਆਹ ਫੜ ਮਾੜਾ ਜਿਹਾ ਪੈਪਰ ਸਪਰੇ ਤੇ ਇਹਨੂੰ ਰੱਖ ਬੈਗ 'ਚ, ਜਦ ਕੋਈ ਇਉਂ ਲੱਗੇ ਬਈ ਕੋਈ ਗਲਤ ਕਰਦਾ ਤੇ ਉਹਦੀਆਂ ਅੱਖਾਂ 'ਚ ਪਾਉਣਾ ਹੈ, ਕੀ ਮੈਂ ਇਸ ਜਗ੍ਹਾ ਤੇ ਸਹੀ ਹਾਂ ਜਾਂ ਗਲਤ ਹਾਂ? ਅਜੀ ਜੀ, ਬਹੁਤ ਸਾਰੀਆਂ ਕੁੜੀਆਂ ਸਵੈ ਰੱਖਿਆ ਲਈ ਪੈਪਰ ਸਪਰੇ ਆਪਣੇ ਕੋਲ ਰੱਖਦੀਆਂ ਹਨ, ਪਰ ਲੋਕਾਂ ਤੋਂ ਬਚਾਅ ਲਈ ਕਿਸੇ ਵੀ ਕਿਸਮ ਦਾ ਹਥਿਆਰ ਰੱਖਣਾ ਗੈਰ ਕਾਨੂੰਨੀ ਹੈ ਜੀ। ਪਰ ਜੇ ਤੁਸੀਂ ਪੈਪਰ ਸਪਰੇ ਲੈ ਕੇ ਜਾ ਰਹੇ ਹੋ ਕਿਉਂਕਿ ਤੁਸੀਂ ਕੁੱਤਿਆਂ ਤੋਂ ਡਰਦੇ ਹੋ, ਤਾਂ ਤੁਹਾਨੂੰ ਇਸ ਨੂੰ ਰੱਖਣ ਦੀ ਆਗਿਆ ਹੈਗੀ ਹੈ। ਅਤੇ ਜੇ ਤੁਹਾਨੂੰ ਕਿਸੇ ਆਦਮੀ ਦੁਆਰਾ ਧਮਕਾਇਆ ਗਿਆ ਹੈ ਤਾਂ ਤੁਸੀਂ ਇਸ ਤੋਂ ਆਪਣੇ ਆਪ ਨੂੰ ਬਚਾਉਣ ਲਈ ਵਰਤਣ ਦੇ ਯੋਗ ਵੀ ਹੋ ਸਕਦੇ ਹੋ ਜੀ। ਜੇ ਪੁਲਿਸ ਇਸ ਵਿੱਚ ਸ਼ਾਮਲ ਹੋ ਜਾਂਦੀ ਹੈ, ਤਫਤੀਸ਼ ਕਰਦੀ ਹੈ, ਤਾਂ ਤੁਹਾਡੀ ਬੇਟੀ ਨੂੰ ਇਹ ਵਰਣਨ ਕਰਨਾ ਪਵੇਗਾ ਕਿ ਪੈਪਰ ਸਪਰੇ ਤਾਂ ਸਿਰਫ ਉਹਨੇ ਕੁੱਤਿਆਂ ਵਾਸਤੇ ਸੀ, ਪਰ ਉਸ ਕੋਲ ਕਿਸੇ ਆਦਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਇਸ ਦੀ ਵਰਤੋਂ ਕਰਨ ਦਾ ਕੋਈ ਹੋਰ ਬਦਲ ਨਹੀਂ ਸੀਗਾ ਜੀ। ਕ੍ਰਿਮੀਨਲ ਕੋਡ ਇਹ ਨਹੀਂ ਦੱਸਦਾ ਕਿ ਹਥਿਆਰ ਕੀ ਆ ਤੇ ਕੀ ਨਹੀਂ ਜੀ। ਅਤੇ ਮੁੱਖ ਗੱਲ ਜੋ ਮਹੱਤਵਪੂਰਨ ਹੈ ਉਹ ਇਹ ਹੈ ਵੀ ਇਸ ਨੂੰ ਰੱਖਣ ਵਾਲੇ ਵਿਅਕਤੀ ਦਾ ਇਰਾਦਾ। ਜੇ ਕੋਈ ਔਰਤ ਆਪਣੇ ਪਰਸ ਵਿੱਚ ਰੋਟੀਆਂ ਲਾਹਣ ਵਾਲਾ ਬੇਲਣਾ ਰੱਖਦੀ ਹੈ, ਇਸ ਕਰਕੇ ਵੀ ਜੇ ਉਹਦੇ ਤੇ ਕੋਈ ਅਟੈਕ ਕਰਦਾ ਤਾਂ ਬੇਲਣਾ ਕੱਢ ਕੇ ਉਹਦੇ ਸਿਰ 'ਚ ਮਾਰੂਗੀ, ਤਾਂ ਉਹ ਨਹੀਂ ਕਰ ਸਕਦੀ। ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਥਿਆਰ ਆਪਣੇ ਕੋਲ ਇਸ ਕਰਕੇ ਨਹੀਂ ਰੱਖ ਸਕਦੇ ਕਿ ਜੀ ਵੀ ਜੇ ਮੈਨੂੰ ਲੋੜ ਪਈ ਤਾਂ ਮੈਂ ਆਪਣਾ ਬਚਾਅ ਕਰ ਸਕਦਾ ਜੀ। ਮੈਂ ਆਪਣੇ ਡੌਗ ਨੂੰ ਆਥਣੇ ਘੁਮਾਉਣ ਜਾਂਦਾ ਬਹੁਤ ਸਿੰਘਣੀਆਂ ਝਾੜੀਆਂ ਦੇ ਵਿੱਚ, ਤੇ ਉੱਥੇ ਮੈਨੂੰ ਇਹ ਪਤਾ ਲੱਗਿਆ ਵੀ ਇੱਥੇ ਲੂੰਬੜੀਆਂ ਨੇ। ਕੀ ਮੈਂ ਡੱਬ 'ਚ ਆਪਣੀ ਹੈਂਡਗਨ ਲੈ ਕੇ ਜਾ ਸਕਦਾ? ਸਿੱਧੀ ਜੀ ਗੱਲ ਹੈ, ਤੁਹਾਨੂੰ ਆਪ ਪਤਾ ਹੈ ਕਿ ਵੀ ਜਿਹੜਾ ਰਿਸਟ੍ਰਿਕਟਡ ਵੈਪਨ ਆ, ਤੁਸੀਂ ਉਹਨੂੰ ਆਪਣੇ ਕੋਲ ਕਿਸ ਹਾਲਾਤ ਵਿੱਚ ਰੱਖ ਸਕਦੇ ਹੋ, ਕਿਸ ਹਾਲਾਤ ਵਿੱਚ ਕੈਰੀ ਕਰ ਸਕਦੇ ਹੋ, ਕੀ ਉਹਦਾ ਮਕਸਦ ਹੋਣਾ ਚਾਹੀਦਾ। ਕੋਈ ਵੀ ਤੁਸੀਂ ਕੋਈ ਵੀ ਚੀਜ਼ ਜਿਹੜੀ ਸਵੈ ਰੱਖਿਆ ਲਈ, ਚਾਹੇ ਆਪਣੇ ਲਈ ਜਾਂ ਆਪਣੇ ਪੈਟ ਲਈ ਜਾਂ ਆਪਣੇ ਪਰਿਵਾਰ ਲਈ, ਤੁਸੀਂ ਕੋਈ ਵੀ ਹਥਿਆਰ ਨਹੀਂ ਰੱਖ ਸਕਦੇ ਜੀ। ਵਕੀਲ ਸਾਹਿਬ, ਧੀ ਧਿਆਣੀ ਪੰਜਾਬ ਤੋਂ ਆਈ, ਪਿਓ ਨਾਲ ਮੈਂ ਪਿਛਲੇ ਦਿਨੀ ਗੱਲ ਕੀਤੀ ਆ, ਰੁਦਨ ਕਰਦਾ ਸਾਰਾ ਕੁਝ ਉੱਜੜ ਗਿਆ,
PR ਹੋਈ, ਛੋਟਾ ਭਾਈ ਨਾਲ ਮਾਪੇ ਆਏ। ਹਰਮਨਦੀਪ ਕੌਰ ਕਲੋਨੇ ਦੇ ਵਿੱਚ ਬਦਮਗਜ ਬੰਦੇ ਨੇ ਜਿਹੜਾ ਹੁਣ ਮਾਨਸਿਕ ਰੋਗੀ ਦੇ ਥੱਲੇ ਨਿਕਲ ਜਾਣਾ, ਮੈਨੂੰ ਇਉਂ ਲੱਗਦਾ। 2nd ਡਿਗਰੀ ਮਰਡਰ ਲਾਇਆ, ਫਸਟ ਨਹੀਂ ਲਾਇਆ। ਕੁੱਟ ਕੇ ਜਵਾਖੜੀ ਮਾਰਤੀ ਜਿਹਨੇ ਜ਼ਿੰਦਗੀ ਸ਼ੁਰੂ ਕਰਨੀ ਤੇ ਕਾਨੂੰਨ ਕਹਿੰਦਾ ਤੁਸੀਂ ਸਪਰੇਅ ਨਹੀਂ ਲਿਜਾ ਸਕਦੇ। ਫਿਰ ਇਹਨੂੰ ਕਿਵੇਂ ਜਸਟੀਫਾਈ ਕਰੋਗੇ? ਹਰਜੀਤ ਜੀ, ਤੁਹਾਡੀ ਇਹ ਸ਼ਿਕਾਇਤ ਨਹੀਂ, ਸਾਰੇ ਆਪਣੇ ਜਿੰਨੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਆਪਣੀ ਪੰਜਾਬੀ ਜਨਤਾ, ਈਵਨ ਗੋਰੇ, ਉਹ ਕਹਿੰਦੇ ਹਨ ਕਿ ਅਪਰਾਧੀਆਂ ਕੋਲ ਸਾਰੇ ਅਧਿਕਾਰ ਹਨ ਤੇ ਜਿਹੜੇ ਪੀੜਤ ਹਨ ਜਾਂ ਜਿਨ੍ਹਾਂ ਦਾ ਨੁਕਸਾਨ ਹੁੰਦਾ ਉਹ ਕੁਝ ਵੀ ਨਹੀਂ ਕਰ ਸਕਦੇ। ਇਹ ਤੁਹਾਡੀ ਗੱਲਬਾਤ ਸਹੀ ਹੈ। ਇਹ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਬਾਰੇ ਕੋਰਟ ਕਚਹਿਰੀਆਂ ਦਾ ਪੂਰਾ ਅੱਡੀਆਂ ਵਾਲਾ ਜ਼ੋਰ ਲੱਗਿਆ ਹੁੰਦਾ ਤਾਂ ਕਿ ਜਿਹਨੇ ਅਪਰਾਧ ਕੀਤਾ ਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਵਿੱਚ ਬੈਲੈਂਸ ਲਿਆਇਆ ਜਾ ਸਕੇ, ਸੰਤੁਲਨ ਕਾਇਮ ਕੀਤਾ ਜਾਵੇ। ਕੇਵਲ ਬੇਟੀ ਹੀ ਪੈਪਰ ਸਪਰੇ ਨਹੀਂ ਲੈ ਕੇ ਜਾ ਸਕਦੀ। ਈਵਨ ਹਰਮਨਦੀਪ ਕੌਰ ਵਿਦਿਆਰਥਣ ਸੀਗੀ। ਈਵਨ ਜਿਹੜੇ ਸੁਰੱਖਿਆ ਗਾਰਡ ਹੈਗੇ ਆ ਵਜੋਂ ਕੰਮ ਕਰ ਰਹੇ, ਕੋਈ ਬਜ਼ੁਰਗ ਹੈ, ਉਹ ਵੀ ਆਪਣੇ ਕੋਲ ਕੋਈ ਕਿਸੇ ਵੀ ਤਰ੍ਹਾਂ ਦਾ ਹਥਿਆਰ ਨਹੀਂ ਰੱਖ ਸਕਦਾ ਜੀ। ਸਾਰੇ ਕੈਨੇਡਾ ਦੇ ਕਾਨੂੰਨ ਕਹਿੰਦੇ ਹਨ ਕਿ ਈਵਨ ਸੁਰੱਖਿਆ ਗਾਰਡ ਨੂੰ ਕਿਸੇ ਵੀ ਕਿਸਮ ਦਾ ਸਪਰੇ, ਸਟਿਕ ਜਾਂ ਕੋਈ ਵੀ ਚੀਜ਼ ਲੈ ਕੇ ਜਾਣ ਦੀ ਆਗਿਆ ਨਹੀਂ। ਇਹ ਹਰਮਨਦੀਪ ਵਾਲਾ ਕੇਸ ਬਹੁਤ ਹੀ ਦੁਖਦਾਈ ਕੇਸ ਸੀਗਾ ਜੀ। ਉਹਨੂੰ ਕੁੱਟ ਕੇ ਮਾਰ ਦਿੱਤਾ ਗਿਆ ਤੇ ਨਾਲ ਦੀ ਨਾਲ ਕੀ ਉਹ ਬੰਦਾ ਬਚੂਗਾ, ਕਿ ਉਹ ਤੇ 1st ਡਿਗਰੀ ਮਰਡਰ ਦੇ ਚਾਰਜ ਨਹੀਂ ਲਾਏ ਗਏ, ਇਹ ਵੀ ਲੋਕਾਂ ਦਾ ਬਹੁਤ ਬੜਾ ਸਵਾਲ ਹੈ। 1st ਡਿਗਰੀ ਮਰਡਰ ਦਾ ਭਾਵ ਅਰਥ ਹੈ ਹਰਜੀਤ ਜੀ, ਸੋਚ ਸਮਝ ਕੇ, ਯੋਜਨਾ ਬਣਾ ਕੇ, ਇਰਾਦੇ ਨਾਲ ਕਿਸੇ ਨੂੰ ਅਗਰ ਕਤਲ ਕਰਨਾ ਉਹਨੂੰ 1st ਡਿਗਰੀ ਮਰਡਰ ਆਖਿਆ ਜਾਂਦਾ। 2nd ਡਿਗਰੀ ਮਰਡਰ 'ਚ ਕਤਲ ਤਾਂ ਜ਼ਰੂਰ ਹੁੰਦਾ ਪਰ ਉਹਦੇ 'ਚ ਕੋਈ ਯੋਜਨਾ ਨਹੀਂ ਹੁੰਦੀ, ਪਲੈਨਿੰਗ ਨਹੀਂ ਹੁੰਦੀ, ਇਰਾਦਾ ਜ਼ਰੂਰ ਹੁੰਦਾ। ਪ੍ਰੋਸੀਕਿਊਟਰ ਨੇ ਇਸ ਕਰਕੇ ਇਹਦੇ ਤੇ 2nd ਡਿਗਰੀ ਦਾ ਚਾਰਜ ਲਾਇਆ ਤਾਂ ਕਿ ਉਹ ਕੋਰਟ ਕਚਹਿਰੀ ਵਿੱਚ ਪ੍ਰੂਵ ਕਰ ਸਕਣ ਜਿਹੜੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਯੋਜਨਾ, ਪਲੈਨਿੰਗ ਹੈ ਉਹ ਕੋਰਟ ਸਾਬਤ ਕਰਨੀ ਕਈ ਵਾਰ ਬਹੁਤ ਹੀ ਜ਼ਿਆਦਾ ਔਖੀ ਹੋ ਜਾਂਦੀ ਹੈ ਜੀ। ਆਤਮ ਰੱਖਿਆ ਦਾ ਜੇ ਕੋਈ ਚੱਕਰ ਪੈ ਗਿਆ ਜੀ ਤਾਂ ਉਸ ਸਮੇਂ ਮੰਨ ਲਓ ਵੀ ਘਰੇ ਆਇਆ ਬੰਦਾ, ਦਾਰੂ ਪੀਤੀ ਹੈ, ਅੱਧੀ ਰਾਤ ਘਰ ਵਾਲੇ ਨੂੰ ਤੱਤੀ ਠੰਡੀ ਸਬਜ਼ੀ ਦੇ ਚੱਕਰ ਦੇ ਵਿੱਚ ਕੁੱਟਣ ਲੱਗ ਜਾਂਦਾ, ਫਿਰ ਆਤਮ ਰੱਖਿਆ ਹੁੰਦੀ ਆ ਵੀ ਬੇਲਣਾ ਘੁੰਮੇ। ਫਿਰ ਮੈਂ ਪਿੱਛੇ ਜੇ ਆਪਣੇ ਸਰੀ ਕੋਰਟ ਹਾਊਸ ਕੇਸ ਕੀਤਾ ਸੀ ਜੀ। ਹਸਬੈਂਡ ਵਾਈਫ ਦੀ ਕਾਫੀ ਚਿਰ ਤੋਂ ਵਿਆਹ ਹੋਇਆ ਸੀਗਾ ਪਰ ਉਹਨਾਂ ਦੀ ਕਾਫੀ ਤਕਰਾਰ ਰਹਿੰਦੀ ਸੀ ਤੇ ਹਸਬੈਂਡ ਨੇ ਵਾਈਫ ਤੋਂ ਬਚਣ ਲਈ ਸਾਰੇ ਘਰ 'ਚ ਕੈਮਰੇ ਲਵਾਏ ਹੋਏ ਸੀ। ਉਹਨੇ ਈਵਨ ਆਪਣੇ ਲਿਵਿੰਗ ਰੂਮ 'ਚ ਵੀ ਕੈਮਰਾ ਲਵਾਇਆ ਤੇ ਇੱਕ ਦਿਨ ਉਹਨਾਂ ਦੀ ਆਪਸ ਤਕਰਾਰ ਹੋ ਗਈ ਤਾਂ ਹਸਬੈਂਡ ਨੇ ਵਾਈਫ ਨੂੰ ਮਾਰਿਆ, ਸ਼ਰੇਆਮ ਕੈਮਰੇ ਦੇ ਉੱਪਰ ਕੈਪਚਰ ਹੋ ਗਿਆ। ਜਦ ਇਹ ਕੋਰਟ ਕਚਹਿਰੀ 'ਚ ਕੇਸ ਆਪਣਾ ਗਿਆ ਤਾਂ ਉਹਨਾਂ ਨੇ ਹਰਜੀਤ ਜੀ ਮੰਨੋਗੇ ਨਹੀਂ, ਉਹਨਾਂ ਨੇ ਬਹੁਤ ਸੀਨੀਅਰ ਜੱਜ ਇਸ ਤੇ ਨਿਯੁਕਤ ਕੀਤਾ ਕਿਉਂਕਿ ਪ੍ਰੋਸੀਕਿਊਟਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀਗਾ ਕਿ ਵੀ ਅਸੀਂ ਇਹ ਕਿਸੇ ਵੀ ਹਾਲਤ 'ਚ ਕੇਸ ਨਾ ਜਿੱਤੀਏ। ਤਾਂ ਜਦ ਜੱਜ ਨੇ ਸਾਰੀ ਵੀਡੀਓ ਦੇਖੀ, ਉਹਨਾਂ ਦੇ ਸਾਰੇ ਪਿਛਲੇ ਪਿਛੋਕੜ ਥਰੂ ਆਊਟ ਜਿੰਨੀ ਉਹਨਾਂ ਦੀ ਮੈਰਿਜ ਦੀ ਡਿਊਰੇਸ਼ਨ ਸੀ, ਉਹਨਾਂ ਦੀ ਗਵਾਹੀਆਂ ਸੁਣੀਆਂ, ਉਸ ਤੋਂ ਬਾਅਦ ਜੱਜ ਨੇ ਉਸ ਬੰਦੇ ਨੂੰ ਬਾਇਜ਼ਤ ਬਰੀ ਕੀਤਾ ਜੀ। ਉਹਨੇ ਇਹ ਕਿਹਾ ਕਿ ਵੀ ਇਹਨਾਂ ਦੀ ਆਪਸ 'ਚ ਜਿਹੜੀ ਤੂੰ ਮੈਂ ਜਾਂ ਆਪਸ ਜਿਹੜੀ ਇਹਨਾਂ ਦੀ ਪਿਛੋਕੜ ਸੀਗਾ ਉਸ ਹਿਸਾਬ ਨਾਲ ਇਹਨਾਂ ਦੀ ਜਿਹੜੀ ਲੜਾਈ ਹੋਈ ਹੈ, ਜਿਹੜੀ ਆਪਸ ਹੱਥਾ ਪਾਈ ਹੋਈ ਹੈ, ਉਹ ਇਹਨਾਂ ਦੀ ਸਹਿਮਤੀ ਨਾਲ ਹੋਈ ਹੈ। ਸੋ ਇਹ ਸਾਰਾ ਕੁਝ ਡਿਪੈਂਡ ਕਰਦਾ ਕਿ ਵੀ ਹਾਲਾਤ ਕੀ ਕਹਿੰਦੇ ਆ, ਤੁਸੀਂ ਕੀ ਕੀਤਾ ਤੇ ਕੈਮਰਾ ਕੀ ਦਰਸਾਉਂਦਾ ਜੀ। ਆਤਮ ਰੱਖਿਆ ਤੋਂ ਪਹਿਲਾਂ ਕੁਝ ਇਹੋ ਜਿਹਾ ਚੀਜ਼ ਕਰਕੇ ਵੀ ਦੇਖੋ ਜੀ, ਮੈਂ ਬਚਾਉਣ ਦੀ ਆਪਣੇ ਆਪ ਨੂੰ ਕੋਸ਼ਿਸ਼ ਕੀਤੀ, ਮੈਂ ਭੱਜਿਆ, ਮੈਂ ਖੱਬੇ ਗਿਆ, ਮੈਂ ਸੱਜਾ ਗਿਆ, ਜਦ ਨਹੀਂ ਸੂਤ ਆਇਆ ਫਿਰ ਮੈਂ ਹਥਿਆਰ ਦੀ ਵਰਤੋਂ ਕੀਤੀ। ਇਹ ਕੁਝ ਫਰਕ ਪਾ ਦਿੰਦੀ ਹੈ ਜੀ ਕੇਸ 'ਚ? ਜੇ ਤੁਸੀਂ ਮਹਿਸੂਸ ਕਰਦੇ ਹੋ ਵੀ ਤੁਹਾਡੇ ਤੇ ਜਾਂ ਤੁਹਾਡੀ ਸੁਰੱਖਿਆ ਅਧੀਨ ਕਿਸੇ ਤੇ ਹਮਲਾ ਹੋਣ ਵਾਲਾ, ਤਾਂ ਤੁਹਾਨੂੰ ਆਪਣੇ ਸਿਰ ਵਿੱਚ ਮੁੱਕਾ ਵੱਜਣ ਦੀ ਉਡੀਕ ਕਰਨ ਦੀ ਲੋੜ ਨਹੀਂ ਅਤੇ ਤੁਸੀਂ ਆਪਣੇ ਆਪ ਦਾ ਜਾਂ ਸੱਟ ਵੱਜਣ ਤੋਂ ਪਹਿਲਾਂ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ ਜੀ। ਪਰ ਤੁਸੀਂ ਮਾਰਨ ਜਾਂ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦੀ ਕੋਸ਼ਿਸ਼ ਨਹੀਂ ਕਿਸੇ ਨੂੰ ਕਰ ਸਕਦੇ ਅਤੇ ਤੁਸੀਂ ਕੇਵਲ ਉਨੀ ਹੀ ਤਾਕਤ ਦੀ ਵਰਤੋਂ ਕਰ ਸਕਦੇ ਹੋ ਜਿੰਨੀ ਹਾਲਾਤ ਮੁਤਾਬਿਕ ਵਾਜਬ ਹੈ ਜੀ। ਉਦਾਹਰਨ ਲਈ, ਜੇ ਕੋਈ ਤੁਹਾਡੇ ਤੇ ਤੁਹਾਡੇ ਨਾਲ ਮੁੱਕੇ ਨਾਲ ਹਮਲਾ ਕਰਦਾ ਤਾਂ ਇਸ ਦਾ ਮਤਲਬ ਇਹ ਨਹੀਂ ਵੀ ਤੁਸੀਂ ਆਪਣੀ ਹਾਕੀ ਲੈ ਕੇ ਤੁਸੀਂ ਉਹਦੀਆਂ ਲੱਤਾਂ ਹੀ ਤੋੜ ਦਿਓ ਜੀ।
ਨਾਲ ਇਹ ਵੀ ਕਿ ਇੱਕ ਵਾਰ ਜਦੋਂ ਉਸ ਵਿਅਕਤੀ ਨੇ ਤੁਹਾਡੇ ਤੇ ਹਮਲਾ ਕਰਨਾ ਬੰਦ ਕਰ ਦਿੱਤਾ ਤਾਂ ਇਸ ਦਾ ਮਤਲਬ ਇਹ ਨਹੀਂ ਵੀ ਤੁਸੀਂ ਉਸ ਤੇ ਵਾਰ ਹੀ ਕਰਦੇ ਰਹੋ ਜੀ। ਇਹ ਜਿਹੜਾ ਨਵਾਂ ਖਿਲ ਦੇ ਕੇਸ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ, ਤੁਹਾਡੀ ਕੀ ਭੂਮਿਕਾ ਸੀਗੀ ਇਸ ਦਾ ਅਦਾਲਤਾਂ ਦੁਆਰਾ ਹੁਣ ਜਾਂਚ ਕੀਤੀ ਜਾਵੇਗੀ ਕਿ ਤੁਸੀਂ ਕਿਸੇ ਤੋਂ ਦੂਰ ਜਾਣ ਦਾ ਯਤਨ ਕਰ ਰਹੇ ਸੀ ਜਾਂ ਤੁਸੀਂ ਆਪ ਮੁਸੀਬਤ ਵੱਲ ਭੱਜ ਰਹੇ ਸੀ, ਤੁਸੀਂ ਆਪ ਮੁਸੀਬਤ ਨੂੰ ਗਲੇ ਲਗਾ ਰਹੇ ਸੀਗੇ ਜੀ। ਸੋ ਇਟ ਆਲ ਡਿਪੈਂਡਸ। ਪਹਿਲਾਂ ਇਹ ਹੁੰਦਾ ਸੀ ਵੀ ਜੇ ਤੁਹਾਡੇ ਕੋਲ ਘਰੇ ਆ ਗਿਆ ਤਾਂ ਤੁਹਾਨੂੰ ਪੀੜਤ ਸਮਝਿਆ ਜਾਂਦਾ ਸੀ, ਪਰ ਹੁਣ ਨਵੇਂ ਖਿਲ ਕੇਸ ਨੇ ਇਹ ਡਿਸਾਈਡ ਕੀਤਾ ਵੀ ਤੁਹਾਡੇ ਕੋਲ ਕੋਈ ਚੋਇਸ ਸੀਗੀ, ਤੁਸੀਂ ਉਹ ਚੋਇਸ ਐਕਸਰਸਾਈਜ਼ ਕੀਤੀ ਜਾਂ ਸਿੱਧੀ ਦਨਾਲੀ ਚੱਕੀ ਤੇ ਬੰਦਾ ਕੱਢਤਾ ਜੀ। ਟੋਰਾਂਟੋ 'ਚ ਗਰੋਸਰੀ ਸਟੋਰ ਵਾਲੇ ਦਾ ਕੇਸ ਯਾਦ ਆ ਗਿਆ ਜੀ। ਮੈਂ ਇੱਕ ਵਾਰ ਪਹਿਲਾਂ ਬੰਦਾ ਲੈ ਗਿਆ ਸਮਾਨ ਚੱਕ ਕੇ, ਉਹ ਰੱਖਿਆ ਘਰੇ ਜਾ ਕੇ, ਦੂਜਾ ਗੇੜਾ ਲਾਉਣ ਲਈ ਉਹ ਫੇਰ ਆ ਗਿਆ, ਉਹਨੇ ਬੰਦ ਲਿਆ। ਪੁਲਿਸ ਨੇ ਆ ਕੇ ਗਰੋਸਰੀ ਸਟੋਰ ਵਾਲੇ ਤੇ ਚਾਰਜ ਲਾ ਦੇ ਵੀ ਤੂੰ ਇਹਨੂੰ ਬੰਨੀ ਬੈਠਾ, ਬਈ ਤੇਰਾ ਕੀ ਮਤਲਬ ਹੈ, ਦੱਸੋ ਕੀ ਕਰੇ ਬੰਦਾ। ਹਾਂਜੀ, ਹਰੇਕ ਵਿਅਕਤੀ ਕੋਲ ਕਿਸੇ ਅਜਿਹੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਪਾਵਰ ਹੁੰਦੀ ਹੈ ਜਿਸ ਨੂੰ ਉਹ ਕਾਨੂੰਨ ਤੋੜਦੇ ਹੋਏ ਵੇਖਦਾ, ਪਰ ਇਸ ਦਾ ਇੱਕ ਚਸ਼ਮਦੀਦ ਗਵਾਹ ਹੋਣਾ ਚਾਹੀਦਾ ਜੀ। ਹਰ ਕਿਸੇ ਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਇਸ ਤਰ੍ਹਾਂ ਕਰਨਾ ਬਹੁਤ ਹੀ ਖਤਰਨਾਕ ਹੈ, ਪਰ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਗ੍ਰਿਫਤਾਰ ਕੀਤੇ ਹੋਏ ਵਿਅਕਤੀ ਤੋਂ ਤੁਸੀਂ ਨਾ ਤਾਂ ਤੁਸੀਂ ਕੋਈ ਸਵਾਲ ਪੁੱਛ ਸਕਦੇ ਹੋ ਅਤੇ ਨਾ ਹੀ ਤੁਸੀਂ ਉਸ ਦੀ ਤਲਾਸ਼ੀ ਲੈ ਸਕਦੇ ਹੋ ਜੀ। ਤੁਹਾਨੂੰ ਉਸ ਨੂੰ ਦੱਸਣਾ ਚਾਹੀਦਾ ਕਿ ਤੁਸੀਂ ਉਸ ਨੂੰ ਗ੍ਰਿਫਤਾਰ ਕਰ ਰਹੇ ਹੋ ਅਤੇ ਪੁਲਿਸ ਦੀ ਉਡੀਕ ਕਰਨ ਲਈ ਵੀ ਤੁਹਾਨੂੰ ਆਖਣਾ ਚਾਹੀਦਾ ਹੈ। ਪੁਲਿਸ ਨੂੰ ਕਾਲ ਕਰਨਾ ਅਤੇ ਉਹਨਾਂ ਨੂੰ ਸ਼ੱਕੀ ਵਿਅਕਤੀ ਦੇ ਪਿੱਛੇ ਜਾਣ ਦੇਣਾ ਲਗਭਗ ਹਮੇਸ਼ਾ ਹੀ ਇੱਕ ਬਿਹਤਰ ਵਿਚਾਰ ਹੋਵੇਗਾ। ਇਹ ਵੀ ਆਪਾਂ ਗੱਲਬਾਤ ਕਰ ਰਹੇ ਹਾਂ, ਇਹਨੂੰ ਆਪਾਂ ਸਿਟੀਜ਼ਨਸ ਅਰੈਸਟ ਆਖੀਦਾ ਜੀ। ਚੋਰੀ 2x4 ਲੈ ਗਿਆ ਬੰਦਾ, ਇੱਕ ਚੱਕ ਕੇ $9 ਦੀ 2x4 ਹੈ। ਮਾਲਕ ਮਕਾਨ ਨੇ ਦੱਸਿਆ ਪੁਲਿਸ ਨੂੰ, ਆ ਲੈ ਗਿਆ ਭਰ ਕੇ ਮੇਰਾ। ਉਹ ਕਹਿੰਦਾ ਇਉਂ ਕਰ, ਫੋਲੋ ਕਰੀ ਚੱਲ ਇਹਨੂੰ, ਦੇਖੀ ਚੱਲ। ਉਹ ਫੋਲੋ ਕਰੀ ਗਿਆ 5 ਕਿਲੋਮੀਟਰ, ਉੱਥੇ ਜਾ ਕੇ ਇੱਕ ਜਗ੍ਹਾ 'ਤੇ ਉਹਨੇ ਖੜਾਤਾ। ਉਹ ਕਹਿੰਦਾ ਇੱਥੇ ਖੜ ਗਿਆ, ਕਹਿੰਦਾ ਬਸ ਫਿਰ ਹੁਣ ਤੂੰ ਚਲੇ ਜਾ, ਇੱਥੇ ਅਸੀਂ ਬਾਅਦ 'ਚ ਦੇਖਦੇ ਹਾਂ, ਤੂੰ ਇਹਨੂੰ ਰੋਕ ਨਹੀਂ ਸਕਦਾ, ਤੂੰ ਇਹਨੂੰ ਘੇਰ ਨਹੀਂ ਸਕਦਾ। ਚੋਰੀ ਦਾ ਸਮਾਨ ਜਦ ਕੋਈ ਲੈ ਕੇ ਜਾਵੇ ਜੀ, ਵਾਕਿਆ ਹੀ ਨਹੀਂ ਅਸੀਂ ਖੋਹ ਖਿੰਝ ਕਰ ਸਕਦੇ। ਜੇ ਕੋਈ ਤੁਹਾਡੀ ਜਾਇਦਾਦ ਵਿੱਚ ਦਾਖਲ ਹੋਣ ਜਾਂ ਤੁਹਾਡੀ ਸੰਪત્ਤੀ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਤੁਹਾਨੂੰ ਡੈਫੀਨੇਟਲੀ ਸਵੈ ਰੱਖਿਆ ਦਾ ਕਾਨੂੰਨ ਸੁਰੱਖਿਆ ਕਰਨ ਦਾ ਹੱਕ ਦਿੰਦਾ ਜੀ। ਬੁਨਿਆਦੀ ਤੌਰ ਤੇ ਉਹੀ ਚੀਜ਼ਾਂ ਆਤਮ ਰੱਖਿਆ ਦੇ ਰੂਪ ਵਿੱਚ ਸਾਬਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਪਰ ਫਰਕ ਸਿਰਫ ਇਹ ਹੈ ਕਿ ਬਚਾਅ ਪੱਖ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੇ ਕਬਜ਼ੇ ਵਾਲੀ ਚੀਜ਼ ਹੋਣੀ ਚਾਹੀਦੀ ਹੈ ਜਾਂ ਉਸ ਜਾਇਦਾਦ ਦਾ ਇੰਚਾਰਜ ਹੋਣਾ ਚਾਹੀਦਾ ਹੈ। ਹਰ ਇੱਕ ਚੀਜ਼ ਧਮਕੀ, ਉਦੇਸ਼ ਅਤੇ ਪ੍ਰਤੀਕਿਰਿਆ ਇੱਕੋ ਜਿਹੀ ਹੁੰਦੀ ਹੈ ਜੀ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਾਰ ਜਾਂ ਘਰ ਕਿਸ ਤਰ੍ਹਾਂ ਦੀ ਸੰਪत्ति ਹੈਗੀ ਹੈ, ਜਾਂ ਜੇ ਤੁਸੀਂ ਕਿਰਾਏ ਤੇ ਲੈਂਦੇ ਹੋ, ਕਿਰਾਏ ਤੇ ਤੁਸੀਂ ਰਹਿੰਦੇ ਹੋ ਜਾਂ ਉਸ ਦੇ ਮਾਲਕ ਹੋ ਜੀ, ਤੁਸੀਂ ਡੈਫੀਨੇਟਲੀ ਸੈਲਫ ਡਿਫੈਂਸ ਕਰ ਸਕਦੇ ਹੋ ਜੀ। ਵਕੀਲ ਸਾਹਿਬ, ਕਈਆਂ ਦੇ ਰਿਸ਼ਤੇਦਾਰ ਬੜੇ ਮਾੜੇ ਹੁੰਦੇ ਆ, ਰਿਸ਼ਤੇਦਾਰੀ ਕਈ ਵਾਰ ਇਹੋ ਜਿਹੀ ਹੁੰਦੀ ਆ ਸਾਲੇ ਭਣੋਈਏ ਵਾਲੀ, ਤੇ ਬੰਦਾ ਦਾਰੂ ਪੀ ਕੇ ਬਰਾਨ ਕਰਦਾ ਬਹੁਤ, ਤੇ ਉਹ ਆ ਕੇ ਇੱਕ ਬਿਨਾਂ ਸੱਦੇ ਆਉਂਦਾ, ਕਹਿੰਦਾ ਚੱਲ ਮੈਂ ਲੰਘਿਆ ਜਾਂਦੇ, ਮੈਂ ਕਿਹਾ ਚੱਲ ਰਿਸ਼ਤੇਦਾਰ ਨੂੰ ਮਿਲ ਚੱਲੀਏ, ਮੁੜ ਕੇ ਪੀ ਕੇ ਉਹ ਲਲਕਰੇ ਮਾਰਦਾ, ਬਿਨਾਂ ਬੁਲਾਏ ਆਇਆ, ਪਰ ਆਇਆ ਹੋਇਆ ਸਹੁਰੀ। ਕਦ ਫਿਰ ਬੰਦਾ ਕਹਿ ਸਕਦਾ ਵੀ ਹੁਣ ਯਾਰ ਤੈਨੂੰ ਪ੍ਰਾਹੁਣਿਆਂ ਜਾਣਾ ਪੈਣਾ? ਇਹੋ ਜਿਹਾ ਕੋਈ ਹੈ ਧੱਕੇ ਵਾਲਾ ਕੰਮ? ਤੁਹਾਡੀ ਨਿੱਜੀ ਜਾਇਦਾਦ, ਚਾਹੇ ਤੁਸੀਂ ਕਿਰਾਏ ਤੇ ਲੈਂਦੇ ਹੋ ਜਾਂ ਆਪਣੀ ਮਲਕੀਅਤ ਹੋਵੇ, ਤੁਸੀਂ ਉਸ ਦੀ ਵਰਤੋਂ ਕਿਸੇ ਵੀ ਉਦੇਸ਼, ਕਿਸੇ ਵੀ ਮਕਸਦ ਲਈ ਕਰ ਸਕਦੇ ਹੋ ਜੀ। ਇਸ ਲਈ ਇਸ ਵਿੱਚ ਇਹ ਵੀ ਸ਼ਾਮਲ ਹੈ ਵੀ ਉੱਥੇ ਕੌਣ ਆ ਸਕਦਾ ਅਤੇ ਕੌਣ ਨਹੀਂ ਆ ਸਕਦਾ। ਜੇ ਤੁਸੀਂ ਚਾਹੁੰਦੇ ਹੋ ਵੀ ਕੋਈ ਚਲੇ ਜਾਵੇ ਤਾਂ ਤੁਹਾਨੂੰ ਉਸ ਨੂੰ ਪਹਿਲਾਂ ਚਲੇ ਜਾਣ ਲਈ ਆਖਣਾ ਪਊਗਾ, ਫਿਰ ਤੁਹਾਨੂੰ ਉਸ ਇਨਸਾਨ ਨੂੰ ਤੁਹਾਡੀ ਜਗ੍ਹਾ ਤੋਂ, ਤੁਹਾਡੇ ਘਰੋਂ ਰੁਖਸਤ ਹੋਣ ਦਾ ਤੁਹਾਨੂੰ ਮੌਕਾ ਦੇਣਾ ਪਊਗਾ। ਫਿਰ ਉਸ ਤੋਂ ਬਾਅਦ ਵੀ ਜੇ ਉਹ ਨਹੀਂ ਜਾਂਦਾ ਤਾਂ ਤੁਸੀਂ ਵਾਜਿਬ ਸ਼ਕਤੀ ਦੀ ਵਰਤੋਂ ਕਰਨ ਦੀ ਤੁਹਾਨੂੰ ਕਾਨੂੰਨ ਆਗਿਆ ਦਿੰਦਾ, ਜਿਸ ਵਿੱਚ ਸ਼ਾਮਲ ਹੈ ਤੁਸੀਂ ਉਹਨਾਂ ਤੇ ਆਪਣੇ ਉਹਨਾਂ ਨੂੰ ਰੀਜ਼ਨੇਬਲ ਫੋਰਸ ਅਪਲਾਈ ਕਰਕੇ ਆਪਣੇ ਘਰ ਵਿੱਚੋਂ ਬਾਹਰ ਕੱਢ ਸਕਦੇ ਹੋ। ਪਰ ਮੇਕ ਸ਼ੋਰ ਕਿ ਵੀ ਤੁਸੀਂ ਰੀਜ਼ਨੇਬਲ ਫੋਰਸ ਅਪਲਾਈ ਕਰਨੀ ਹੈ, ਇਹ ਨਹੀਂ ਕਿ ਵੀ ਉਹ ਬੰਦਾ ਮੁੜ ਕੇ ਬਾਹਰ ਨੂੰ ਜਾਣ ਲੱਗਿਆ ਤੇ ਤੁਸੀਂ ਪਿੱਛੋਂ ਉਹਦੇ ਸਿਰ 'ਚ ਘਸੁੰਡ ਮਾਰੋ। ਵਕੀਲ ਸਾਹਿਬ, ਅਖੀਰ 'ਚ ਇਹ ਵੀ ਸਮਝਾ ਕੇ ਜਾਇਓ, ਤੇ ਆਖਰੀ ਸ਼ਬਦ ਇਹ ਅਕਸਰ ਜਦ ਇੱਥੇ ਆ ਕੇ ਜਦ ਪਹਿਲਾ ਲੈਸਨ ਦਿੰਦੇ ਆ ਬੰਦਿਆਂ ਨੂੰ, ਉਹ ਕਹਿੰਦੇ ਜਦ ਤੇਰੀ ਕੋਈ ਪ੍ਰੋਪਰਟੀ 'ਚ ਆ ਗਿਆ, ਇਹ ਪ੍ਰੋਪਰਟੀ ਵਾਲਾ ਕੰਮ ਬਹੁਤ ਛੋਟੇ ਹੁੰਦੇ ਸੁਣਦੇ ਆ। ਮਾਲਕ ਮਕਾਨ ਦਾ ਜਵਾਕ ਤੁਹਾਡੇ ਜਵਾਕ ਨੂੰ ਕਹਿੰਦਾ ਪ੍ਰੋਪਰਟੀ 'ਚੋਂ ਬਾਹਰ ਹੋ ਜਾ ਸਾਡੀ 'ਚ, ਜਵਾਕ ਰੋਂਦਾ ਆਉਂਦਾ ਬੇਸਮੈਂਟ 'ਚ ਵੀ ਡੈਡੀ ਸਾਡੀ ਪ੍ਰੋਪਰਟੀ ਕਿਹੜੀ ਹੈ। ਸੋ ਇਹ ਪ੍ਰੋਪਰਟੀ 'ਚ ਜਿਹੜਾ ਕਹਿੰਦਾ ਵੀ ਜੇ ਕੋਈ ਪ੍ਰੋਪਰਟੀ 'ਚ ਬਣ ਗਿਆ, ਤੂੰ ਪਿਆ ਕੋਠੇ ਤੇ ਤੂੰ ਬਸ ਤੇਰੇ ਕੋਲ ਸਾਰਾ ਹੀ ਹੱਕ ਹੈ, ਪਰ ਇਹ ਤੁਸੀਂ ਸਮਝਾ ਚੁੱਕੇ ਹੋ ਵੀ ਨਹੀਂ, ਇਹ ਹੱਕ ਇਹਦੇ ਤੇ ਜਿਹੜਾ ਰੀਜ਼ਨੇਬਲ ਫੋਰਸ ਹੈ ਉਹਨੂੰ ਵਰਤਣਾ ਉਹ ਕਾਨੂੰਨ 'ਚ ਕਿੱਥੇ ਹੈ।
ਤੇ ਦੂਜਾ ਕਿੱਥੇ। ਅਖੀਰ ਦੇ ਵਿੱਚ ਕੁਝ ਹੋਰ ਸਮਝਾਉਣਾ ਚਾਹੋ। ਰੀਤ ਜੀ, ਆਪਾਂ ਬਹੁਤ ਵਧੀਆ ਮੁਲਕ 'ਚ ਰਹੀਦਾ ਜਿੱਥੇ ਕਾਇਦੇ ਕਾਨੂੰਨ ਪਰਫੈਕਟ ਤਾਂ ਨਹੀਂ ਹੈ, ਪਰ ਮੇਰੇ ਖਿਆਲ ਵਨ ਆਫ ਦਾ ਬੈਸਟ ਆਪਣਾ ਨਿਆਂ ਪ੍ਰਣਾਲੀ ਹੈ ਜੀ। ਹਰ ਇੱਕ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਕਾਨੂੰਨ ਤੁਹਾਡੀ ਰੱਖਿਆ ਵਾਸਤੇ ਹੈ, ਭਾਵੇਂ ਕਿ ਤੁਹਾਨੂੰ ਆਪਣਾ ਬਚਾਅ ਕਰਨ ਲਈ ਕਾਨੂੰਨ ਨੂੰ ਆਪਣੇ ਹੱਥਾਂ 'ਚ ਵੀ ਕਿਉਂ ਨਾ ਲੈਣਾ ਪਵੇ। ਯਾਦ ਰੱਖੋ ਵੀ ਕਿਸੇ ਦਾ ਸ਼ੋਸ਼ਣ ਕਰਨਾ ਗੁਨਾਹ ਹੈ, ਪਰ ਨਾਲ ਹੀ ਆਪਣਾ ਕਰਵਾਉਣਾ ਵੀ ਉਸ ਤੋਂ ਵੀ ਵੱਡਾ ਗੁਨਾਹ ਹੈ। ਬਸ ਇੱਕੋ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਕਿਸੇ ਨਾਲ ਕੋਈ ਵਧੀਕੀ ਨਾ ਕਰੋ ਅਤੇ ਨਾ ਹੀ ਕਿਸੇ ਵੱਲੋਂ ਕੀਤੀ ਤੁਸੀਂ ਕਿਸੇ ਵੀ ਕੀਮਤ ਤੇ ਵਧੀਕੀ ਚੱਲੋ। ਜੇ ਤੁਹਾਡੇ ਕੋਈ ਬੰਦਾ ਘਰੇ ਆਉਂਦਾ ਤਾਂ ਉਹਦੀ ਸੁਰੱਖਿਆ ਕਰਨਾ ਤੁਹਾਡਾ ਫਰਜ਼ ਬਣਦਾ, ਤੁਹਾਡੀ ਕਾਨੂੰਨੀ ਜ਼ਿੰਮੇਵਾਰੀ ਬਣਦੀ ਹੈ। ਪਰ ਜੇ ਕੋਈ ਅੱਧੀ ਰਾਤ ਨੂੰ ਵੀ ਤੁਹਾਡੇ ਘਰੇ ਆ ਜਾਂਦਾ ਤਾਂ ਤੁਸੀਂ ਆਪਣੇ ਪ੍ਰਾਪਰਟੀ 'ਚ ਕੋਈ ਇਹੋ ਜਿਹੀ ਚੀਜ਼ ਨਹੀਂ ਕਰ ਸਕਦੇ ਜਿਸ ਨਾਲ ਕਿਸੇ ਨੂੰ ਨੁਕਸਾਨ ਹੋ ਜਾਵੇ ਜਾਂ ਕਿਸੇ ਦੀ ਲੱਤ ਬਾਂਹ ਟੁੱਟ ਜਾਵੇ ਜਾਂ ਕਿਸੇ ਦੀ ਜਾਨ ਚਲੀ ਜਾਵੇ, ਚਾਹੇ ਉਹ ਬੰਦਾ ਤੁਹਾਡੇ ਘਰੇ ਅੱਧੀ ਰਾਤ ਨੂੰ ਚੋਰੀ ਹੀ ਕਰਨ ਕਿਉਂ ਨਾ ਆਇਆ ਹੋਵੇ। ਸੋ ਇਹ ਜਿਹੜੇ ਕਾਇਦੇ ਕਾਨੂੰਨ ਹੈ, ਇਹਨਾਂ ਦੀ ਆਪਾਂ ਨੂੰ ਪਾਲਣਾ ਕਰਨੀ ਪੈਣੀ ਹੈ। ਜੇ ਆਪਾਂ ਇਹਨਾਂ ਦੀ ਪਾਲਣਾ ਕਰਾਂਗੇ ਤਾਂ ਆਪਣਾ ਜ਼ਿੰਦਗੀ ਜਿਹੜੀ ਹੈ ਬਹੁਤ ਵਧੀਆ ਗੁਜ਼ਰ ਸਕਦੀ ਹੈ ਜੀ। ਜਿੱਥੇ ਤੱਕ ਸਾਡੇ ਕੰਟੈਕਟ ਇਨਫੋਰਮੇਸ਼ਨ ਦੀ ਗੱਲ ਹੈ, ਤੁਸੀਂ ਗੂਗਲ ਤੇ ਜਾ ਕੇ brijmohan.com ਪਾ ਕੇ ਸਾਡੇ ਬਾਰੇ ਸਭ ਕੁਝ A to Z ਪਤਾ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਡਾ ਕਾਨੂੰਨੀ ਸਵਾਲ ਹੋਵੇ, ਕ੍ਰਿਮੀਨਲ ਲਾਅ ਬਾਰੇ ਕੋਈ ਵੀ ਹੋਵੇ, ਤੁਹਾਡਾ ਪੁਲਿਸ ਨਾਲ ਬਾਹ ਪੈ ਗਿਆ ਹੋਵੇ, ਜਸਟ ਕਾਲ ਅਸ ਐਨੀ ਟਾਈਮ ਬਿਕਾਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਸਿਰਫ ਆਪਣੇ ਦਿਲੋਂ ਦਿਮਾਗ 'ਚ ਆਪਣੇ ਜ਼ਹਨ 'ਚ ਇੱਕ ਗੱਲ ਬਿਠਾ ਲਓ, one call, that's all। ਸਾਡਾ ਫੋਨ ਨੰਬਰ ਹੈ ਜੀ 604 598 0988 604-598-0988। ਜਿਸ ਤਰ੍ਹਾਂ ਹੁਣ ਸਾਡੇ ਆਫਿਸ ਸਾਰੇ ਕੈਨੇਡਾ 'ਚ ਹੈ ਜੀ, ਆਪਣੇ ਸਰੀ, ਵੈਂਕੂਵਰ, ਐਡਮਿੰਟਨ, ਕੈਲਗਰੀ, ਬਰੈਂਪਟਨ ਤੇ ਟੋਰਾਂਟੋ 'ਚ ਜੀ ਅਸੀਂ ਨਵੇਂ ਖੋਲ੍ਹੇ ਹਾਂ। ਸੋ ਆਪਣੀ ਪੰਜਾਬੀ ਕਮਿਊਨਿਟੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਉਹਨਾਂ ਨੇ ਸਾਡਾ ਬਹੁਤ ਹੀ ਪਿਛਲੇ 3 ਦਹਾਕਿਆਂ ਤੋਂ ਆਲਮੋਸਟ 30 ਸਾਲ ਤੋਂ ਜੀ ਸਾਡਾ ਬਹੁਤ ਸਾਥ ਦਿੱਤਾ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਵਕੀਲ ਸਾਹਿਬ ਤੁਹਾਡੇ ਸਮੇਂ ਲਈ। ਥੈਂਕ ਯੂ। ਮੈਨੂੰ ਆਸ ਹੈ ਕਿ ਸਮਝ ਚੁੱਕੇ ਹੋਵੋਗੇ ਤੁਸੀਂ ਸਾਰਾ ਵੀ ਕਾਨੂੰਨ ਹੱਥ 'ਚ ਲੈਣ ਤੇ ਸਵੈ ਰੱਖਿਆ ਬਹੁਤ ਬੜੀ ਫਾਈਨ ਲਾਈਨ ਹੈ, ਖਿਆਲ ਰੱਖਣ ਦੀ ਲੋੜ ਹੈ। ਤੇ ਕਿ ਮੇਰੀ ਪ੍ਰੋਪਰਟੀ 'ਚ ਕੋਈ ਆ ਗਿਆ ਤੇ ਮੈਂ ਆਪਣੇ ਬਚਾਅ ਲਈ ਉਹਨੂੰ ਗੋਲੀ ਮਾਰ ਸਕਦਾ, ਇਹਦਾ ਖਿਆਲ ਰੱਖਣ ਦੀ ਲੋੜ ਹੈ। ਪੈਪਰ ਸਪਰੇ ਕਿਸੇ ਬੰਦੇ ਦੇ ਮਾਰਨ ਲਈ ਨਹੀਂ ਲਿਜਾ ਸਕਦੇ। ਧੀਆਂ ਧਿਆਣੀਆਂ ਉਹ ਕਹੇ ਮੈਨੂੰ ਡੌਗ ਤੋਂ ਡਰ ਲੱਗਦਾ, ਇਹਦੇ ਲਈ ਇਹ ਗੱਲ ਚੱਲ ਸਕਦੀ ਹੈ। ਵਾਕ 'ਤੇ ਚੱਲਿਓ ਸੰਘਣੇ ਬੁੱਸ਼ਾਂ ਦੇ ਵਿੱਚ ਤਾਂ ਸਵੈ ਰੱਖਿਆ ਦੇ ਲਈ ਕੋਈ ਜਾਨਵਰ ਨਾ ਪੈ ਜਾਵੇ, ਕੋਈ ਨਾਈਫ ਤੁਹਾਡੇ ਕੋਲ ਹੈ, ਉਹਦੇ ਕੋਈ ਚਾਰਜਸ ਨਹੀਂ। ਪਰ ਜੇ ਕਹੋ ਵੀ ਬੰਦੇ ਦੇ ਡਰ ਤੋਂ ਲੈ ਕੇ ਗਿਆ ਤਾਂ ਉਹਦੇ ਚਾਰਜਸ ਨੇ। ਸੇਮ ਟੋਕਨ 'ਤੇ ਨੌਨ ਰਿਸਟ੍ਰਿਕਟਡ ਰਾਈਫਲ ਜਾਂ ਸ਼ਾਟਗਨ ਗੱਡੀ 'ਚ ਪਈ ਹੈ, ਕਾਰਤੂਸ ਕੋਲ ਨਹੀਂ, ਕਾਰਤੂਸ ਜਿਹੜੇ ਨੇ ਐਮੋ ਸਾਰਾ ਜਿਹੜਾ ਲੌਕ ਦੇ ਵਿੱਚ ਹੈ। ਅਤੇ ਪੁਲਿਸੀਆ ਕਹਿੰਦਾ ਜਾਣਾ ਕੰਮ 'ਤੇ ਕਿੱਧਰ ਨੂੰ ਲੈ ਜਾਣਾ? ਉਹ ਕਹਿੰਦਾ ਵੀ ਕੰਮ ਤੋਂ ਖਤਮ ਹੋ ਕੇ ਟਾਰਗੇਟ ਸ਼ੂਟਿੰਗ 'ਤੇ ਜਾਣਾ ਹੈ। ਡੀਕਰੀਆਂ ਭੰਨ ਕੇ ਆਉਣੀਆਂ ਨੇ, ਚੈਲੰਜ ਨਹੀਂ ਕਰ ਸਕਦਾ। ਹਾਂ ਜੇ ਕਹੋ ਵੀ ਆਹ ਕਾਹਦੇ ਲਈ ਪਈ, ਉਹ ਕਹਿੰਦਾ ਪੈਸੇ ਨਹੀਂ ਦਿੰਦਾ, ਇੱਕ ਬਿਲਡਰ ਔਖੇ ਕੀਤੇ ਪਏ ਆ, ਵਾ ਫਿਰ ਉਹਨੇ ਡਿੰਗ ਨਹੀਂ ਟੱਪਣ ਦੇਣੀ। ਸੋ ਇਹ ਬੜਾ ਫਾਈਨ ਲਾਈਨ ਹੈ। ਇੱਕ ਇਹੋ ਜਿਹੀ ਸੱਭਿਅਕ ਸੁਸਾਇਟੀ 'ਚ ਅਸੀਂ ਰਹਿੰਦੇ ਹਾਂ ਜਿੱਥੇ ਅਸੀਂ ਸਤਿਕਾਰ ਨਾਲ ਹੀ ਰਹਿਣਾ ਹੈ, ਜਿੱਥੇ ਹਥਿਆਰਾਂ ਦੀ ਖੁੱਲ੍ਹ ਹੈ ਉੱਥੇ ਬੰਦੇ ਵੀ ਬੁੜਕਦੇ ਨਿੱਤ ਹੈ। ਸਾਊਥ ਵਾਲੇ ਪਾਸੇ ਦੇਖ ਲਿਓ, ਹਰ ਦੂਜੇ ਦਿਨ ਮਾਸ ਸ਼ੂਟਿੰਗ ਹੁੰਦੀ ਹੈ, ਕਿਤੇ 11 ਮਾਰਤੇ ਕਿਤੇ 12 ਮਾਰਤੇ। ਉਹਦੇ ਤੋਂ ਉਸ ਦੁੱਖ ਤੋਂ ਵੀ ਆਪਾਂ ਪਰੇ ਰਹਿਣਾ। ਕੱਲ੍ਹ ਨੂੰ ਮੁੜਦੇ ਹਾਂ ਜੀ, ਰੱਬ ਰਾਖਾ।